ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਨਾਲ ਵੀਰ ਪਰਮਵੀਰ ਬਾਠ ਹੋਰੀ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ, ਤੁਸੀਂ ਸੁਣਾਓ ਕਿਵੇਂ ਹੋ? ਸਤਿ ਸ਼੍ਰੀ ਅਕਾਲ ਮਹਾਰਾਜ। ਬਸ ਜ਼ਿੰਦਗੀ ਚੱਲੀ ਜਾ ਰਹੀ ਹੈ। ਅੱਜ ਅਸਲੀ ਲੱਗ ਰਹੇ ਹੋ, ਆਪਣਾ ਕੋਟ ਪਾਇਆ ਨਾ ਤੁਸੀਂ। ਹਾਂ, ਅੱਜ ਮਤਲਬ ਉਹੀ ਅਸਲ ਰੂਪ ਆ ਗਿਆ ਨਾ। ਹਾਂ, ਉਹਨਾਂ ਨੂੰ ਵਿਆਹ ਹੋਣਾ ਕੋਟ ਵਾਲਿਆਂ ਨੂੰ ਜਿਹਨਾਂ ਇਹਨੇ ਵਿਆਹ ਵਿਊ ਤੇ ਅਜੇ ਹੋਣੇ ਜੇ ਕੋਈ ਨਹੀਂ ਗਏ ਹੁਣ ਇੱਥੇ। ਤੇ ਹੁਣ ਮੌਸਮ ਦੇਖੋ, ਅੱਜ ਤੁਸੀਂ ਦੇਖੋ ਪੂਰੀ ਗਰਮੀ। ਹੁਣ ਗਰਮੀਆਂ 'ਚ ਕਿੱਥੇ ਵਿਆਹ ਹੋਣੇ? ਨਹੀਂ ਠੀਕ ਹੈ, ਪੂਰੀ ਗਰਮੀ ਸੰਧਾਲੀਆ ਸਾਹਿਬ ਇੰਨੀ ਕੁ ਚਾਹੀਦੀ ਵੀ ਹੈ। ਵੈਸੇ ਜੇ ਘਰੋਂ ਬਾਹਰ ਨਿਕਲੋ ਉਹਦੇ ਤੋਂ ਬਾਅਦ ਜੇ ਘਾਹ ਘੂ ਤੁਹਾਨੂੰ ਵੱਢਣਾ ਪਵੇ, ਇੱਥੇ ਮਾੜਾ ਮੋਟਾ ਆਲੇ ਦੁਆਲੇ ਕੋਈ ਦਰਖਤ ਛਾਂਗੋਂ ਜਿੱਦਾਂ ਬਾਕੀ ਸਾਰੇ ਛਾਂਗਦੇ, ਫਿਰ ਤੁਹਾਨੂੰ ਪਤਾ ਲੱਗੇ ਹਵਾ ਅਜੇ ਵੀ ਠੰਡੀ ਹੈ। ਨਹੀਂ ਹਵਾ ਠੀਕ ਹੈ ਆਪਣੀ ਥਾਂ ਦੇ ਉੱਪਰ। ਪਰ ਮੈਂ ਤਾਂ ਕਹਿਣਾ ਇਹ ਨਾ ਮਤਲਬ ਸਟੇਟਮੈਂਟ ਜਦੋਂ ਸ਼ੁਰੂ 'ਚ ਮੇਰਾ ਖਿਆਲ ਆਪਾਂ ਇਕੱਠੇ ਜਦੋਂ ਇੱਥੇ ਵੜੇ ਹਾਂ ਕੈਲਗਰੀ ਵਾਲੇ ਪਾਸੇ ਨੂੰ, ਬੜੇ ਬੰਦਿਆਂ ਨੇ ਆਖਣਾ ਯਾਰ ਗੁਰੂ ਠੰਡ ਬੜੀ ਆ। ਯਾਰ ਇਹ ਕਾਹਦੀ ਠੰਡ ਆ? ਹੈਂ, ਤੁਹਾਨੂੰ ਠੰਡ ਨਹੀਂ ਲੱਗਦੀ? ਯਾਰ ਇੰਨੀ ਤਾਂ ਠੰਡ ਆ। ਤੇ ਹੁਣ ਮੈਨੂੰ ਲੱਗਦਾ ਵੀ -40-45 ਵੇਖ ਕੇ ਹੁਣ ਅੱਜ ਮੇਰੇ ਖਿਆਲ 12-13 ਡਿਗਰੀ ਟੈਂਪਰੇਚਰ ਤੇ ਆਪਾਂ ਨੂੰ ਗਰਮੀ ਲੱਗਣ ਡਈ। ਨਹੀਂ, ਐਂ ਲੱਗਦਾ ਸੀ ਕਿ ਭਾਈ ਆ ਇੰਨਾ ਕੁ ਟੈਂਪਰੇਚਰ ਤਾਂ ਚਾਹੀਦਾ, ਹਾਂ ਰਹਿਣਾ ਚਾਹੀਦਾ। ਲੋਕਾਂ ਨੇ ਹੁਣ ਘਾਹ ਘੂ ਮਾੜਾ ਜਿਹਾ ਫੋਲ ਫਾਲ ਕੇ ਉਹਨੂੰ ਖਾਦ ਖੂਦ ਪਾ ਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਮਹੀਨਾ ਖਰਾ ਹੋਈ ਜਾਵੇ। ਹਾਂ ਨਹੀਂ ਹੁਣ ਤਾਂ ਵੈਸੇ ਲਗਭਗ ਹੋਣ ਲੱਗ ਪਿਆ ਕਿ ਸੋ ਇਹ ਕਹਿਣ ਤੋਂ ਭਾਵ ਇਹ ਹੈ ਜੀ ਕਿ ਵੀ ਕੈਨੇਡਾ ਵਾਲੇ ਪਾਸੇ ਵੀ ਹੁਣ ਹੌਲੀ ਹੌਲੀ ਗਰਮੀਆਂ ਆਉਣ ਲੱਗ ਪਈਆਂ। ਔਰ ਜਿੱਦਾਂ ਇਹ ਇੱਥੇ ਕਹਿੰਦੇ ਵੈਦਰ ਦਾ ਪਤਾ ਕੋਈ ਨਹੀਂ ਲੱਗਦਾ ਹੁੰਦਾ, ਹੁਣ ਤੱਕ ਦੇ ਹਿਸਾਬ ਨਾਲ ਇੱਦਾਂ ਕੱਲ੍ਹ ਦਾ ਪਤਾ ਕੋਈ ਨਹੀਂ। ਕੱਲ੍ਹ ਦਾ ਪਤਾ ਕੋਈ ਨਹੀਂ। ਚਲੋ ਬਾਕੀ ਸੰਧਾਲੀਆ ਸਾਹਿਬ ਕੱਲ੍ਹ ਦਾ ਤਾਂ ਕਿਸੇ ਦਾ ਵੀ ਨਹੀਂ ਪਤਾ ਜੇ ਆਪਾਂ ਦੇਖੀਏ, ਕਿਉਂਕਿ ਬੰਦਾ ਵੈਸੇ ਹੀ ਮਾਣ ਹੀ ਕਰਦਾ ਹੁੰਦਾ ਯੋਜਨਾਵਾਂ 5 ਸਾਲਾਂ 10 ਸਾਲਾਂ 15 ਸਾਲਾਂ ਯੋਜਨਾਵਾਂ। ਇੱਥੇ ਵੀ ਬੰਦਾ ਘਰ ਲੈਂਦਾ ਤਾਂ 35 ਸਾਲ ਕਿਸ਼ਤਾਂ ਦੇਣੀਆਂ ਹੁੰਦੀਆਂ, ਤਾਂ ਪਤਾ 35 ਸਕਿੰਟ ਦਾ ਨਹੀਂ ਕਿਸੇ ਦਾ। ਇਸ ਕਰਕੇ ਥੋੜ੍ਹਾ ਜਿਹਾ ਹਿਸਾਬ ਜਿਹਾ ਲਾ ਕੇ ਹੀ ਜਾਣੀ। ਮੈਨੂੰ ਤਾਂ ਕਦੇ ਕਦੇ ਐਂ ਵੀ ਲੱਗਦਾ ਹੁੰਦਾ ਕਿ ਚਾਹੇ ਕੋਈ ਬੰਦਾ ਪੰਜਾਬ ਦੇ ਪਿੰਡ 'ਚ ਬੈਠਾ, ਚਾਹੇ ਕੈਨੇਡਾ ਦੇ ਵਿੱਚ ਬੈਠਾ, ਹਰ ਸਮੇਂ ਉਹਨੂੰ ਕਮੀ ਨਹੀਂ ਲੱਭਣੀ ਚਾਹੀਦੀ, ਹਰ ਸਮੇਂ ਉਹਨੂੰ ਇਤਰਾਜ਼ ਨਹੀਂ ਕਰਨੇ ਚਾਹੀਦੇ, ਹਰ ਸਮੇਂ ਇਸ ਗੱਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੇਰੇ ਕੋਲ ਆਹ ਹੈ ਨਹੀਂ, ਜੇ ਇੱਦਾਂ ਹੁੰਦਾ ਤਾਂ ਚੰਗਾ ਸੀ। ਜਿਹੜੀ ਚੀਜ਼ ਹੈਗੀ ਹੈ, ਕਦੀ ਅੱਧਾ ਘੰਟਾ ਪੌਣਾ ਘੰਟਾ 1 ਘੰਟਾ ਉਹਦਾ ਵੀ ਆਨੰਦ ਮਾਣੋ। ਕਿਤੇ ਮਾੜੀ ਮੋਟੀ ਠੰਡੀ ਹਵਾ ਚੱਲਦੀ ਹੈ, ਬਾਹਰਲੇ ਪਾਸੇ ਬੈਠੋ, ਭਾਵੇਂ ਟੋਪੀ ਲੈ ਕੇ ਬਹਿ ਜਾਓ, ਕੋਈ ਕੱਪੜਾ ਲੀੜਾ ਲੈ ਕੇ ਬਹਿ ਜਾਓ, ਆਲੇ ਦੁਆਲੇ ਦੇਖੋ ਭਾਈ ਕੁਦਰਤ ਦੇ ਰੰਗ ਨਿਆਰੇ ਆ। ਗੱਲ ਠੀਕ ਆ, ਪਰ ਇੱਕ ਗੱਲ ਤੇ ਮੰਨਣੀ ਪਊਗੀ, ਆਪਾਂ ਕਈ ਵਾਰ ਇਸ ਚੀਜ਼ ਦਾ ਇੱਥੇ ਵੀ ਆਪਣੇ ਭਾਈਚਾਰੇ ਦੇ ਵਿੱਚ ਉਜਰ ਕਰਦੇ ਹੁੰਦੇ ਹਾਂ। ਉਜਰ ਕਿਹਾ ਮੈਂ, ਇਤਰਾਜ਼ ਨਹੀਂ ਬਹੁਤਾ ਕਿਹਾ। ਉਹ ਇਹ ਆ ਵੀ ਮਤਲਬ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਨੂੰ ਹੁੰਦਾ ਵੀ ਯਾਰ ਸ਼ਨੀ ਐਤਵਾਰ ਆ ਗਿਆ ਵੀ ਕੁਛ ਨਾ ਕੁਛ ਕੋਈ ਦੁਨੀਆ ਦੇ ਰੰਗ ਤਮਾਸ਼ੇ ਵੇਖੀਏ, ਵੀ ਬਾਹਰ ਕਿੱਦਾਂ ਹਰਾ, ਕੋਈ ਪਹਾੜੀ, ਕੋਈ ਝਰਨਾ, ਕੋਈ ਦਰਿਆ, ਹੈ ਨਾ। ਆਪਾਂ ਨੂੰ ਹੁੰਦਾ ਵੀ ਯਾਰ ਅੱਛਾ ਉਹ ਸ਼ਨੀਵਾਰ ਨੂੰ ਤਾਂ ਯਾਰ ਇੰਨੇ ਵਜੇ ਫਲਾਣੇ ਦੇ ਪ੍ਰੋਗਰਾਮ ਆ, ਸ਼ਾਮ ਨੂੰ ਫਲਾਣੇ ਦੇ ਪ੍ਰੋਗਰਾਮ, ਐਤਵਾਰ ਤੇ ਯਾਰ ਸਵੇਰੇ ਤੜਕੇ ਉੱਧਰ ਹਾਜ਼ਰੀ ਲਾਉਣੀ ਪੈਣੀ ਆ, ਦੁਪਹਿਰੇ ਉੱਥੇ ਤੇ ਸ਼ਾਮ ਨੂੰ ਉੱਥੇ। ਤੇ ਜਦੋਂ ਬੰਦਾ ਕਹਿੰਦਾ ਚੱਲ ਯਾਰ ਸੋਮਵਾਰ ਤੇ ਫਿਰ ਮੈਂ ਕੰਮ ਤੇ ਜਾਣਾ ਨਾ, ਉਹਦੇ ਮੇਰੇ ਕੋਲ ਟਾਈਮ ਹੈ ਹੀ ਨਹੀਂ। ਮਤਲਬ ਇਹ ਜਿਹੜੀਆਂ ਉਲਝਣਾਂ ਜਿਹੜੀਆਂ ਆਪਣੇ ਕੋਲ ਸੀਗੀਆਂ ਵੀ ਵੀਕਐਂਡ ਦੇ ਹਿਸਾਬ ਨਾਲ, ਉਹ ਵੀ ਆਪਾਂ ਉੱਥੇ ਫਸਾ ਲਈਆਂ। ਤੇ ਫਿਰ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ। ਥੋੜ੍ਹਾ ਜਿਹਾ ਤਾਂ ਐਡਜਸਟ ਕਰਨਾ ਪਊਗਾ ਸੰਧਾਲੀਆ ਸਾਹਿਬ, ਨਹੀਂ ਤਾਂ ਔਖਾ ਹੋ ਜਾਂਦਾ। ਆਪਾਂ ਪਿਛਲੇ ਦਿਨ ਹੀ ਗੱਲ ਕਰਦੇ ਸੀਗੇ ਕਿ ਭਾਈ ਰੁਪਈਆਂ ਦਾ ਕੀ ਫਾਇਦਾ, ਕਾਰੋਬਾਰਾਂ ਦਾ ਕੀ ਫਾਇਦਾ ਜੇ ਦਵਾਈ ਖਾ ਕੇ ਨੀਂਦ ਆਉਂਦੀ ਆ। ਇਸ ਕਰਕੇ ਥੋੜ੍ਹਾ ਜਿਹਾ ਕਿ ਨੀਂਦ ਤੁਹਾਨੂੰ ਆਰਾਮ ਨਾਲ ਆਵੇ, ਥੋੜ੍ਹਾ ਜਿਹਾ ਆਪਦੀ ਸਰੀਰਕ ਤੌਰ ਦੇ ਉੱਤੇ ਕਸਰਤ ਦੇ ਲਈ, ਸਿਹਤ ਦੇ ਲਈ, ਕੀ ਖਾਣਾ ਪੀਣਾ ਉਹਦੇ ਲਈ, ਕਿਤੇ 4 ਬੰਦੇ ਜਾਂ ਬੀਬੀਆਂ ਇਕੱਠੀਆਂ ਹੋਣ ਤਾਂ ਘਰਾਂ ਦੀ ਕੀਮਤ ਤੋਂ, ਰੀਅਲ ਸਟੇਟ ਤੋਂ, ਹੋਰ ਚੀਜ਼ਾਂ ਤੋਂ ਉਰੇ ਪਰੇ ਹੋ ਕੇ ਵੀ ਗੱਲ ਕਰੀਏ। ਸਾਡੀਆਂ ਗੱਲਾਂ ਦਾ ਵਿਸ਼ਾ ਹੀ ਉਹ ਰਹਿ ਗਿਆ। ਨਹੀਂ ਉਹ ਤਾਂ ਇਹ ਆ ਵੀ ਜੇ ਆਸੇ ਪਾਸੇ ਦਾ ਵਿਸ਼ਾ ਕੋਈ ਚੱਲਦਾ ਰਹੇ, 5 ਮਿੰਟ ਬਾਅਦ ਜਦੋਂ ਯਾਦ ਨਾ ਹੁਣ ਹੋਰ ਕੋਈ ਵਿਸ਼ਾ ਰਿਹਾ ਨਹੀਂ, ਤੇ ਫਿਰ ਇੱਕ ਸਵਾਲ ਹੁੰਦਾ ਘਰਾਂ ਦਾ ਹੁਣ ਕਿੱਦਾਂ ਜੀ ਫਿਰ ਅੱਗੇ ਨਾਲੋਂ। ਹੁਣ ਇਹ ਨਹੀਂ ਸਮਝ ਆਈ ਕਹਾਣੀ ਵੀ ਮਤਲਬ ਇਹ ਘਰ ਜਿਹੜਾ ਉਹ ਏਡੀ ਵੱਡੀ ਆਪਾਂ ਮੁਸ਼ਕਿਲ ਕਿਉਂ ਬਣਾ ਲਈ ਹੈ। ਤੇ ਜਿਹੜੇ ਲੋਕਾਂ ਦੇ ਦੇਸ਼ 'ਚ ਰਹਿੰਦੇ ਆ ਉਹਦੇ 'ਚੋਂ ਆਪਾਂ ਬਹੁਤਾ ਕਰਕੇ ਵੇਖਦੇ ਹਾਂ, ਕਹਿੰਦੇ ਨਹੀਂ ਯਾਰ ਇਹ ਤਾਂ ਲੈਂਦੇ ਨਹੀਂ ਘਰ ਗੁਰੂ, ਕਹਿੰਦਾ ਕੋਈ ਗੱਲ ਨਹੀਂ ਕਿਰਾਏ 'ਤੇ ਅੱਜ ਇੱਥੇ ਰਹੇ 2 ਸਾਲ, ਫਿਰ ਮੁੜ ਕੇ ਅਗਲੇ ਸ਼ਹਿਰ ਜਾ ਵੜਾਂਗੇ। ਤੁਸੀਂ ਇਹ ਵੀ ਦੇਖੋ ਸੰਧਾਲੀਆ ਸਾਹਿਬ, ਕਿਹੜਾ ਪੈਸੇ ਦੇ ਕੇ ਘਰ ਖਰੀਦਣਾ, ਇੰਨੇ ਕੁ ਦੇਣੇ ਆ, ਇੰਨੀਆਂ ਕੁ ਦੀਆਂ ਕਿਸ਼ਤਾਂ ਕਰਨੀਆਂ। ਹਾਂ, ਫਿਰ ਤੁਸੀਂ ਕਿਸ਼ਤ 20 ਸਾਲ ਦੇਣੀ ਆ, 25 ਦੇਣੀ ਆ ਕਿ 30 ਸਾਲ ਦੇਣੀ ਆ, ਰੌਲਾ ਕਾਹਦਾ? ਮਤਲਬ ਹੈ ਤੇ ਉਹ ਕਿਰਾਇਆ ਹੀ, ਇੱਕ ਕਿਰਾਇਆ ਹੀ ਆ। ਵੀ ਇੱਕ ਹੋਰ ਵੀ ਆ ਕਿ ਮੈਂ ਦੇਖਦਾ ਸੀ ਕਿ ਫੇਸ ਇੰਪ੍ਰੈਸ਼ਨ ਜਿਹੜੇ ਆ ਨਾ, ਮੂੰਹ ਦੇ ਹਾਵ ਭਾਵ, ਚਿਹਰੇ ਦੇ ਹਾਵ ਭਾਵ, ਜੇ ਤਾਂ 2 ਹੀ ਸਟੇਟਮੈਂਟਾਂ ਹੁੰਦੀਆਂ, ਘਰ ਬੜੇ ਭੈਣ ਜੀ ਮਹਿੰਗੇ ਹੋ ਗਏ, ਆਹੋ ਭੈਣ ਜੀ ਅੱਗ ਲੱਗੀ ਪਈ ਜੀ, ਹੁਣ ਘਰ ਸਸਤੇ ਹੋ ਗਏ, ਹਾਂ ਵੀ ਸਸਤੇ ਹੋ ਗਏ, ਯਾਨੀ ਫਰਕ ਕੋਈ ਨਹੀਂ ਅਰੇ ਚਲੋ ਤੁਸੀਂ ਕਹਿਣਾ ਵੀ ਯਾਰ ਹੋ ਸਕਦਾ ਸਾਡੀਆਂ ਇਹ ਗੱਲਾਂ, ਜਿਹੜਾ ਬੰਦਾ ਕੈਨੇਡਾ ਵੱਸਦਾ ਉਹ ਤਾਂ ਥੋੜ੍ਹਾ ਬਹੁਤ ਸੋਚਦਾ ਹੋਵੇ ਵੀ ਯਾਰ ਗੱਲਾਂ ਠੀਕ ਨੇ। ਕੈਨੇਡਾ ਤੋਂ ਬਾਹਰਲਾ ਬੰਦਾ ਕਹਿੰਦਾ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ, ਸਾਨੂੰ ਇੱਥੇ ਆਪਣਾ ਪਿਆ, ਅਜੇ ਤੱਕ ਇੱਧਰ ਅਪ੍ਰੈਲ ਮੁੱਕਣ ਵਾਲਾ ਹੋ ਗਿਆ, ਅਜੇ ਤੱਕ ਚੰਗੀ ਤਰ੍ਹਾਂ ਗਰਮੀ ਨਹੀਂ ਪੈਣ ਡਈ, ਕਦੀ ਗੜੇ ਪੈ ਜਾਂਦੇ, ਕਦੀ ਮੀਂਹ ਪੈਣ ਲੱਗ ਪੈਂਦਾ, ਮਸਾਂ ਐਤਕੀ ਰੱਬ ਕਰਕੇ ਤੇ ਕਣਕ ਸਾਂਭੀ ਆ, ਉਹਦੇ ਵਿੱਚੋਂ ਵੀ ਉਹ ਵੈਲਿਊ ਕੱਟ ਤੇ ਹੋਰ ਪਤਾ ਨਹੀਂ ਕਈ ਕੁਛ ਜਿਹੜੇ ਕੱਟ ਲਾ ਕੇ। ਪੰਜਾਬ ਦੇ ਹਿਸਾਬ ਨਾਲ ਗੱਲ ਕਰਦਾ, ਹੁਣ ਕਹਿੰਦੇ ਆ ਵੀ 90% ਦੇ ਕਰੀਬ ਜਿਹੜੀ ਕਣਕ ਆ ਉਹਦੇ 'ਤੇ ਉਹ ਜਿਹੜਾ ਦਾਗੀ ਜਾਂ ਲਸਟਰ ਲੋਸ ਜਾਂ ਜੋ ਵੀ ਸਰਕਾਰਾਂ ਨੇ ਨਾਂ ਰੱਖਿਆ ਸੀ ਉਹ ਹੋਇਆ।
ਤੇ ਉਹਦੇ ਜਿਹੜੇ ਕੱਟ-ਕੁੱਟ ਦੇ ਪੈਸੇ ਉਹ ਹੁਣ ਪੰਜਾਬ ਸਰਕਾਰ ਦੇਣ ਲੱਗ ਪਈ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਕੁਦਰਤ ਦੀ ਮਾਰ ਪਈ ਹੈ। ਮੀਂਹ, ਗੜੇ, ਹਨੇਰੀ, ਤੂਫਾਨ, ਸਾਰਾ ਕੁਝ ਕੁਦਰਤ ਨੇ ਭੇਜਿਆ, ਆਪਾਂ ਸਹਿਣ ਕੀਤਾ, ਉਹਦੇ ਕਰਕੇ ਇਹ ਨੁਕਸਾਨ ਹੋਇਆ। ਦੂਸਰਾ, ਹੁਣ ਜਿਹੜਾ ਸ਼ੰਕਾ ਹੈ ਕਿ ਕਈ ਪਛੇਤੀਆਂ ਕਣਕਾਂ, ਕਿਉਂਕਿ ਅਜੇ ਅਪ੍ਰੈਲ ਹੀ ਆ, ਆਮ ਤੌਰ ਦੇ ਉੱਤੇ 13 ਅਪ੍ਰੈਲ ਦੀ ਵਿਸਾਖੀ ਹੁੰਦੀ ਹੈ ਤਾਂ ਵਾਢੀ ਉਦੋਂ ਸ਼ੁਰੂ ਹੁੰਦੀ ਸੀ ਵੈਸੇ। ਹੁਣ 13 ਤੋਂ ਲੈ ਕੇ ਹਫ਼ਤੇ ਦਾ ਡੇਢ ਵੀ ਨਹੀਂ, ਪੌਣੇ 2 ਵੀ ਨਹੀਂ ਹੋਏ ਅਜੇ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਵਾਢੀ ਅਜੇ ਚੱਲਦੀ ਹੈ ਜਿੱਥੇ ਕਣਕ ਪਛੇਤੀ ਹੈ। ਹੁਣ ਫਿਰ 4 ਦਿਨ ਮੌਸਮ ਗੜਬੜ ਦੱਸਿਆ, ਫਿਰ 4 ਦਿਨ ਦੱਸਿਆ ਕਿ ਹੋ ਸਕਦਾ ਕਿ ਮੀਂਹ ਪਵੇ, ਹਨੇਰੀ ਆਵੇ, ਤੂਫਾਨ ਆਵੇ, ਕਿਤੇ ਨਾ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ। ਸੋ ਪਛੇਤੀਆਂ ਕਣਕਾਂ ਨੂੰ ਵੀ ਨੁਕਸਾਨ ਹੋ ਸਕਦਾ। ਬਾਬਾ ਥੋੜ੍ਹੀ ਜਿਹੀ ਸੁੱਖ ਰੱਖੇ ਤਾਂ ਚੰਗਾ। ਦੂਸਰਾ, ਜੇ ਮੰਨ ਲਓ ਖੇਤਾਂ 'ਚੋਂ ਕਣਕ ਚੱਕੀ ਵੀ ਗਈ ਆ, ਜਿੱਦਾਂ ਤੁਸੀਂ ਸਟੇਟਮੈਂਟ ਦਿੱਤੀ ਕਿ ਭਾਈ ਕਣਕਾਂ ਸਾਂਭੀਆਂ ਗਈਆਂ, ਖੇਤਾਂ 'ਚੋਂ ਸਾਂਭੀਆਂ ਗਈਆਂ ਸੰਧਾਲੀਆ ਸਾਹਿਬ, ਮੰਡੀ 'ਚ ਨਹੀਂ ਸਾਂਭੀਆਂ ਗਈਆਂ। ਜੇ ਮੰਡੀ 'ਚੋਂ ਵੀ ਸਾਂਭੀਆਂ ਗਈਆਂ ਤਾਂ ਖੁੱਲੇ ਅਸਮਾਨ ਦੇ ਹੇਠਾਂ ਗੋਡਾਊਨ ਦੇ ਅੰਦਰ, ਜਿਹੜੇ ਕਿ ਓਪਨ ਗੋਡਾਊਨ ਨੇ, ਉੱਥੇ ਪਈ ਹੈ ਕਣਕ। ਜੇ ਉੱਥੇ ਤਰਪਾਲਾਂ ਪਾਉਣੀਆਂ, ਉਹਨਾਂ ਨੂੰ ਚੰਗੇ ਤਰੀਕੇ ਬੰਨਣਾ, ਤੇ ਜੇ ਇੱਕ ਵਾਰੀ ਮੀਂਹ ਪੈ ਗਿਆ, ਪਾਣੀ ਵਿੱਚ ਦੀ ਫਿਰ ਗਿਆ, ਤਾਂ ਕਣਕ ਖਾਣ ਜੋਗੀ ਨਹੀਂ ਰਹਿਣੀ। ਇਸ ਕਰਕੇ ਬਾਬਾ ਕਰੇ ਸਾਨੂੰ 15 ਕੁ ਦਿਨ ਅਜੇ ਦਵੇ, ਸਾਡਾ ਅਨਾਜ ਜਿਹੜਾ ਸਾਰਾ ਸਾਲ ਭਾਰਤ ਦੇ ਲੋਕਾਂ ਨੇ ਖਾਣਾ ਹੈ, ਵੱਖ-ਵੱਖ ਸੂਬਿਆਂ ਦੇ ਲੋਕਾਂ ਨੇ ਖਾਣਾ ਹੈ, ਉਹ ਅਨਾਜ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹਦਾ ਬਚ ਬਚਾਅ ਹੋ ਸਕੇ। ਦੂਸਰਾ, ਆ ਜਿਹੜਾ ਤੁਸੀਂ ਕਿਹਾ ਸੀ ਕਿ 90% ਦੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਆਣ ਕੇ ਦੇਖਿਆ ਸੀ ਕਿ ਭਾਈ ਕਣਕ ਤਾਂ ਥੋੜ੍ਹੀ ਜਿਹੀ ਦੜੀ ਜਿਹੀ ਰਹਿ ਗਈ ਹੈ, ਕਣਕ ਦੇ ਦਾਣੇ ਦਾ ਆਕਾਰ ਛੋਟਾ ਰਹਿ ਗਿਆ, ਉਹਦਾ ਰੰਗ ਥੋੜ੍ਹਾ ਜਿਹਾ ਬਦਰੰਗ ਹੋ ਗਿਆ। ਹੁਣ ਉਹਦੇ ਵਿੱਚੋਂ ਉਹਨਾਂ ਨੇ ਦੱਸ ਦਿੱਤਾ ਸੀ ਕਿ ਇੰਨੀ ਕੁ ਛੋਟ ਦੇ ਦਾਂਗੇ, ਖਰੀਦ ਲਵਾਂਗੇ, ਪਰ ਉਹਦੇ ਪੈਸੇ ਘੱਟ ਦੇਵਾਂਗੇ। ਜਾਣੀ ਕਿ ਜੇ ਤੁਹਾਡੀ ਕਣਕ ਖਰਾਬ ਨਿਕਲੀ ਹੈ, ਕੇਂਦਰ ਦੀ ਸਰਕਾਰ ਨੇ ਖਰੀਦ ਸਾਰੀ ਲੈਣੀ ਹੈ, ਪਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਤੁਹਾਡੀ ਕਣਕ ਇੰਨੀ ਜ਼ਿਆਦਾ ਖਰਾਬ ਸੀ ਕਿ ਭਾਈ ਉਹਦੇ ਵਿੱਚੋਂ ਹੁਣ ਪ੍ਰਤੀ ਕੁਇੰਟਲ ਤੁਹਾਨੂੰ ਇੰਨੇ ਪੈਸੇ ਅਸੀਂ ਘੱਟ ਦੇਣੇ ਆ। ਰੌਲਾ ਪੈ ਗਿਆ ਕਿ ਭਾਈ ਕਿਸਾਨ ਦਾ ਕੀ ਕਸੂਰ ਹੈ? ਇੱਕ ਤਾਂ ਝਾੜ ਘੱਟ ਨਿਕਲਿਆ, ਦੂਜਾ ਜਿਹੜੀ ਕਣਕ ਵਿਕੀ ਵੀ ਆ ਉਹਦੇ ਪੈਸੇ ਘੱਟ ਮਿਲਣਗੇ, ਜਾਣ ਕਿਹਦੇ ਕੋਲ, ਕਿਹਦੇ ਅੱਗੇ ਜਾ ਕੇ ਕੀਰਨੇ ਪਾਉਣ। ਤੇ ਫਿਰ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਚਲੋ ਕੋਈ ਨਹੀਂ, ਕੇਂਦਰ ਖਰੀਦੇ, ਜਿੰਨਾ ਮੁੱਲ ਕੇਂਦਰ ਦਊ ਤੇ ਜਿੰਨਾ ਮੁੱਲ ਕਿਸਾਨ ਨੂੰ ਮਿਲਣਾ ਚਾਹੀਦਾ ਸੀ ਘੱਟੋ ਘੱਟ MSP ਦੇ ਨਾਲ, ਉਹਦੇ ਵਿਚਾਲੇ ਵਾਲਾ ਜਿਹੜਾ ਵਿੱਥ ਹੈ ਉਹ ਅਸੀਂ ਪੂਰੀ ਕਰ ਦਿਆਂਗੇ। ਤੇ ਹੁਣ ਪੰਜਾਬ ਦੀ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ 100 ਕਰੋੜ ਦੇ ਕਰੀਬ ਰੁਪਈਆ ਉਸ ਗੈਪ ਨੂੰ ਫਿਲ ਕਰਨ ਦੇ ਲਈ, ਜਿਹੜਾ ਕੇਂਦਰ ਨੇ ਘੱਟ ਦੇਣਾ ਤੇ ਪੰਜਾਬ ਦੇ ਕਿਸਾਨ ਨੂੰ ਵੱਧ ਚਾਹੀਦਾ, ਉਹਨੂੰ ਫਿਲ ਕਰਨ ਦੇ ਲਈ ਕਹਿੰਦੇ ਅਸੀਂ ਜਾਰੀ ਵੀ ਕਰਤਾ। ਬਾਕੀ ਜਿੱਦਾਂ ਜਿੱਦਾਂ ਮੰਡੀਆਂ 'ਚੋਂ ਕਣਕ ਵਿਕੀ ਜਾਂਦੀ ਅਸੀਂ ਪੈਸੇ ਦੇ ਦਿਆਂਗੇ। ਚੰਗੀ ਗੱਲ ਹੈ ਵੈਸੇ ਤਾਂ, ਇਹ ਚੰਗੀ ਗੱਲ ਹੈ, ਪਰ ਮੈਨੂੰ ਲੱਗਦਾ ਇਹਦੇ 'ਚ ਇੱਕ ਝੋਲ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਨਿਕਲੇ, ਕਿਉਂਕਿ ਜਦੋਂ ਇਹ ਸਾਰੀ ਗੱਲਬਾਤ ਹੋਊਗੀ, ਸਰਕਾਰ ਦਾਅਵਾ ਕਰੂਗੀ ਵੀ ਦੇਖਿਆ ਜੀ ਕੇਂਦਰ ਸਰਕਾਰ ਨੇ ਤੇ ਪੈਸੇ ਵੀ ਨਾ ਦਿੱਤੇ ਤੇ ਕਿਸਾਨਾਂ ਤੇ ਬੋਝ ਪਾਇਆ, ਫਿਰ ਅਸੀਂ ਆਏ ਸਾਹਮਣੇ ਕਿਉਂਕਿ ਤੁਹਾਡੀ ਆਪਣੀ ਸਰਕਾਰ ਹੈ, ਅਸੀਂ ਪੱਲਿਓਂ ਦਿੱਤੇ ਜੀ ਪੈਸੇ। ਕਿਉਂਕਿ ਪਿਛਲੇ ਦਿਨ ਇੱਕ ਖਬਰ ਉੱਡਦੀ ਜੀ ਆਈ ਸੀ ਵੀ ਸ਼ਾਇਦ ਕੇਂਦਰ ਸਰਕਾਰ ਉਹ ਕੱਟ ਨਾ ਲਾਵੇ, ਇਹ ਚਰਚਾ ਸੀਗੀ, ਕਿਉਂਕਿ ਮੇਰਾ ਖਿਆਲ ਹਰਿਆਣੇ ਵਾਲੀ ਸਰਕਾਰ ਨੇ ਵੀ ਕਹਿ ਦਿੱਤਾ ਸੀ ਵੀ ਅਸੀਂ ਕੋਲੋਂ ਪੈਸੇ ਦੇ ਦਿਆਂਗੇ। ਹੁਣ ਜੇ ਉਹ ਕੱਟ ਵਾਕਈ ਕੇਂਦਰ ਸਰਕਾਰ ਨਹੀਂ ਲਾਉਂਦੀ, ਕੱਲ੍ਹ ਨੂੰ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਸਿਆਸਤ ਚੱਲਣੀ ਹੈ ਗਾਂ 24 ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਤੇ ਕੰਮ ਪੂਰਾ ਚੱਲ ਪੈਣਾ, ਉਹ ਤਾਂ ਕਿਸੇ ਸਟੇਜ ਤੇ ਹੋ ਸਕਦਾ ਵੀ ਇੱਕ ਪਾਰਟੀ ਦਾਅਵਾ ਕਰੇ ਦੇਖਿਆ ਫਿਰ ਅਸੀਂ ਦਿੱਤੇ ਪੈਸੇ, ਦੂਜੇ ਕਹਿਣ ਤੁਸੀਂ ਕਿੱਥੋਂ ਦਿੱਤੇ, ਉਹ ਤਾਂ ਸਾਡੀ ਸਰਕਾਰ ਨੇ ਮਾਫ ਕਰਤੇ ਸੀ। ਉਹਦਾ ਤਾਂ ਉਦੋਂ ਤੱਕ ਲੋਕਾਂ ਨੂੰ ਫਿਰ ਉਹ ਭੰਬਲ ਭੂਸਾ ਜਿਹਾ ਰਹੇ ਵੀ ਯਾਰ ਹੁਣ ਮੰਨੀਏ ਕਿ ਇਹਦੀ ਵੀ ਕੌਣ ਸੱਚਾ ਦੋਵਾਂ 'ਚੋਂ। ਨਹੀਂ, ਗੱਲ ਤੁਹਾਡੀ ਠੀਕ ਹੈ, ਮੈਂ ਤਾਂ ਕਹਿੰਦਾ ਦੇ ਦੇਣ ਨਾ ਮੰਨਣ, ਲੋਕਾਂ ਦੇ ਲੋਕਾਂ ਨੂੰ ਦੇ ਦੇਣ ਵੈਸੇ, ਮੰਨਣ ਨਾ ਮੰਨਣ। ਕਿਉਂਕਿ ਦੇਖੋ ਸੰਧਾਲੀਆ ਸਾਹਿਬ, ਘਰਾਂ ਦੀ ਡੈਕੋਰੇਸ਼ਨ ਵੀ ਤਾਂ ਕਰਾ ਹੀ ਲੈਣੀ ਆ, ਘਰਾਂ ਦੀ ਰੂਪ ਸੱਜਾ ਵੀ ਤਾਂ ਕਰਾ ਹੀ ਲੈਣੀ ਆ, ਸਹੀ ਗੱਲ, ਬਾਲਿਆਂ ਦੀ ਜਗ੍ਹਾ ਦੇ ਉੱਤੇ ਲੈਂਟਰ ਵੀ ਤਾਂ ਪੈ ਹੀ ਜਾਣੇ ਆ, ਸੀਮੈਂਟ ਦਾ ਫਰਸ਼ ਉਖਾੜ ਕੇ ਵੀ ਤਾਂ ਸੰਗਮਰਮਰ ਲੱਗ ਹੀ ਜਾਣਾ। ਹੁਣ ਰਸੋਈ ਆ, ਰਸੋਈ 'ਚ ਉਬਲਣੀ ਤਾਂ ਚਾਹ ਆ, ਬਣਨੀ ਤਾਂ ਮੋਠਾਂ ਦੀ ਦਾਲ ਆ, ਰਿੱਝਣੇ ਤਾਂ ਚੌਲ ਆ, ਤੇ ਉਹਦੇ ਉੱਤੇ ਤੁਸੀਂ ਕਰੋੜ ਲਾ ਲਓ ਚਾਹੇ ਲੱਖ ਲਾ ਲਓ, ਉਹਦੇ ਵਿੱਚੋਂ ਜੇ 4 ਪੈਸੇ ਲੋਕਾਂ ਨੂੰ ਮਿਲ ਜਾਣਗੇ ਕੋਈ ਮਾੜੀ ਗੱਲ ਨਹੀਂ ਹੈਗੀ। ਹਾਂ ਚਲੋ ਥੋੜ੍ਹਾ ਜਿਹਾ ਹੋਰ ਅੱਗੇ ਤੁਰਦੇ ਹਾਂ ਜੇ ਤੁਹਾਡੀ ਆਗਿਆ ਹੋਵੇ ਤਾਂ। ਨਹੀਂ ਆਗਿਆ, ਅਸੀਂ ਤੇ ਨਾਲ ਹੀ ਤੁਰੇ ਫਿਰਦੇ ਹਾਂ ਵਿਚਾਰੇ, ਇੱਦਾਂ ਦੇ ਵਿਚਾਰੇ। ਹਾਂ ਲਓ ਜੀ ਆ ਵਿਚਾਰੇ, ਤੁਸੀਂ ਟਿੱਪਣੀ ਕਰਿਓ ਵਿਚਾਰਿਆਂ ਤੇ। 10 ਮਈ ਤੱਕ ਤੇ ਅਸੀਂ ਵਿਚਾਰੇ ਹੀ ਜਦੋਂ ਤੱਕ ਇਲੈਕਸ਼ਨ ਦੇ ਨਤੀਜੇ ਹਾਂ 13 ਤੱਕ ਸਾਡੇ ਚੋਂ ਕੁਝ ਨੇ ਹੋਰ ਵਿਚਾਰੇ ਰਹਿਣਾ। ਜਾਣੀ ਆਮ ਲੋਕਾਂ ਦੀ ਤੌੜੀ 'ਚੋਂ ਦਾਲ ਖਾਂਦੇ ਹੋ, ਆਮ ਲੋਕਾਂ ਦੇ ਉਹ ਪਤੀਲੇ ਜਿਹੇ ਦੇ ਵਿੱਚੋਂ ਚਾਹ ਪੀਂਦੇ ਹੋ, ਆਮ ਲੋਕਾਂ ਦੇ ਨਲਕਾ ਗੇੜ ਕੇ ਤੁਸੀਂ ਪਾਣੀ ਦਾ ਘੁੱਟ ਭਰ ਲੈਂਦੇ ਆ। ਮੈਂ ਨਾ ਪੁੱਛੋ ਨਾ, ਮਤਲਬ ਆਮ ਲੋਕਾਂ ਦੇ ਨਿਆਣੇ ਚੁੱਕ ਚੁੱਕ ਕੇ ਖਿਡਾਉਣੇ ਪੈਂਦੇ ਇੱਥੇ, ਸਾਰੇ ਕਹਿੰਦੇ ਮੋਢੇ ਲਵੇੜ ਦਿੰਦੇ ਨੇ। ਚਲੋ ਸੰਧਾਲੀਆ ਸਾਹਿਬ, ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਪਿਛਲੇ ਤਕਰੀਬਨ 16 ਘੰਟੇ ਇੱਕ ਵਾਰ ਫੇਰ ਨੈਸ਼ਨਲ ਮੀਡੀਆ, ਪੰਜਾਬ ਦਾ ਮੀਡੀਆ, ਦੁਨੀਆ ਭਰ ਦਾ ਪੰਜਾਬੀ ਮੀਡੀਆ ਤੇ ਸੋਸ਼ਲ ਮੀਡੀਆ, ਸਾਰਿਆਂ ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਚਰਚੇ ਸੀ। ਮੈਂ ਸੋਚ ਰਿਹਾ ਸੀ, ਤੁਸੀਂ ਦੇਖੋ ਇੱਕ ਵਿਅਕਤੀ ਜਿਹੜਾ ਉਹਦੇ ਨਾਲ ਕਿੰਨਾ ਕੁਝ ਜੁੜਿਆ ਹੁੰਦਾ, ਮੇਰੇ ਨਾਲ ਵੀ, ਤੁਹਾਡੇ ਨਾਲ ਵੀ, ਸਾਡੇ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ, ਜਦੋਂ ਬੰਦਾ ਸਾਹਮਣੇ ਖਲੋਤਾ ਹੁੰਦਾ ਉਦੋਂ ਨਹੀਂ ਪ੍ਰਵਾਹ ਹੁੰਦੀ। ਹੁਣ ਜਦੋਂ ਬਾਦਲ ਸਾਹਿਬ ਦਾ ਜ਼ਿਕਰ ਆਉਣ ਲੱਗ ਪਿਆ ਸੀ, ਤੁਸੀਂ ਦੇਖੋ 47 ਚੇਤੇ ਆਈ ਜਦੋਂ ਸਰਪੰਚ ਬਣੇ ਆ,
ਉਹਦੇ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਲੱਗਾ, ਮੇਰੇ ਖਿਆਲ 58 ਜੇਲ੍ਹ ਗਏ। ਫਿਰ ਪੰਜਾਬੀ ਸੂਬਾ ਕਿੱਦਾਂ ਬਣਿਆ, ਕਿਹਨੇ ਮੋਰਚਾ ਲਾਇਆ, ਕਿੰਨੇ ਲੋਕ ਜੇਲ੍ਹਾਂ 'ਚ ਗਏ, ਉਹ ਚੇਤਾ ਆਇਆ। ਇੱਕ ਤਸਵੀਰ ਉਹਨਾਂ ਦੀ ਗਿਆਨੀ ਕਰਤਾਰ ਸਿੰਘ ਹੋਰਾਂ ਦੇ ਨਾਲ ਘੁੰਮਦੀ ਹੈ। ਗਿਆਨੀ ਕਰਤਾਰ ਸਿੰਘ ਹੋਰੀ ਜਿਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਪਣੀ ਜ਼ਮੀਨ ਦਾਨ ਕੀਤੀ ਤੇ ਉੱਥੇ ਅੱਜ ਕੱਲ੍ਹ ਸਰਕਾਰੀ ਕਾਲਜ ਬਣਿਆ ਉੜਮੁੜ ਟਾਂਡੇ 'ਚ। ਕਹਿੰਦੇ ਆ ਜੀ ਬਾਦਲ ਸਾਹਿਬ ਨੂੰ ਰਾਜਨੀਤੀ ਦੇ ਵਿੱਚ ਲਿਆਉਣ ਵਾਲੇ ਗਿਆਨੀ ਕਰਤਾਰ ਸਿੰਘ, ਉਹਨਾਂ ਦੇ ਨਾਲ ਇੱਕ ਦੋ ਹੀ ਤਸਵੀਰਾਂ ਨੇ ਵਿਲੱਖਣ ਜਿਹੀਆਂ, ਕਿਉਂਕਿ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ ਦੁਨੀਆ ਤੋਂ ਗਿਆ ਚਿਰ ਹੋ ਗਿਆ। ਉਹ ਪੁਰਾਣੇ ਸਿਆਸਤਦਾਨ ਜਿਹੜੇ ਬਾਦਲ ਸਾਹਿਬ ਨੂੰ ਸਿਆਸਤ 'ਚ ਲਿਆਏ ਪੁਰਾਣੇ ਹੀ ਨੇ। ਹੁਣ ਮੈਂ ਦੇਖ ਰਿਹਾ ਸੀ ਕਿ ਇੱਕ ਪਾਸੇ ਗਿਆਨੀ ਕਰਤਾਰ ਸਿੰਘ ਹੋਰੀਆਂ ਜਿਹੜੇ ਮੰਤਰੀ ਵੀ ਰਹੇ ਤੇ ਜਦੋਂ ਮੰਤਰੀ ਦੇ ਅਹੁਦੇ ਤੋਂ ਲਿਥ ਜਾਂਦੇ ਸੀ ਤਾਂ ਇੱਕ ਟਰੰਕ ਦੇ ਵਿੱਚ ਹੀ ਸਮਾਨ ਪਾ ਕੇ ਤੇ ਰਿਕਸ਼ੇ ਤੇ ਬੈਠ ਕੇ ਚੰਡੀਗੜ੍ਹੋਂ ਪਿੰਡ ਨੂੰ ਆ ਜਾਂਦੇ ਸੀ। ਗਿਆਨੀ ਕਰਤਾਰ ਸਿੰਘ ਹੋਰਾਂ ਦਾ ਜਦੋਂ ਜ਼ਿਕਰ ਚੱਲਦਾ ਤਾਂ ਇਹ ਜ਼ਿਕਰ ਚੱਲਦਾ ਕਿ ਜਿੰਨੀ ਵੀ ਉਹਨਾਂ ਦੇ ਪਰਿਵਾਰ ਦੀ ਜ਼ਮੀਨ ਸੀ, ਇਸ ਵੇਲੇ GT ਰੋਡ ਦੇ ਨਾਲ ਆ, ਜਲੰਧਰੋਂ ਪਠਾਨਕੋਟ ਜੰਮੂ ਸ਼੍ਰੀਨਗਰ ਨੂੰ ਜਾਈਏ ਤਾਂ ਉਹ ਸਾਰੀ ਜ਼ਮੀਨ ਸਰਕਾਰੀ ਕਾਲਜ ਲਈ ਦੇ ਦਿੱਤੀ। ਮਨ ਦੇ ਵਿੱਚ ਇਹ ਸੀ ਕਿ ਸਾਡੇ ਬੱਚੇ ਪੜ੍ਹਨ, ਸਾਡੇ ਇਲਾਕੇ ਦੇ ਬੱਚੇ ਪੜ੍ਹਨ, ਉਹ ਬੱਚੇ ਪੜ੍ਹਨਗੇ, ਨੌਕਰੀਆਂ ਦੇ ਉੱਤੇ ਲੱਗਣਗੇ ਤਾਂ ਇਲਾਕੇ ਨੂੰ ਫਾਇਦਾ। ਹੁਣ ਦੇਖੋ ਇੱਦਾਂ ਦੇ ਸਿਆਸਤਦਾਨ ਪੰਜਾਬ 'ਚ ਸੀ ਤੇ ਇਹ ਨਹੀਂ ਹੈ ਕਿ ਉਹ ਵੀ ਉਸੇ ਕੁਰਸੀ ਤੇ ਬਹਿੰਦੇ ਸੀ ਜਿੱਥੇ ਬਾਕੀ ਕੁਰਸੀ ਤੇ ਬਹਿੰਦੇ ਆ। ਹੁਣ ਉਹ ਬਾਦਲ ਸਾਹਿਬ ਨੂੰ ਰਾਜਨੀਤੀ 'ਚ ਲੈ ਕੇ ਆਏ, ਸਰਗਰਮ ਰਾਜਨੀਤੀ ਦੇ ਵਿੱਚ। ਬਾਦਲ ਸਾਹਿਬ ਮੁੜ ਕੇ 5 ਵਾਰੀ ਮੁੱਖ ਮੰਤਰੀ ਬਣਦੇ ਆ, 3 ਵਾਰੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣਦੇ ਆ, ਕੇਂਦਰ ਸਰਕਾਰ ਦੇ ਵਜ਼ੀਰ ਬਣਦੇ ਆ। ਹੁਣ ਉਪਲਬਧੀਆਂ ਤਾਂ ਬਹੁਤ ਨੇ ਬਾਦਲ ਸਾਹਿਬ ਦੀਆਂ, ਆਪਾਂ ਲੇਖੇ ਜੋਖੇ ਕਦੇ ਮੁੱਖ ਮੰਤਰੀ ਕਾਰਜਕਾਲ ਦੇ ਫੇਰ ਕਰਾਂਗੇ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਜਿਸ ਬੰਦੇ ਨੇ MLA ਦੀ ਇਲੈਕਸ਼ਨ ਵੀ ਆਖਰੀ ਹਾਰ ਲਈ ਸੀ, ਉੱਥੇ BJP ਦੇ ਪ੍ਰਧਾਨ JP ਨੱਡਾ ਸਾਹਿਬ ਸੰਸਕਾਰ ਤੇ ਆਉਂਦੇ ਆ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਆਉਂਦੇ ਆ। ਉਹ ਮਹਾਰਾਸ਼ਟਰ ਤੋਂ ਚੇਚਾ ਚੱਲ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਆਉਂਦੇ ਆ। ਫਿਰ ਆ ਗੁਆਂਢੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਜਿਹੜੇ ਚੁਟਾਲੇ ਆਉਂਦੇ ਆ, ਉੱਥੇ ਵੀ ਆਏ ਸੀ, ਚੰਡੀਗੜ੍ਹ ਬਾਦਲ ਪਿੰਡ ਵੀ ਆਏ, ਹਰਦੀਪ ਸਿੰਘ ਪੁਰੀ ਆਉਂਦੇ ਆ, ਇਹ ਤੋਂ ਇਲਾਵਾ ਸੋਮ ਪ੍ਰਕਾਸ਼ ਕੈਂਥ ਸਾਹਿਬ ਆਉਂਦੇ ਆ, UP ਦੇ ਵਿੱਚੋਂ ਲੀਡਰ ਆਉਂਦੇ ਆ, ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਸਾਹਿਬ ਆਉਂਦੇ ਆ, ਭੁਪਿੰਦਰ ਸਿੰਘ ਹੁੱਡਾ ਆਉਂਦੇ ਆ, ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ, ਦੀਪਿੰਦਰ ਹੁੱਡਾ ਆਉਂਦੇ ਆ, ਉਹ ਮੈਂਬਰ ਪਾਰਲੀਮੈਂਟ ਨੇ ਹਰਿਆਣੇ ਤੋਂ, ਹੰਸਰਾਜ ਹੰਸੂਰੀ ਦਿੱਲੀੋਂ ਚੱਲ ਕੇ ਆਉਂਦੇ ਆ। ਚਲੋ ਇਹਨਾਂ ਦੀ ਪਾਰਟੀ ਤੋਂ ਰਾਜਨੀਤੀ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ ਵੱਖਰੀ ਗੱਲ। ਇਹ ਮੈਂ ਥੋੜੇ ਜਿਹਾ ਨਾਂ ਲਏ ਆ। ਇਹਦੇ ਤੋਂ ਇਲਾਵਾ ਬਹੁਤ ਸਾਰੇ ਨਾਮ ਨੇ ਜਿਹੜੇ ਕਿ ਬਾਦਲ ਸਾਹਿਬ ਦੇ ਪਿੰਡ ਪੁੱਜੇ ਕਿ ਭਾਈ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਦੇਖੋ ਬੰਦਾ ਤਾਂ ਚਲੇ ਗਿਆ, ਆਮ ਤੌਰ ਤੇ ਰਾਜਨੀਤੀ 'ਚ ਕਿਹਾ ਜਾਂਦਾ ਯਾਰ ਇੱਥੇ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ, ਰਾਜਨੀਤੀ 'ਚ ਬਾਅਦ 'ਚ ਕੋਈ ਨਹੀਂ ਪੁੱਛਦਾ, ਨਾ ਟੱਬਰਾਂ ਨੂੰ ਨਾ ਉਹਨਾਂ ਬੰਦਿਆਂ ਨੂੰ। ਪਰ ਇੱਥੇ ਜਦੋਂ ਅਕਾਲੀ ਦਲ ਦੇ ਕੋਲ ਸਿਰਫ 3 MLA ਨੇ, ਸਿਰਫ 2 ਹੀ MP ਨੇ, ਰਾਜ ਸਭਾ ਦੇ ਵਿੱਚ ਕੋਈ ਨਹੀਂ, ਸੱਤਾ ਕਿਤੇ ਕੋਈ ਨਹੀਂ, ਕਿਸੇ ਹੋਰ ਸੂਬੇ ਦੇ ਵਿੱਚ ਅਕਾਲੀ ਦਲ ਦਾ ਬਹੁਤਾ ਲੈਣਾ ਦੇਣਾ ਕੋਈ ਨਹੀਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੱਥੋਂ ਚਲੇ ਗਈ, ਹਰਿਆਣੇ ਦੀ ਵੱਖਰੀ ਕਮੇਟੀ ਵੀ ਕੋਲ ਕੋਈ ਨਹੀਂ, ਫਿਰ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਉਹ ਮਹਾਰਾਸ਼ਟਰ ਤੱਕ ਦੇ ਲੀਡਰਾਂ ਦਾ ਇੱਥੇ ਅਪੜਨਾ ਮਾਇਨਾ ਤਾਂ ਰਖਾਉਂਦਾ। ਕਹਿੰਦੇ ਪੂਰਾ ਮਾਇਨਾ ਰਖਾਉਂਦਾ। ਤੁਸੀਂ ਦੇਖੋ ਸ਼ਬਦ ਮੇਰਾ ਖਿਆਲ ਉਹਨਾਂ ਦੇ ਨਾਲ ਅਕਸਰ ਇਹ ਜੋੜਿਆ ਜਾਂਦਾ ਨਾ ਵੀ ਸਿਆਸਤ ਦੇ ਬਾਬਾ ਬੋੜ। ਹੁਣ ਜਦੋਂ ਆਪਾਂ ਬੋੜ ਦੀ ਗੱਲ ਕਰਦੇ ਹਾਂ ਤੇ ਬੋੜ ਛੋਟਾ ਤਾਂ ਹੁੰਦਾ ਜੀ। ਹੁਣ ਤੁਸੀਂ ਦੇਖੋ ਵੀ ਬੋੜ ਨੇ ਲੰਘਦਿਆਂ ਟੱਪਦਿਆਂ ਉਹਦੀ ਛਾਵੇਂ ਕਈ ਖਲੋਤੇ ਹੁੰਦੇ ਆ, ਕਈ ਛਾਵੇਂ ਮਤਲਬ ਉਹਨਾਂ ਨੂੰ ਸਾਹ ਲੈਣ ਲਈ ਹੁੰਦਾ, ਕਈਆਂ ਨੇ ਨਿਸ਼ਾਨੀ ਰੱਖੀ ਹੁੰਦੀ, ਕਈਆਂ ਨੇ ਆਖਣਾ ਵੀ ਜੇ ਕੋਈ ਰਾਹਗੀਰ ਆ ਤਾਂ ਉਹਨਾਂ ਆਖਣਾ ਬਸ ਇੱਥੋਂ ਬਸ ਆ ਪੈਂਡਾ ਨਿਕਲ ਜੇ ਕਰਾਂ ਧੁੱਪ ਤੋਂ ਪਲਾ ਫਲਾਣੇ ਤਾਂ ਛਾਂ ਉੱਥੇ ਬੋੜ ਦੀ ਉੱਥੇ ਬਵਾਂਗੇ ਜਾ ਕੇ, ਹੈ ਨਾ, ਹਰੇਕ ਨੂੰ ਯਾਦ ਹੁੰਦਾ। ਹੁਣ ਹੋ ਸਕਦਾ ਵੀ ਕਿਸੇ ਦਾ ਕੋਈ ਥੋੜ੍ਹਾ ਬਹੁਤ ਵਾਹ ਵਾਸਤਾ ਬਾਦਲ ਸਾਹਿਬ ਨਾਲ ਪਿਆ ਹੋਵੇ, ਕਿਉਂਕਿ ਲੰਮਾ ਚੌੜਾ ਲੰਮੇ ਕਈ ਦਹਾਕੇ ਉਹ ਸਿਆਸਤ 'ਚ ਰਹੇ। ਕਿਸੇ ਨੂੰ ਹੋ ਸਕਦਾ ਕੋਈ ਚੰਗੀ ਸਲਾਹ ਦਿੱਤੀ ਹੋਵੇ, ਕਿਸੇ ਨੂੰ ਹੋ ਸਕਦਾ ਵੀ ਕਿਸੇ ਮੌਕੇ 'ਤੇ ਕੋਈ ਜਿਹੜੀ ਦੀ ਲੋੜ ਹੋਵੇ ਉੱਥੇ ਕਿਤੇ ਘੁੱਗੀ ਮਾਰਤੀ ਹੋਵੇ, ਚੱਕ ਬਈ ਨਜ਼ਾਰੇ ਲੈ ਤੂੰ, ਇਹਦੀ ਕਿਹੜੀ ਗੱਲ ਹੈ। ਸੋ ਉਹਨਾਂ ਲੋਕਾਂ ਦੇ ਮਨਾਂ 'ਚ ਤੇ ਹੋਊਗਾ। ਦੂਜੀ ਗੱਲ ਇਹ ਦੇਖੋ ਨਾ, ਜਦੋਂ ਤੁਸੀਂ ਕਿਹਾ ਵੀ ਅਕਾਲੀ ਪਾਰਟੀ ਚਾਹੇ 3 ਹੀ MLA ਰਹਿ ਗਏ, ਹੁਣ ਆਪਾਂ ਫਿਰ ਬੋਰਡ ਦੀ ਐਗਜ਼ਾਮਪਲ ਲੈ ਲਈਏ ਵੀ ਹੋ ਸਕਦਾ ਪਿੰਡ ਥਾਂ ਦੇ ਉੱਪਰ ਕਈ ਰੁੱਖ ਹੁੰਦੇ ਨੇ, ਜੇ ਮੰਨ ਲਓ ਵੀ ਲੰਘਦੇ ਟੱਪਦੇ ਕਿਤੇ ਸੜਕ ਕੰਢੇ ਕੋਈ ਡਿੱਗ ਪਿਆ ਨਾ ਤਾਂ ਲੋਕ ਖੜਦੇ ਵੀ ਨਹੀਂ, ਓਏ ਯਾਰ ਨੇਰੀ ਨਾ ਕਿਤੇ ਡੁੱਗ ਪਿਆ ਹੋਣਾ। ਪਰ ਜਿੱਦਣ ਕਿਤੇ ਉਹ ਬੋਰਡ ਡਿੱਗਾ ਹੋਵੇ, ਕਈ ਵਾਰ ਲੋਕੀ ਚੇਚਾ ਦੇਖਣ ਵੀ ਜਾਂਦੇ, ਤੇਰਾ ਭਲਾ ਜੀ, ਅੱਛਾ ਯਾਰ ਇਹਨੂੰ ਕੀ ਗੱਲ ਹੋ ਗਈ। ਸੋ ਜਦੋਂ ਇਸ ਕੱਦ ਬੁੱਧ ਦਾ ਜਿਹੜਾ ਲੀਡਰ ਆ ਜਾਂ ਸ਼ਖਸ ਆ ਉਹ ਦੁਨੀਆ ਤੋਂ ਜਾਂਦਾ ਤੇ ਫਿਰ ਹਰੇਕ ਦਾ ਉੱਥੇ ਪਹੁੰਚਣਾ ਤੇ ਬਣਦਾ ਸੀ। ਮੇਰਾ ਖਿਆਲ ਜਿਹੜੇ ਮੌਜੂਦਾ ਲੀਡਰ ਸੀਗੇ ਉਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਰਹੀ ਨਹੀਂ। ਮੈਂ ਨਾ ਵੀ ਚਲੋ ਪੰਜਾਬ ਦੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਦੀ ਆਪਾਂ ਗੱਲ ਕਰ ਲਈਏ, ਭਗਵੰਤ ਮਾਨ ਸਾਹਿਬ ਉਹ ਵੀ ਉੱਥੇ ਗਏ, ਰਾਜਪਾਲ ਸਾਹਿਬ ਉੱਥੇ ਗਏ, ਉਧਰੋਂ ਲਾਗਲੇ ਮੇਰੇ ਖਿਆਲ ਸਪੀਕਰ ਸਾਹਿਬ ਹਰਿਆਣੇ ਵਾਲੇ ਉਹ ਵੀ ਆਏ। ਇਹਦਾ ਮਤਲਬ ਇਹ ਹੋ ਗਿਆ ਕਿ ਚਾਹੇ ਤੇ ਕੋਈ ਉਹ ਬੰਦਾ ਜਿਹਨੂੰ ਹੁਣ ਉਹ ਢੂੰ ਕਰਦੀਆਂ ਗੱਡੀਆਂ ਸਲੂਟ ਨਹੀਂ ਮਾਰਦੀਆਂ ਉਹ, ਜਾਂ ਫਿਰ ਜਿਹਦੇ ਨਾਲ ਹੁਣ ਗੱਡੀਆਂ ਦਾ ਕਾਫਲਾ, ਉਹ ਬੰਦੇ ਨੇ ਉੱਥੇ ਜਾ ਕੇ ਹਾਜ਼ਰੀ ਲਵਾਈ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਾਹੇ ਉਹਨਾਂ ਦੀ ਪਰਸਨਲ ਕਹਿ ਲਓ ਚਾਹੇ ਸਿਆਸੀ ਕਹਿ ਲਓ ਕਮਾਈ ਸੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੰਧਾਲੀਆ ਸਾਹਿਬ, ਰਾਜਾ ਵੜਿੰਗ ਸਾਹਿਬ, ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਬੀਬੀ ਪ੍ਰਨੀਤ ਕੌਰ, ਜਸਬੀਰ ਸਿੰਘ ਗੜੀ, ਜਗਮੀਤ ਸਿੰਘ ਬਰਾੜ, ਕਿੰਨੇ ਬੰਦੇ, ਕੁਲਤਾਰ ਸਿੰਘ ਸੰਧਵਾਂ,
CPI CPM ਦੇ ਲੀਡਰ, ਬਹੁਤ ਸਾਰੇ ਲੀਡਰ, ਜਾਣੀ ਉੱਥੇ ਕੋਈ ਵਾਰਫੇਅਰ ਨਹੀਂ ਸੀ ਆਉਂਦਾ। ਉੱਥੇ ਤਾਂ ਇੱਥੋਂ ਤੱਕ ਕਿ ਡਾਕਟਰ ਦਲਜੀਤ ਸਿੰਘ ਚੀਮਾ ਸੀਗੇ ਸਪੀਕਰ ਤੇ, ਉਹ ਨਾਂ ਵੀ ਲੈ ਰਹੇ, ਸਾਰਿਆਂ ਨੂੰ ਦੱਸ ਰਹੇ ਸੀ ਜੀ ਇਹ ਵੀ ਆਏ ਆ, ਇਹ ਵੀ ਆਏ ਆ। ਤੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦੇ ਕੋਲ ਕਿਉਂਕਿ ਰਿਕਾਰਡ ਸਾਰਾ ਉਹਨਾਂ ਦੇ ਕੋਲ ਹੈ, ਮੇਨਟੇਨ ਹੀ ਉਹ ਕਰਦੇ ਆ ਅਕਾਲੀ ਦਲ ਦਾ ਸਾਰਾ ਰਿਕਾਰਡ। ਤੇ ਉਹ ਕੱਲੀ ਚੀਜ਼ ਵੀ ਦੱਸਦੇ, ਇਹਨਾਂ ਨਾਲ ਬਾਦਲ ਸਾਹਿਬ ਦਾ 40 ਸਾਲ ਪੁਰਾਣਾ ਜਰਾਨਾ, ਇਹਨਾਂ ਦੇ ਨਾਲ 20 ਸਾਲ ਪੁਰਾਣਾ ਜਰਾਨਾ। ਮੈਂ ਆਬੇ ਚੌਟਾਲਾ ਹੋਰਾਂ ਦੀ ਗੱਲ ਸੁਣ ਰਿਹਾ ਸੀ। ਤੁਸੀਂ ਦੇਖੋ ਕਿ ਕਿੱਦਾਂ ਦੀਆਂ ਸਥਿਤੀਆਂ ਕਈ ਵਾਰ ਪੈਦਾ ਹੁੰਦੀਆਂ ਹੈ। ਬੰਦਾ ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਮਾੜਾ ਲੱਗਦਾ, ਇੱਕ ਵੱਖਰੀ ਗੱਲ ਹੈ। ਉਹ ਚੌਟਾਲਾ ਸਾਹਿਬ ਕਹਿੰਦੇ ਦੇਖੋ ਜੀ, ਜਦੋਂ ਬਾਦਲ ਸਾਹਿਬ ਦੀ ਧੀ ਦਾ ਵਿਆਹ ਸੀ ਬੀਬੀ ਵਰਨੀਤ ਕੌਰ ਦਾ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਦੇ ਨਾਲ, ਬਾਦਲ ਸਾਹਿਬ ਕਹਿੰਦੇ ਜੇਲ੍ਹ ਦੇ ਵਿੱਚ ਸੀ ਤੇ ਸਾਡੇ ਬਜ਼ੁਰਗ ਚੌਧਰੀ ਦੇਵੀ ਲਾਲ ਹੋਰਾਂ ਨੇ ਸਾਰੀਆਂ ਰਸਮਾਂ ਕੀਤੀਆਂ। ਫਿਰ ਕਹਿੰਦੇ ਜਦੋਂ ਮੇਰੀ ਭੈਣ ਦਾ ਵਿਆਹ ਸੀ ਤਾਂ ਸਾਡੇ ਦੋਵੇਂ ਬਜ਼ੁਰਗ ਜੇਲ੍ਹ ਸੀ, ਬਾਦਲ ਸਾਹਿਬ ਨੇ ਜਾ ਕੇ ਰਸਮਾਂ ਕੀਤੀਆਂ ਸਾਂਝਾਂ। ਜਾਣੀ ਮੈਨੂੰ ਐਂ ਲੱਗਿਆ ਉਸ ਗੱਲ ਤੋਂ ਕਿ ਠੀਕ ਹੈ, ਉਹ ਵੀ ਮੁੱਖ ਮੰਤਰੀ ਰਹੇ ਚੌਟਾਲੇ ਵੀ, ਬਾਦਲ ਵੀ ਮੁੱਖ ਮੰਤਰੀ ਰਹੇ। ਐਜ਼ ਏ ਚੀਫ ਮਿਨਿਸਟਰ ਉਹਨਾਂ ਦਾ ਕਾਰਜਕਾਲ ਕਿੱਦਾਂ ਦਾ ਰਿਹਾ ਉਹ ਅਜੇ ਪਰੇ ਰੱਖਦੇ, ਪਾਰਕ ਕਰ ਦਿੰਦੇ ਇੱਕ ਪਾਸੇ। ਪਰ ਮੈਨੂੰ ਲੱਗਦਾ ਆਮ ਬੰਦੇ ਨੂੰ ਇਹ ਚੀਜ਼ਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਕਿ ਭਾਈ ਜਦੋਂ ਤੁਹਾਡੇ ਸਾਂਝੀਆਂ ਦੇ ਉੱਤੇ ਭੀੜ ਹੈ, ਉਹ ਬੰਦਾ ਉੱਥੇ ਹੈ ਜਾਂ ਨਹੀਂ ਹੈ, ਤੁਹਾਡਾ ਹੋਣਾ ਉੱਥੇ ਲਾਜ਼ਮੀ ਹੈ। ਤੇ ਹੋਣਾ ਜੇਬ ਦੇ ਵਿੱਚ ਹੱਥ ਪਾ ਕੇ ਨਹੀਂ। ਆਪਾਂ ਕੱਲ ਵੀ ਗੱਲ ਕੀਤੀ ਸੀ, ਪਰਸੋਂ ਵੀ ਕੀਤੀ ਸੀ ਕਿ ਜੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਤੁਹਾਡੇ ਸੱਜਣਾ ਮਿੱਤਰਾਂ ਦੇ ਵਿੱਚ ਤੁਸੀਂ ਵਿਆਹ ਤੇ ਜਾਂਦੇ ਆ, ਮਰਨੇ ਪਰਨੇ ਤੇ ਕਿਤੇ ਜਾਂਦੇ ਆ, ਆਪਾਂ ਕੱਲ ਹੀ ਕੀਤੀ ਸੀ ਨਾ ਗੱਲ ਕਿ ਭਾਈ ਜੇ ਮੰਨ ਲਓ ਪਾਣੀ ਦਾ ਪ੍ਰਬੰਧ ਕਰਨਾ ਭੁੱਲ ਗਿਆ, ਤੁਸੀਂ ਗੁਆਂਢੀਆਂ ਨੂੰ ਪੁੱਛੋ ਯਾਰ ਹੈ ਡੋਲ ਹੈ, ਕੋਈ ਮਾੜਾ ਮੋਟਾ ਟੱਬ ਟੁੱਬ ਜਿਹਾ ਧੋ ਕੇ ਮਾੜਾ ਜਿਹਾ ਲਿਆਓ, ਭਰ ਕੇ 2 ਗਲਾਸ ਵਿੱਚ ਰੱਖ ਦਿਓ। ਜਾਣੀ ਸਾਡਾ ਕਿਤੇ ਵੀ ਹਾਜ਼ਰ ਹੋਣਾ, ਸਰੀਰਕ ਤੌਰ ਤੇ ਹਾਜ਼ਰ ਹੋਣਾ ਨਹੀਂ ਚਾਹੀਦਾ। ਤੁਸੀਂ ਸਰੀਰਕ ਤੌਰ ਤੇ, ਦਿਮਾਗੀ ਤੌਰ ਤੇ ਉਹਨਾਂ ਦੀ ਹਰ ਇੱਕ ਕਮੀ ਪੇਸ਼ੀ ਜਿਹੜੀ ਹੈ ਉਹਨੂੰ ਲੁਕੋ ਕੇ ਤੇ ਉਹਨਾਂ ਦਾ ਸਾਰਾ ਜਿਹੜਾ ਸਮਾਗਮ ਹੈ ਉਹਨੂੰ ਸੰਪੰਨ ਕਰਾਉਣ ਦੇ ਵਿੱਚ ਸਹਾਇਤਾ ਕਿੰਨੀ ਕਰ ਸਕਦੇ ਆ। ਰੌਲਾ ਸਾਰਾ ਇਸ ਗੱਲ ਦਾ ਹੁੰਦਾ। ਮੈਂ ਅਬੇ ਚੌਟਾਲਾ ਹੋਰਾਂ ਨੂੰ, ਮੈਨੂੰ ਨਹੀਂ ਪਤਾ ਉਹਨਾਂ ਦੀ ਰਾਜਨੀਤੀ ਕਿੱਦਾਂ ਦੀ ਰਹੀ ਕਿਉਂਕਿ ਆਪਾਂ ਹਰਿਆਣੇ ਦੇ ਬਹੁਤੀ ਨਜ਼ਰ ਤਾਂ ਰੱਖਦੇ ਨਹੀਂ, ਪਰ ਇਹ ਗੱਲ ਮੈਨੂੰ ਲੱਗੀ ਕਿ ਭਾਈ ਸਾਨੂੰ ਆਮ ਲੋਕਾਂ ਨੂੰ, ਸਿਆਸਤਦਾਨਾਂ ਤੋਂ ਜੇ ਹੋਰ ਕੋਈ ਫਾਇਦਾ ਨਹੀਂ ਲੈਣਾ ਚਾਹੀਦਾ, ਇਸ ਸਾਂਝ ਤੋਂ ਤਾਂ ਲੈ ਲੈਣਾ ਚਾਹੀਦਾ ਕਿ ਭਾਈ ਅਸੀਂ ਇੱਧਰ ਆਈਏ। ਨਹੀਂ, ਇਹ ਤਾਂ ਗੱਲ ਹੈਗੀ ਆ ਸਾਂਝ। ਦੇਖੋ ਮੈਨੂੰ ਜਾਪਦਾ ਹੁੰਦਾ ਇੱਕ ਚੀਜ਼ ਨਾ ਇਹਦੇ 'ਚ ਇਹ ਵੀ ਹੋ ਸਕਦਾ ਕਿਸੇ ਬੰਦੇ ਦੇ ਦਿਮਾਗ 'ਚ ਹੋਵੇ। ਆਪਾਂ ਕਈ ਵਾਰਾਂ ਦੇਖਦੇ ਸੁਣਦੇ ਆ ਨਾ ਵੀ ਉਹਨਾਂ ਜੀ ਫਲਾਨਿਆਂ ਦੇ ਨਾਲ ਫਿਰ ਲਾਗ ਡਾਟ ਸੀ, ਉਹ ਫਿਰ ਚਾਚੇ ਨਾਲ, ਤੇ ਫਿਰ ਮੁੜ ਕੇ ਉਦੋਂ ਬਾਅਦ ਗਏ ਹੀ ਨਹੀਂ ਕਦੀ। ਫਿਰ ਕਈ ਵਾਰ ਇਹ ਵੀ ਸੁਣਦਾ ਵੀ ਚਲੋ ਵਿਆਹ ਸ਼ਾਦੀ ਨਾ ਗਏ, ਉਹ ਫਿਰ ਉਦੋਂ ਵੀ ਜਦੋਂ ਫਿਰ ਉਹ ਚਾਚਾ ਗੁਜ਼ਰਿਆ ਉਦੋਂ ਵੀ ਨਹੀਂ ਗਏ, ਫਿਰ ਕਿਉਂਕਿ ਉਹ ਭਾਪੇ ਉਹਨਾਂ ਨਾਲ ਫਿਰ ਗੱਲ ਨਹੀਂ ਸੀ ਬਣਦੀ। ਐਵੇਂ ਨਹੀਂ ਹੈ ਜੀ, ਜੇ ਕੋਈ ਪੁੱਛੇ ਨਾ ਵੀ ਮਤਲਬ ਉਹਦੇ 'ਚ ਰੌਲਾ ਕਾਹਦਾ ਸੀ, ਕੁਛ ਨਹੀਂ, ਫਿਰ ਉਹ ਫਿਰ ਮੁੜ ਕੇ ਉਦੋਂ ਪਾਰਟੀ ਬਾਜੀ ਦਾ ਰੌਲਾ ਸੀ। ਬਹੁਤੀ ਗੱਲ ਉਹਦੇ ਪਿੰਡਾਂ ਥਾਂ ਦੇ ਕਹਿੰਦੇ ਸਰਪੰਚੀ ਦਾ ਵੱਧ ਤੋਂ ਵੱਧ ਰੌਲਾ, ਤੇ ਸਰਪੰਚੀ ਕਿੱਡੀ ਕੀ ਸ਼ੈ ਹੈ। ਹੁਣ ਤੁਸੀਂ ਇਹ ਦੇਖੋ ਵੀ ਜੇ ਆਪਾਂ ਉਹ ਸਾਰੀਆਂ ਵੀਡੀਓਜ਼ ਤਸਵੀਰਾਂ ਨੂੰ ਦੇਖੀਏ, ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਬਹੁਤ ਜ਼ਿਆਦਾ ਮਤਲਬ ਉਹਨਾਂ ਦਾ ਉਹ ਕਿਉਂਕਿ ਪਿਆਰ ਸੀਗਾ ਬਾਦਲ ਸਾਹਿਬ ਨਾਲ। ਜਦੋਂ ਮੇਰਾ ਖਿਆਲ ਉਹਨਾਂ ਦੇ ਮਾਤਾ ਜੀ ਗਏ ਉਦੋਂ ਦੀਆਂ ਫੋਟੋਆਂ ਤਸਵੀਰਾਂ ਵੀ ਆਪਾਂ ਦੇਖ ਲਈਏ ਤੇ ਉਦੋਂ ਵੀ ਉਹ ਉਹਨਾਂ ਦਾ ਚਿਹਰਾ ਨਿਹਾਰੀ ਜਾਂਦੇ ਸੀ। ਹੁਣ ਜਦੋਂ ਆਪਾਂ ਫੋਟੋਆਂ ਤਸਵੀਰਾਂ ਵੀਡੀਓ ਦੇਖਦੇ ਹਾਂ ਤੇ ਉਦੋਂ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਆਖਰੀ ਮੌਕੇ ਉੱਥੇ ਹੀ ਭੁੱਬਾ ਮਾਰ ਕੇ ਰੋਈ ਜਾਂਦੇ ਨੇ, ਜੱਫੀ ਪਾ ਕੇ, ਹੈ ਨਾ। ਉਹਨਾਂ ਨੂੰ ਠਾਉਣ ਲਈ ਮਨਪ੍ਰੀਤ ਬਾਦਲ ਸਾਹਿਬ ਆਉਂਦੇ ਜੀ। ਹੁਣ ਹੋ ਸਕਦਾ ਵੀ ਸਿਆਸਤ ਆਪਣੀ ਥਾਂ ਤੇ ਰਹਿ ਗਈ, ਰੌਲਾ ਆਪਣੀ ਥਾਂ ਤੇ ਰਹਿ ਗਿਆ, ਪਰ ਜਿਹੜਾ ਆਪਾਂ ਇਹ ਕਹਿੰਦੇ ਵੀ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ, ਉਹ ਇੱਕ ਉੱਥੇ ਚੀਜ਼ ਤੇ ਨਜ਼ਰ ਆਈ ਨਾ। ਹੋ ਸਕਦਾ ਆਮ ਬੰਦੇ ਨੂੰ ਲੱਗੇ ਵੀ ਪਤਾ ਨਹੀਂ ਸਾਡੀ ਕਿੱਡੀ ਗੱਲਾਂ 'ਚ ਗੱਲ, ਮੈਂ ਉੱਥੇ ਜਾ ਕੇ ਆਹ ਕੰਮ ਕਿਉਂ ਕਰਾਂ। ਹੁਣ ਤੁਸੀਂ ਦੇਖੋ ਵੀ ਜੇ ਕਿਸੇ ਨੇ ਸਿਆਸੀ ਮਾਇਨੇ ਕੱਢਣੇ ਹੁਣ ਤੇ ਕੱਢੀ ਜਾਵੇ 20 ਵਾਰਾਂ, ਭਰਾ ਨੇ ਤੇ ਭਰਾ ਹੀ ਰਹਿਣਾ, ਭਾਵੇਂ ਚਾਚੇ ਤਾਏ ਦੇ ਪੁੱਤ ਹੋਣ। ਉਹ ਸੰਧਾਲੀਆ ਸਾਹਿਬ, ਉਹ ਜਿਹੜੀ ਇੱਕ ਪਰਸੋਂ ਚੰਡੀਗੜ੍ਹ ਫੋਟੋ ਆਈ ਸੀ ਨਾ, ਜਦੋਂ ਚੰਡੀਗੜ੍ਹ ਤੋਂ ਮ੍ਰਿਤਕ ਦੇ ਲੈ ਕੇ ਘਰ ਪੁੱਜੇ, ਜਿੱਦਾਂ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੱਫੀ ਪਾਈ ਸੀ। ਜੱਫੀ ਪਾਉਣ ਦਾ ਵੀ ਆਪੋ ਆਪਣਾ ਤਰੀਕਾ ਹੁੰਦਾ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿੱਦਾਂ ਉਹਨਾਂ ਨੂੰ ਘੁੱਟਿਆ ਸੀਗਾ, ਪੂਰਾ ਕਲਾਵੇ 'ਚ ਲਿਆਇਆ ਸੀਗਾ, ਉਹਦੇ ਵਿੱਚੋਂ ਨਾ ਇੱਕ ਆਤਮੀਅਤਾ ਜੀ ਝਲਕਦੀ ਹੁੰਦੀ ਹੈ ਕਿ ਭਾਈ ਠੀਕ ਹੈ, ਪਰਿਵਾਰਾਂ ਦੇ ਵਿੱਚ 20 ਤਰ੍ਹਾਂ ਦੇ ਕਲੇਸ਼ ਹੁੰਦੇ ਆ, ਕੁਰਸੀ ਬੜਾ ਕੁਛ ਕਰਾਉਂਦੀ ਹੈ, ਸਿਆਸਤ ਬੜਾ ਕੁਛ ਕਰਾਉਂਦੀ ਹੈ, ਪਰ ਉਸ ਮੌਕੇ ਦੇ ਉੱਤੇ ਜਦੋਂ ਬੰਦੇ ਨੂੰ ਲੱਗਦਾ ਕਿ ਯਾਰ ਜੇ ਇਹ ਚਲੇ ਗਿਆ ਅਸੀਂ ਕਿਹੜਾ ਬੈਠੇ ਰਹਿਣਾ, ਉਸ ਵੇਲੇ ਬਾਅਦ ਵਿੱਚ ਵੀ ਆਪਾਂ ਦੇਖਿਆ ਮਨਪ੍ਰੀਤ ਸਿੰਘ ਬਾਦਲ ਹੋਰੀ ਨਾਲ ਨਾਲ ਹੀ ਰਹੇ ਆ ਉੱਥੇ, ਇਦਾਂ ਦੀ ਕੋਈ ਗੱਲ ਜਿਹੜੀ ਉਹ ਨਜ਼ਰ ਨਹੀਂ ਸੀ ਆਉਂਦੀ। ਤੇ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਦਾ ਦੇਹਾਂਤ ਹੋਇਆ ਉਦੋਂ ਵੀ ਮਨਪ੍ਰੀਤ ਸਿੰਘ ਬਾਦਲ ਹੋਰੀ ਇੱਦਾਂ ਹੀ ਸੀ, ਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਗਏ ਆ ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਇੱਦਾਂ ਹੀ ਸੀ। ਚਾਹੀਦਾ ਵੀ ਹੈ, ਜਾਣੀ ਅਸੀਂ ਜਿਹੜੀਆਂ ਇਹ ਨੇ ਬੇਲੋੜੀਆਂ ਫੀਤੀਆਂ ਆਪਣੇ ਮੋਢਿਆਂ ਤੇ ਲਾ ਕੇ ਤੁਰੇ ਫਿਰਦੇ, ਉਹਨਾਂ ਨੇ ਕਿਹੜਾ ਸਾਨੂੰ ਸੱਦਿਆ ਹੀ, ਸਾਡੀਆਂ ਕੋਈ ਬਾਹਾਂ ਆਕੜੀਆਂ, ਅਸੀਂ ਨਹੀਂ ਜਾਣਾ, ਨਾ ਕੁਛ ਨਹੀਂ ਹੈਗਾ। ਇਹ ਦਿਮਾਗ ਦੇ ਵਿੱਚੋਂ ਜਾਲਾ ਲਾਈਦਾ ਨਾ, ਖੂੰਜਿਆਂ ਤੋਂ ਇੰਡੀਆ ਜ਼ਿਆਦਾ ਲੱਗਦਾ ਹੁੰਦਾ, ਉਹ ਇੱਕ ਦਿਮਾਗ ਦਾ ਜਾਲਾ ਲਾਉਣ ਨੂੰ ਵੀ ਇੱਕ ਡੰਡਾ ਜਿਹਾ ਲਿਆ ਕੇ ਰੱਖਣਾ ਚਾਹੀਦਾ, ਉਹ ਬੜਾ ਜ਼ਰੂਰੀ ਹੈ। ਦੂਜੀ ਗੱਲ ਆਪਾਂ ਇਹ ਵੀ ਕਰ ਦਈਏ ਵਾਰ ਸਾਹਿਬ, ਹੋ ਸਕਦਾ ਆਪਾਂ ਕਿਉਂਕਿ ਵੱਡੇ ਵੱਡੇ ਲੋਕਾਂ ਦੇ ਨਾਂ ਲਏ ਵੀ ਉੱਥੇ ਆਹ ਵੀ ਆਏ ਜੀ, ਆਹ ਵੀ ਆਏ ਜੀ, ਆਹ ਵੀ ਆਏ ਜੀ, ਹੋ ਸਕਦਾ ਵੀ ਕੁਛ ਲੋਕ ਫਾਰਮੈਲਿਟੀ ਵਾਈਜ਼ ਵੀ ਆਏ ਹੋਣ ਵੀ ਯਾਰ ਜਾਣਾ ਹੀ ਪੈਣਾ ਮੂੰਹ ਮਲਾਜੇ ਨੂੰ, ਹੈ ਨਾ। ਦੂਜੇ ਪਾਸੇ ਮੈਨੂੰ ਲੱਗਦਾ ਵੀ ਉੱਥੇ ਕਈ ਬੰਦੇ ਇਹ ਵੀ ਹੋਣਗੇ ਜਿਹੜੇ ਤਪਦੀ ਗਰਮੀ 'ਚ ਹੋ ਸਕਦਾ ਤੜਕੇ ਹੀ ਆ ਗਏ ਹੁਣ ਸਾਈਕਲ ਲੈ ਕੇ, ਤਾਂ ਉਹਨਾਂ ਨੂੰ ਉਹ ਮੌਕਾ ਵੀ ਨਾ ਮਿਲਿਆ ਹੋਵੇ ਉੱਥੇ ਜਾ ਕੇ ਲਾਗੇ ਜਾ ਕੇ ਵੇਖਣ ਦਾ, ਪਰ ਉਹ ਹੋ ਸਕਦਾ ਵੀ ਪਿੰਡ ਘਰੇ ਕਹਿ ਕੇ ਆਏ ਹੋਣ ਵੀ ਮੈਨੂੰ ਥੋੜ੍ਹਾ ਟਾਈਮ ਲੱਗ ਜਾਣਾ ਗਾ, ਉੱਥੇ ਫਿਰ ਬਾਦਲ ਸਾਹਿਬ ਦੇ ਸੰਸਕਾਰ 'ਤੇ ਮੈਂ ਜਾਣਾ। ਨਾ ਤਾਂ ਹੋ ਸਕਦਾ ਹੁਣ ਬਾਦਲ ਸਾਹਿਬ ਉੱਥੇ ਨੇੜੇ ਕਿਸੇ ਨੇ ਜਾਣ ਦਿੱਤਾ ਹੋਵੇ, ਨਾ ਉਹਨੂੰ ਲੀਡਰ ਹੀ ਦਿਸੇ ਹੋਣ,
ਸਾਈਕਲ ਵੀ ਵਿਚਾਰੇ ਦਾ ਕਿਤੇ ਦੂਰ ਲੱਗਾ ਰਿਹਾ ਹੋਵੇ, ਉੱਥੇ ਹੀ ਕਿਤੇ ਰੁੱਖ ਦੀ ਛਾਵੇਂ ਬਹਿ ਕੇ ਉਹਨੇ ਆਪਣੇ ਵੱਲੋਂ ਮਤਲਬ ਸ਼ਰਧਾਂਜਲੀ ਭੇਟ ਕੀਤੀ ਹੋਵੇ। ਤੇ ਹੋ ਸਕਦਾ ਵੀ ਉਦਾਸ ਹੋ ਕੇ ਘਰੇ ਜਾ ਕੇ ਉਹਨੂੰ ਫੇਰ ਨੀਂਦ ਨਾ ਆਈ ਹੋਵੇ ਵੀ ਯਾਰ ਇਹ ਤੇ ਗੱਲ ਮਾੜੀ ਹੋਈ, ਇੱਦਾਂ ਨਹੀਂ ਚਾਹੀਦਾ। ਉਹਨਾਂ ਉਹੋ ਜਿਹੇ ਮਤਲਬ ਹਜ਼ਾਰਾਂ ਲੱਖਾਂ ਲੋਕ ਹੋ ਸਕਦੇ ਆ ਜੀ, ਉਹਨਾਂ ਦਾ ਕਿਸੇ ਨੇ ਨਾਂ ਹੀ ਨਹੀਂ ਲੈਣਾ ਜਿਨ੍ਹਾਂ ਦੀ ਪਤਾ ਨਹੀਂ ਕਿਹੜੀ ਕੋ ਆਪਣੀ ਸਾਂਝ ਸੀ ਬਾਦਲ ਸਾਹਿਬ ਨਾਲ ਕਿ ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੰਧਾਲੀਆ ਸਾਹਿਬ ਮੈਂ ਤਾਂ ਵਿਚਾਰ ਕਰਦਾ ਸੀ ਕਿ ਕਿਸ ਬੰਦੇ ਬਾਜੇ ਬੰਦੇ ਦਾ ਸੁਭਾਅ ਹੁੰਦਾ। ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ 'ਚ ਨਹੀਂ ਹੈਗੇ, ਅਕਾਲੀ ਦਲ ਦੀ ਠੋਕ ਕੇ ਉਹਨਾਂ ਨੇ ਪਿਛਲੇ 1 ਸਾਲ 'ਚ ਆਲੋਚਨਾ ਕੀਤੀ ਜਦੋਂ ਦੇ ਬੀਜੇਪੀ 'ਚ ਗਏ ਆ। ਪਰ ਇਹ ਪਹਿਲੀ ਵਾਰ ਮੈਂ ਦੇਖਿਆ ਕਿ ਆਮ ਤੌਰ ਤੇ ਲੀਡਰ ਭੁੱਲ ਜਾਂਦੇ ਹੁੰਦੇ ਕਿ ਮੈਂ ਨਹੀਂ ਨਾਂ ਲੈਂਦਾ, ਜਾਓ ਭੱਜ ਜਾਓ ਇੱਥੋਂ, ਕਰ ਲਓ ਜੋ ਕਰਨਾ। ਸਿਰਸਾ ਸਾਹਿਬ ਭਾਰਤੀ ਜਨਤਾ ਪਾਰਟੀ 'ਚ ਨੇ, ਪਰ ਉਹ ਕਹਿੰਦੇ ਜੀ ਮੈਨੂੰ ਰਾਜਨੀਤੀ 'ਚ ਬਾਦਲ ਸਾਹਿਬ ਲੈ ਕੇ ਆਏ, ਬਾਦਲ ਪਿੰਡ 'ਚ ਖੜ ਕੇ ਕਿਹਾ। ਕੱਲਾ ਰਾਜਨੀਤੀ 'ਚ ਨਹੀਂ ਲੈ ਕੇ, ਮੈਨੂੰ ਰਾਜਨੀਤੀ 'ਚ ਸਫਲ ਬਣਾਇਆ ਬਾਦਲ ਸਾਹਿਬ ਨੇ ਬਣਾਇਆ। ਸੁਨੀਲ ਜਾਖੜ ਸਾਹਿਬ ਦਾ ਅਕਾਲੀ ਦਲ ਨਾਲ ਕੀ ਲੈਣਾ ਦੇਣਾ? ਸਾਰੀ ਉਮਰ ਕਾਂਗਰਸ 'ਚ, ਹੁਣ ਬੀਜੇਪੀ 'ਚ, ਸਾਰੀ ਉਮਰ ਅਕਾਲੀ ਦਲ ਦੀ ਵਿਰੋਧਤਾ। ਸੁਖਬੀਰ ਸਿੰਘ ਬਾਦਲ ਸਾਹਿਬ ਜਾਖੜ ਸਾਹਿਬ ਦੇ ਪਿੰਡ 'ਚ ਜਾ ਕੇ ਆਲੋਚਨਾ ਕਰਦੇ ਰਹੇ। ਉਹ ਕਹਿੰਦੇ ਜੀ ਮੇਰੇ ਰਾਜਨੀਤਿਕ ਗੁਰੂ ਸੀ, ਮੇਰੇ ਤੋਂ ਅੰਗੂਠਾ ਹੀ ਨਹੀਂ ਮੰਗਿਆ ਕੁਛ ਹੋਰ, ਬਾਕੀ ਸਾਰਾ ਕੁਛ ਉੱਦਾਂ ਹੀ ਸੀ। ਹੁਣੇ ਤਾਂ ਕੋਈ ਲੋੜ ਥੋੜੀ ਸੀ ਇਸ ਮੌਕੇ ਤੇ, ਨਾ ਬੰਦਾ ਜਿਉਂਦਾ, ਨਾ ਬੰਦਾ ਸਾਹ ਲੈਂਦਾ, ਨਾ ਬੰਦੇ ਨੇ ਆ ਕੇ ਕਹਿਣਾ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ। ਇੱਥੇ ਹੀ ਨਹੀਂ 20 ਬੰਦੇ ਹੋਰ ਜਿਹੜੇ ਬਾਕੀ ਸਿਆਸੀ ਪਾਰਟੀਆਂ ਦੇ ਵਿੱਚ ਨੇ, ਉਹਨਾਂ ਨੇ ਵੀ ਇਹ ਕੁਛ ਹੀ ਕਿਹਾ ਜੀ ਸਾਨੂੰ ਤਾਂ ਉਹ ਲਿਆਏ, ਉਹਨਾਂ ਨੇ ਤੋਰਿਆ ਜੀ, ਉਹਨਾਂ ਨਾਲ ਕੋਈ ਰੌਲਾ ਨਹੀਂ ਸੀ। ਹੁਣ ਮੈਂ ਇਹ ਵੀ ਸੋਚ ਰਿਹਾ ਸੀ ਸੰਧਾਲੀਆ ਸਾਹਿਬ ਕਿ ਚੰਗੇ ਸੀ ਮਾੜੇ ਸੀ ਲੀਡਰ ਜਿਵੇਂ ਵੀ ਸੀ, ਪਰ ਸਾਡੇ ਕੋਲ ਇੱਕ ਤਜਰਬੇਕਾਰ ਲੀਡਰਾਂ ਦੀ ਪੀੜ੍ਹੀ ਤਕਰੀਬਨ ਹਾਸ਼ੀਏ ਤੇ ਹੈ। ਹੁਣ ਸਾਨੂੰ ਕੋਈ 47 ਦੀਆਂ ਗੱਲਾਂ ਦੱਸਣ ਵਾਲਾ ਲੀਡਰ ਨਹੀਂ, ਸਾਨੂੰ ਕੋਈ ਪੰਜਾਬੀ ਸੂਬੇ ਦੇ ਮੋਰਚੇ ਦੀਆਂ ਗੱਲਾਂ ਦੱਸਣ ਵਾਲਾ ਵੱਡਾ ਲੀਡਰ ਨਹੀਂ, ਸਾਨੂੰ ਕੋਈ ਨਕਸਲਵਾੜੀ ਲਹਿਰ ਬਾਰੇ ਦੱਸਣ ਵਾਲਾ ਨਹੀਂ ਕਿ ਉਦੋਂ ਕੀ ਕਹਾਣੀ ਸੀ, ਹਰੀ ਕ੍ਰਾਂਤੀ ਕਿੱਦਾਂ ਆਈ, ਉਹਦੇ ਵਿੱਚ ਕੀ ਕੁਛ ਹੋਇਆ। ਕਿਉਂਕਿ ਤਜਰਬਾ ਤਾਂ ਤਜਰਬਾ ਹੀ ਹੁੰਦਾ, ਅਸੀਂ ਇਹ ਪੜ੍ਹਨਾ ਇਕੱਲਾ ਜਿਨ੍ਹਾਂ ਨੇ ਹੰਡਾਇਆ। ਬਾਦਲ ਸਾਹਿਬ ਨਹੀਂ ਰਹੇ, ਟੌੜਾ ਸਾਹਿਬ ਨਹੀਂ ਰਹੇ। ਇਹਦੇ ਤੋਂ ਬਿਨਾਂ ਜੇ ਆਪਾਂ ਦੇਖੀਏ ਹਰਚਰਨ ਸਿੰਘ ਬਰਾੜ ਵੀ ਹੈ ਨਹੀਂ, ਬ੍ਰਹਮਪੁਰਾ ਸਾਹਿਬ ਚਲੇ ਗਏ, ਢੀਂਡਸਾ ਸਾਹਿਬ ਸਰਗਰਮ ਸਿਆਸਤ ਤੋਂ ਲਾਂਭੇ ਨੇ, ਸੇਵਾ ਸਿੰਘ ਸੇਖਵਾਂ ਸਾਹਿਬ ਚਲੇ ਗਏ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਉਹ ਸਿਆਸੀ ਤੌਰ ਦੇ ਉੱਤੇ ਗੁੱਸਾ ਨਾ ਕਰਨ ਪਰ ਪਹਿਲਾਂ ਵਾਲੀ ਪੋਜੀਸ਼ਨ ਤਾਂ ਹੈ ਨਹੀਂ, ਦੋਨੋਂ ਮੁੱਖ ਮੰਤਰੀ ਰਹੇ ਆ। ਜਾਣੀ ਕਿ ਉਹ ਸਾਰੀ ਦੀ ਸਾਰੀ ਇੱਕ ਪੀੜ੍ਹੀ ਜਿਹੜੀ ਆ, ਤਲਵੰਡੀ ਸਾਹਿਬ ਕਿੱਥੇ ਨੇ, ਉਹ ਸਾਰੇ ਬੰਦੇ ਜਿਹੜੇ ਆ ਜਾਂ ਤਾਂ ਦੁਨੀਆ ਤੋਂ ਚਲੇ ਗਏ ਜਾਂ ਸਿਆਸਤ ਦੇ ਵਿੱਚ ਨੁੱਕਰੇ ਲੱਗੇ ਹੋਏ ਨੇ। ਹੁਣ ਤਾਂ ਸਾਡੇ ਕੋਲ ਉਹ ਪੀੜ੍ਹੀ ਹੈ ਜਿਹੜੀ ਮੇਰੇ ਹਿਸਾਬ ਨਾਲ 65 ਤੋਂ ਬਾਅਦ ਜਨਮੀ ਹੈ ਤੇ ਜਿਨ੍ਹਾਂ ਨੇ 80 ਤੋਂ ਬਾਅਦ ਹੋਸ਼ ਸੰਭਾਲਿਆ ਤੇ ਉਹਦੇ ਤੋਂ ਬਾਅਦ ਫਿਰ ਆਣ ਕੇ ਕੰਮ ਕਰਨਾ ਸ਼ੁਰੂ ਕੀਤਾ ਹੋਊਗਾ, ਤੇ ਉਹਨਾਂ ਦੇ ਕੋਲ ਤਾਂ ਤਜਰਬਾ ਹਿਸਾਬ ਜਿਹਾ ਹੀ ਹੈ ਨਾ, ਠੀਕ ਲਾ ਲਓ ਵਾਲਾ ਹੀ ਨਹੀਂ। ਉਹਨਾਂ ਕੋਲ ਤਾਂ ਅੱਜ ਕੱਲ੍ਹ ਤਜਰਬਾ ਬਹੁਤ ਆ, ਇਸੇ ਕਰਕੇ ਆ ਵੀ ਯਾਰ ਸ਼ਾਮ ਨੂੰ ਅੰਗੂਠਾ ਫੇਰ ਕੇ ਤਾਂ ਨੂੰ ਵੇਖ ਲਿਆ, ਅੱਛਾ ਯਾਰ ਆ ਫਲਾਣੇ ਨੇ ਆ ਕਿਹਾ, ਬੂਥ ਮੈਨੇਜਮੈਂਟ ਦਾ ਕਿੱਦਾਂ ਕਰੀਏ, ਕਹਿੰਦਾ ਕੁਛ ਨਹੀਂ ਮਹਾਰਾਜ ਆਪਾਂ ਸਵੇਰੇ ਆਪ ਬਿਆਨ ਦਵਾ ਦੇਣੇ। ਮਤਲਬ ਸੋਸ਼ਲ ਮੀਡੀਆ ਵਾਲੀ ਸਿਆਸਤ ਜਾਂ ਮੀਡੀਆ ਵਾਲੀ ਬਿਆਨਾਂ ਵਾਲੀ ਸਿਆਸਤ ਜਿਹੜੀ ਲਗਭਗ ਉਹ ਹੋ ਗਈ। ਉਹ ਪੈਦਲ ਤੁਰਨ ਵਾਲੀ, ਜੇਲ੍ਹਾਂ ਕੱਟਣ ਵਾਲੀ, ਲੋਕਾਂ 'ਚ ਬਹਿਣ ਵਾਲੀ, ਲੋਕਾਂ ਦੇ ਦੁੱਖ ਸੁੱਖ ਵੰਡਾਉਣ ਵਾਲੀ, ਜਾਂ ਕਈਆਂ ਦਾ ਆਪਣੇ ਜਿਹੜੇ ਜਿਸ ਹਲਕੇ 'ਚ ਰਹਿਣਾ ਉਹਦੇ 'ਚ ਆਮ ਘਰਾਂ ਦੇ ਲੋਕਾਂ ਦੇ ਵਿੱਚ ਜਾਣ ਦੀ ਜਾਂ ਉਹਨਾਂ ਨੂੰ ਬਾਈ ਨੇਮ ਜਾਣਨ ਦੀ, ਉਹੋ ਜਿਹੀ ਸਿਆਸਤ ਤੇ ਉਹੋ ਜਿਹੇ ਸਿਆਸਤਦਾਨ ਘਟ ਗਏ। ਹੁਣ ਤਾਂ ਅਗਲਾ ਕਹਿੰਦਾ ਵੀ ਯਾਰ ਕੀ ਲੋੜ ਪਈ ਉੱਥੇ 3600 ਬੰਦੇ ਦੇ ਮੱਥੇ ਲੱਗਣ ਦੀ, ਫਲਾਨਾ ਬੰਦਾ ਥੋੜ੍ਹਾ ਜਿਹਾ ਵੱਡਾ ਸਹਿੰਦਾ, ਉਹਨੂੰ ਬਸ ਤੁਸੀਂ ਕਲਾਵੇ 'ਚ ਰੱਖਣਾ ਤੇ ਉਹਦੀ ਨਾਲ ਡਿਊਟੀ ਲਾ ਦੇਣੀ ਆ ਵੀ ਆਹ ਇੰਨੀਆਂ ਵੋਟਾਂ ਤੂੰ ਕਰਨੀਆਂ। ਜਦੋਂ ਤੂੰ ਲਿਆ ਕੇ ਰਿਪੋਰਟ ਕਾਰਡ ਵਿਖਾਤਾ ਜੀ ਵੀ ਮੈਂ ਵੋਟਾਂ ਪਵਾਤੀਆਂ, ਉਦੋਂ ਬਾਅਦ ਤੈਨੂੰ ਕੀ ਚਾਹੀਦਾ ਉਹ ਅਸੀਂ ਦੇ ਦਿਆਂਗੇ। ਮਤਲਬ ਇਹ ਉਹ ਜਿਹੜਾ ਅੱਜ ਕੱਲ੍ਹ ਉਹ MLM ਸਿਸਟਮ ਨਹੀਂ ਚੱਲਦਾ, ਮਲਟੀ ਲੈਵਲ ਮਾਰਕੀਟਿੰਗ ਵਾਲਾ, ਉਹ ਕਿਹੜਾ, ਉਹ ਤੇ ਬੜਾ ਪੁਰਾਣਾ LM ਮਲਟੀ ਲੈਵਲ ਮਾਰਕੀਟਿੰਗ, ਪਹਿਲਾਂ ਸ਼ਾਰਟ ਫਾਰਮ ਸਮਝੋ, MLM ਮੈਨੂੰ ਵੀ ਬਾਅਦ ਚ ਪਤਾ ਲੱਗਿਆ, ਦੋ ਬੰਦੇ ਟੱਕਰੇ ਨੇ ਹੋ ਜੇ। ਉਹ ਮੈਂ ਦੇਸੀ ਭਾਸ਼ਾ ਸਮਝਾਉਣਾ, ਉਹ ਹੁੰਦਾ ਨਾ ਵੀ ਪਰਮਵੀਰ ਕੁਛ ਵੀ ਨਹੀਂ ਕਰਨਾ, ਤੂੰ ਮੈਂਬਰ ਬਣ ਜਾਣਾ, ਠੀਕ, ਅੱਗੇ ਤੂੰ 2 ਮੈਂਬਰ ਬਣਾਉਣੇ, ਓਕੇ, ਫਿਰ ਗਾਂ ਉਹਨਾਂ ਨੇ 2 ਮੈਂਬਰ ਬਣਾਉਣੇ ਆ, ਤੇ ਜਦੋਂ ਉਹਨਾਂ ਨੇ ਗਾਂ 2 ਮੈਂਬਰ ਹੋਰ ਬਣਾਤੇ ਜੀ, ਤੈਨੂੰ ਇੰਨੇ ਪੈਸੇ ਦਾ ਚੈੱਕ ਆ ਜਾਣਾ। ਉਹ ਜਿਹੜਾ ਕੰਮ ਆ ਉਹ ਅੱਜ ਕੱਲ੍ਹ ਸਿਆਸਤ 'ਚ ਵੀ ਹੋ ਗਿਆ ਵੀ ਇੱਕ ਲੀਡਰ ਫਿਰ ਉਦੋਂ ਗਾਂ ਥੱਲੇ, ਅੱਛਾ ਜੀ ਆਹ ਹਲਕਾ ਇਹਨੂੰ ਦੇ ਦਿਓ, ਵੀ ਅਸੀਂ ਨਹੀਂ ਵੜਨਾ ਉੱਥੇ, ਹੁਣ ਉੱਥੇ ਖਰਚ ਕੀ ਕਰਨਾ, ਲੋਕਾਂ ਨੂੰ ਕਿਵੇਂ ਜੋੜਨਾ, ਜਾਂ ਪਾਰਟੀ ਨੂੰ ਜਿਤਾਉਣਾ ਜਾਂ ਨਹੀਂ ਜਿਤਾਉਣਾ, ਉਹ ਤੇਰਾ ਕੰਮ ਹੈ। ਜਿੱਦਣ ਤੂੰ ਕਰਕੇ ਲੈ ਆਇਆ ਉਦੋਂ ਬਾਅਦ ਕੋਈ ਚੇਅਰਮੈਨ ਨੇ ਕੋਈ ਹੋਰ ਕੁਰਸੀ, ਉਹ ਤੇਰੀ ਪੱਕੀ। ਜਾਣੀ ਜਦੋਂ ਤੁਸੀਂ ਮੈਨੂੰ ਮੈਂਬਰ ਬਣਾਇਆ, ਮੈਂ ਜਿਹੜੇ 2 ਬਣਾਉਣੇ ਮੈਂ ਤੁਹਾਨੂੰ ਵੀ ਬਣਾ ਸਕਦਾ? ਨਹੀਂ, ਇਦਾਂ ਨਹੀਂ ਹੁੰਦਾ ਨਾ। ਇੱਕ ਹੋਰ ਸ਼ਬਦ ਹੈ, 2 ਲੈਗਸ ਹੁੰਦੀਆਂ ਨੇ, ਇੱਕ ਲੈਗ ਦੇ ਵਿੱਚ ਜਿੱਦਾਂ ਹੁਣ ਪਰਮਵੀਰ ਤੁਸੀਂ ਹੈਗੇ ਆ, ਇੱਕ ਲੈਗ ਦੇ ਵਿੱਚ ਹੋਰ ਹੋਏਗਾ, 2 ਮੈਂਬਰ ਤੁਸੀਂ ਦਵਾਉਣੇ, ਇੱਕ ਲੈਗ ਨਹੀਂ ਇੱਧਰੋਂ ਚੱਲਣਾ, ਜੇ ਦੂਸਰੀ ਲੈਗ ਨਹੀਂ ਚੱਲਦੀ ਫਿਰ ਵੀ ਤੁਹਾਨੂੰ ਚੈੱਕ ਨਹੀਂ ਆਉਣਾ, ਉੱਧਰ ਵੀ ਇੱਕ ਲੈਗ ਚੱਲਣੀ ਹੈ। ਇਹੋ ਜਿਹੇ ਮਤਲਬ ਕਈ ਮੇਰਾ ਖਿਆਲ ਜਿਹੜੇ ਬੰਦੇ ਨੇ ਟਿੱਪਣੀਆਂ ਕੀਤੀਆਂ, ਜਿਹੜੇ ਬੰਦੇ ਫਸੇ ਹੋਣਗੇ ਜ਼ਰੂਰ ਤੁਸੀਂ ਲਿਖਿਓ ਵੀ ਇਹ MLM ਮੈਂ ਤਾਂ ਸ਼ਬਦ ਕਿਹਾ ਵੀ ਇਹ ਇੱਕ ਉਹ ਮੋਡਸ ਪ੍ਰੈਂਡੀ ਸ਼ਬਦ ਵਰਤੇ ਹੁੰਦੇ ਹਾਂ ਵੀ ਢੰਗ ਤਰੀਕਾ, ਕਿਹੜੇ ਮੋਡਸ ਪ੍ਰੈਂਡੀ, ਯਾਰ ਮੈਂ ਟਿਊਸ਼ਨ ਰੱਖਣੀ ਤੁਹਾਡੇ ਕੋਲ? ਨਹੀਂ ਟਿਊਸ਼ਨ ਮੇਰੇ ਕੋਲ ਰੱਖਣ ਦਾ ਕੋਈ ਫਾਇਦਾ ਨਹੀਂ। ਜੇ ਕਿਸੇ ਸਿਆਣੇ ਬੰਦੇ ਕੋਲ ਟਿਊਸ਼ਨ ਰੱਖਣੀ ਸੀ, ਮੈਂ ਤੁਹਾਡੇ ਕੋਲ ਮੈਂ ਟਿਊਸ਼ਨ ਰੱਖਣੀ।
ਕਹਿਣ ਤੋਂ ਭਾਵ ਇਹ ਆ ਵੀ ਇਹ ਅੱਜ ਕੱਲ੍ਹ ਸਿਆਸਤ ਹੋ ਗਈ। ਹਾਂ ਵੀ ਮਤਲਬ ਵੀ ਤੂੰ ਮੈਂਬਰ ਬਣਾ ਦੇਗਾ, ਉਦੋਂ ਬਾਅਦ ਵੋਟਾਂ ਲਾਇਆ, ਫਿਰ ਵੋਟਾਂ ਦੇ ਹਿਸਾਬ ਨਾਲ ਕੁਰਸੀਆਂ ਸਿਆਸਤ। ਸੋ ਇਹ ਹੁਣ ਵਾਲੀ ਸਿਆਸਤ ਦੇ ਬੰਦੇ ਨੇ, ਜਿਹੜੀ ਪਹਿਲੀ ਅਸਲ ਸਿਆਸਤ ਸੀਗੀ ਉਹਦੇ ਬੰਦੇ ਹੌਲੀ ਹੌਲੀ ਕਰਦੇ ਜਾਂਦੇ। ਇੱਕ ਨਾ ਸੰਧਾਲੀਆ ਸਾਹਿਬ ਆਮ ਤੌਰ ਤੇ ਕਹਿੰਦੇ ਹੁੰਦੇ ਕਿ ਬੰਦੇ ਨੂੰ ਰਿਸਕ ਲੈਣੇ ਬਹੁਤ ਜ਼ਰੂਰੀ ਨੇ, ਜ਼ੋਖਮ। ਹੁਣ ਬਾਦਲ ਸਾਹਿਬ ਨੂੰ ਜਿਹੜੇ ਬੰਦੇ ਨਹੀਂ ਸਿਆਸਤ ਵਿੱਚ ਪਸੰਦ ਕਰਦੇ, ਉਹ ਵੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ। ਪਰ ਇੱਕ ਗੱਲ ਤਾਂ ਮੈਂ ਸੰਧਾਲੀਆ ਸਾਹਿਬ ਸੋਚਦਾ ਸੀ, ਮੈਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਬਾਦਲ ਸਾਹਿਬ ਨੇ ਇਹ ਨਹੀਂ ਦੇਖਿਆ ਕਿ ਬੰਗਾਲ 'ਚ ਕੀ ਹੁੰਦਾ ਹੈ, ਕੇਰਲਾ 'ਚ ਕੀ ਹੁੰਦਾ, ਰਾਜਸਥਾਨ 'ਚ ਕੀ ਹੁੰਦਾ, ਤਾਂ ਆਪਾਂ ਪੰਜਾਬ 'ਚ ਕਰੀਏ। ਤੁਸੀਂ ਦੇਖੋ ਕਿ ਬਹੁਤ ਸਾਰੀਆਂ ਚੀਜ਼ਾਂ, ਚਾਹੇ ਉਹ ਸੂਬੇ ਦੇ ਲਈ ਠੀਕ ਸੀ ਜਾਂ ਨਹੀਂ ਸੀ, ਉਹ ਵੱਖਰੀ ਗੱਲ ਹੈ। ਉਹਨਾਂ ਨੇ ਪੰਜਾਬ ਦੀ ਵਿੱਤੀ ਸਥਿਤੀ ਦੇ ਉੱਤੇ ਕੀ ਪ੍ਰਭਾਵ ਪਾਇਆ, ਉਹ ਇੱਕ ਡਿਫਰੈਂਟ ਇਸ਼ੂ ਹੈ। ਪਰ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ, ਫੋਰ ਐਗਜ਼ਾਮਪਲ, ਜਿੱਥੇ ਕਿਤੇ ਮੈਂ ਗਲਤ ਹੋਵਾਂ ਦੱਸ ਦਿਓ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਵਾਲੇ ਇਹਨਾਂ ਨੇ ਪਹਿਲਾਂ ਸ਼ੁਰੂ ਕੀਤੀ, ਮੁੜ ਕੇ ਰਾਜਸਥਾਨ, ਯੂਪੀ, ਪਤਾ ਨਹੀਂ ਕਿਹੜੇ ਕਿਹੜੇ ਸੂਬੇ ਦੇ ਵਿੱਚ ਜਾ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਹਿਤਾ ਕਿ ਅਸੀਂ ਇਹ ਕਰਨੀ ਹੈ। ਸ਼ਗਨ ਸਕੀਮ 11,000 ਤੋਂ ਸ਼ੁਰੂ ਕੀਤੀ ਸੀ, ਸਾਰੇ ਕਿਸਾਨਾਂ ਦੀ ਸਾਰੀ ਜ਼ਮੀਨ ਦੇ ਲਈ ਮੁਫਤ ਬਿਜਲੀ। ਹਾਲਾਂਕਿ 4 ਏਕੜ 5 ਏਕੜ 2 ਏਕੜ ਦੇ ਲਈ ਕਈ ਕੁਛ ਪਹਿਲਾਂ ਚੱਲਦਾ ਰਿਹਾ, ਬਾਅਦ ਵਿੱਚ ਕਿੰਨੇ ਸੂਬਿਆਂ ਦੇ ਵਿੱਚ ਕਿੰਨੀਆਂ ਸਿਆਸੀ ਪਾਰਟੀਆਂ ਨੇ ਕਹਿ ਦਿੱਤਾ। ਆ ਮੁਫਤ ਸਾਈਕਲ ਵੰਡਣ ਵਾਲੀ ਯੋਜਨਾ। ਇਹਦੇ ਤੋਂ ਇਲਾਵਾ ਆ ਜਿਹੜਾ ਦਰਬਾਰ ਸਾਹਿਬ ਵਾਲਾ ਕੋਰੀਡੋਰ ਹੈ, ਹੈਰੀਟੇਜ, ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵਾਲਾ ਹੈਰੀਟੇਜ ਕੋਰੀਡੋਰ ਬਣਿਆ। ਉਹਦੇ ਤੋਂ ਬਾਅਦ ਹੁਣ ਉਜੈਨ ਸਮੇਤ ਭਾਰਤ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਰਕਾਰਾਂ ਨੇ ਸ਼ੁਰੂ ਕਰਤਾ ਕਿ ਭਾਈ ਇਹ ਕੰਮ ਸੂਤ ਆਉਂਦਾ ਹੀ। ਹੋਰ ਤੁਸੀਂ ਦੇਖੋ ਟਰੈਕਟਰ ਤੋਂ ਗੱਡੇ ਕਹਿਣ ਵਾਲਾ ਮਸਲਾ। ਇਹਦੇ ਤੋਂ ਇਲਾਵਾ ਬੁਢਾਪਾ ਪੈਨਸ਼ਨ ਪਹਿਲਾਂ ਪੰਜਾਬ ਦੀ ਸ਼ੁਰੂ ਹੀ ਭਾਵੇਂ 200 ਰੁਪਏ ਹੀ ਸੀ, ਜਾਣੀ ਸੰਗਤ ਦਰਸ਼ਨ ਲਾ ਲਓ। ਸੰਗਤ ਦਰਸ਼ਨ ਵਾਲੀ ਪ੍ਰਕਿਰਿਆ ਜਿਹੜੀ ਹੈ ਉਹ ਵੀ ਪਹਿਲਾਂ ਇੱਥੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਹਾਲਾਂਕਿ ਉਹਦੀਆਂ ਗਰੰਟਾਂ ਦੇ ਬਾਬਤ ਬਹੁਤ ਵੱਡਾ ਰੌਲਾ ਹੈ ਕਿ ਭਾਈ ਉਹ ਚੰਗੇ ਥਾਂ ਤੇ ਲੱਗੀਆਂ ਜਾਂ ਨਹੀਂ ਲੱਗੀਆਂ, ਜਾਣੀ ਇੱਕ ਪਾਲਿਸੀ ਦੇ ਤਹਿਤ ਗਰੰਟਾਂ ਹੁੰਦੀਆਂ, ਇੱਕ ਡਿਮਾਂਡ ਦੇ ਮੁਤਾਬਕ ਗਰੰਟਾਂ ਹੁੰਦੀਆਂ। ਪਰ ਇਹ ਸਾਰੀਆਂ ਉਹ ਚੀਜ਼ਾਂ ਸੀ ਜਿਹੜੀਆਂ ਬਾਦਲ ਸਾਹਿਬ ਨੇ ਰਿਸਕ ਲੈ ਕੇ ਸ਼ੁਰੂ ਕੀਤੀਆਂ ਤੇ ਬਹੁਤ ਸਾਰੇ ਸੂਬਿਆਂ ਨੇ ਉਸ ਚੀਜ਼ ਨੂੰ ਫੋਲੋ ਕੀਤਾ। ਨਹੀਂ ਕੀਤਾ, ਮੇਰਾ ਖਿਆਲ ਜਿਹੜਾ ਉਹਨਾਂ ਦਾ ਹਲਕਾ ਆਪਣਾ, ਜੇ ਆਪਾਂ ਮਾਲਵੇ ਦੀ ਗੱਲ ਕਰ ਦਈਏ, ਮਾਲਵੇ ਦੇ ਵਿੱਚ ਜਦੋਂ ਸੇਮ ਆਈ ਹੈ, ਤੇ ਜਦੋਂ ਸੇਮ ਮੇਰਾ ਖਿਆਲ ਉਹ ਸਮੁੰਦਰ ਬਣਿਆ ਸੀ ਉਧਰਲੇ ਪਾਸੇ, ਹੁਣ ਉਹ ਜਿੰਨੇ ਉਧਰਲੇ ਪਾਸੇ ਸੇਮ ਨਾਲੇ ਕੱਢਣੇ ਤੇ ਉਸ ਤੋਂ ਬਾਅਦ ਉਹ ਨਹਿਰਾਂ ਦਾ ਸਾਰਾ ਹਿਸਾਬ ਕਿਤਾਬ ਕਰਨਾ, ਉਹ ਤੇ ਲੋਕ ਮੇਰਾ ਖਿਆਲ ਅੱਜ ਵੀ ਜੇ ਕਿਸੇ ਪਿੰਡ ਦੂਰ ਜਾ ਕੇ ਪੁੱਛ ਲਓ, ਕਹਿੰਦੇ ਯਾਰ ਫੇਰ ਕਿੱਦਾਂ ਸੀ, ਉਹ ਕਹਿੰਦੇ ਅਸੀਂ ਮਰ ਜਾਣਾ ਜੇ ਕਿਤੇ ਸੇਮ ਨਾ ਜਾਂਦੀ ਉੱਥੋਂ, ਹੈ ਨਾ। ਹੁਣ ਉਹ ਸੇਮ ਨਾਲਿਆਂ ਦੀ ਮੈਨੇਜਮੈਂਟ, ਉਸ ਤੋਂ ਬਾਅਦ ਜਿਹੜੀ ਪਾਣੀ ਦੀ ਵੱਡੀ ਪ੍ਰੋਬਲਮ ਸੀ, ਮੇਰਾ ਖਿਆਲ ਉਹ RO ਸਿਸਟਮ ਵੀ ਤੁਸੀਂ ਕਿਤੇ ਪੰਜਾਬ 'ਚ ਸੁਣਿਆ, ਹੁਣ ਤਾਂ ਪਤਾ ਨਹੀਂ ਚੱਲਦੇ ਕਿ ਨਹੀਂ ਚੱਲਦੇ। RO ਸਿਸਟਮ ਪਿੰਡਾਂ ਦੇ ਵਿੱਚ ਲੱਗੇ, ਬੰਦਾ ਸੋਚਦਾ ਵੀ ਯਾਰ ਨਿੱਕਾ ਤਾਂ RO ਹੁਣ ਘਰੇ ਲਵਾ ਲੂ ਜਿਹੜਾ ਬੰਦਾ ਸਹਿੰਦਾ। ਹੁਣ ਜਿਹੜੇ ਬੰਦੇ ਕੋਲੇ ਪੈਸੇ ਹੈ ਨਹੀਂ ਯਾਰ ਵੀ ਉਹ ਹੁਣ ਸਾਂਝੇ ਥਾਂ ਅੱਗੇ ਟੂਟੀ ਤੋਂ ਪਾਣੀ ਆਉਂਦਾ ਹੈ ਵਾਟਰ ਵਰਕਸ ਵਾਲਾ, ਤੇ ਯਾਰ ਹੁਣ ਕਿੱਦਾਂ ਕਰੀਏ। ਉਹ ਲੱਗੇ ਸੀਗੇ, ਉਹ ਚੱਲੇ ਨਹੀਂ ਚੱਲੇ, ਫੇਲ ਹੋ ਗਏ, ਕੀ ਨਹੀਂ ਹੋਇਆ ਉਹਦੇ 'ਚ ਆਪਾਂ ਪੈਂਦੇ ਨਹੀਂ। ਪਰ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਉਹ ਇੱਕ ਸੋਚ ਤੇ ਸੀਗੀ ਵੀ ਯਾਰ ਪਿੰਡ ਤੱਕ ਜੇ ਪਾਣੀ ਜਾਣਾ ਤੇ ਉਹ ਫਿਲਟਰ ਵਾਲਾ ਪਾਣੀ ਹੋਵੇ, ਕਿਸੇ ਨੂੰ ਇਹ ਨਾ ਲੱਗੇ ਵੀ ਯਾਰ ਲੈ ਸਾਡਾ ਦਾ ਪਾਣੀ ਫਿਲਟਰ ਵਾਲਾ ਨਹੀਂ, ਫਲਾਨੇ ਕਿ ਫਿਲਟਰ ਵਾਲਾ ਪਾਣੀ ਪੀਂਦੇ। ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਇੱਦਾਂ ਕਿ ਹੁਣ ਸ਼ਰਧਾਂਜਲੀ ਸਮਾਗਮ ਜਿੱਦਣ ਬਾਦਲ ਸਾਹਿਬ ਦਾ ਹੋਣਾ, ਉਦੋਂ ਵੀ ਇਕੱਠ ਤਕੜਾ ਹੋਊਗਾ, ਹੋਰ ਵੱਡੇ ਲੀਡਰ ਆਉਣਗੇ। ਹਾਂ, ਆਪਾਂ ਉਦੋਂ ਫਿਰ ਇੱਕ ਦਿਨ ਟਿਕਾ ਕੇ ਗੱਲ ਕਰਾਂਗੇ ਬਾਦਲ ਸਾਹਿਬ ਦੇ ਮੁੱਦੇ ਤੇ। ਪਰ ਇਹਦੇ ਤੋਂ ਬਿਨਾਂ ਇੱਕ ਉਹਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੇ ਬਾਬਤ ਜੇ ਸਾਡੇ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਆ ਤੇ ਅਸੀਂ ਭਾਈ ਕਰ ਲਾਂਗੇ ਗੱਲ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਲਈ ਦੁੱਖ ਦੀ ਘੜੀ ਸੀ। ਪਰਿਵਾਰ ਦਾ ਟੱਬਰ ਦੇ ਵਿੱਚੋਂ ਜੀ ਗਿਆ ਭਾਈ, ਤੇ ਬਣਦਾ ਸੀ ਕਿ ਭਾਈ ਜੇ ਜਿਹੜਾ ਬੰਦਾ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਰਿਹਾ, ਉਹ ਦਿੱਲੀ ਵਾਲਿਆਂ ਨਹੀਂ ਸੀ ਬਣਾਇਆ। ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਪਊਗੀ ਕਿ ਜੇ ਉਹ 5 ਵਾਰ ਮੁੱਖ ਮੰਤਰੀ ਬਣੇ ਤਾਂ ਪੰਜਾਬ ਦੇ ਲੋਕਾਂ ਬਣਾਏ, ਜੇ ਉਹ 3 ਵਾਰ ਵਿਰੋਧੀ ਧਿਰ ਦੇ ਨੇਤਾ ਬਣੇ ਤਾਂ ਪੰਜਾਬ ਦੇ ਲੋਕਾਂ ਬਣਾਏ। ਫਿਰ ਵਿਰੋਧੀ ਧਿਰ ਦਾ ਨੇਤਾ ਵੀ ਜਿੱਤ ਕੇ ਬਣਦਾ ਹੈ ਨਾ, ਤੇ ਉਹ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਸੀ। ਤੇ ਜੇ ਲੋਕ ਵੋਟ ਪਾਉਂਦੇ ਸੀ ਤਾਂ ਕਿਸੇ ਗੱਲ ਨੂੰ ਪਾਉਂਦੇ ਹੋਣੇ ਆ। ਸੋ ਹਰ ਪੱਖ ਦੀ ਗੱਲ ਕਰਨੀ ਜ਼ਰੂਰੀ ਸੀ। ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਕਿੰਨੇ ਕੁ ਸਫਲ ਜਾਂ ਅਸਫਲ ਰਹੇ, ਉਹਦੀ ਆਪਾਂ ਕਿਸੇ ਦਿਨ ਗੱਲ ਕਰ ਲਾਂਗੇ। ਇਹ ਬਿਲਕੁਲ ਠੀਕ ਹੈ। ਚਲੋ ਹੁਣ ਆਪਾਂ ਖਬਰਾਂ ਵਾਲੇ ਪਾਸੇ ਨੂੰ ਮੋੜਾ ਕੱਟੀਏ। ਹੁਣ ਜੇ ਤੁਸੀਂ ਮਾਲਵੇ ਵਾਲੇ ਪਾਸੇ ਗਏ ਆ ਤੇ ਮਾਲਵੇ ਦੇ ਵਿੱਚ ਚਰਚਾ ਮੇਰਾ ਖਿਆਲ 2015 ਤੋਂ ਪਹਿਲਾਂ ਹੀ ਚੱਲ ਪਿਆ ਸੀ। 2015 'ਚ ਤਾਂ ਇੱਕ ਵੱਖਰਾ ਮੋੜ ਆ ਗਿਆ ਨਾ, ਪਰ ਉਹ ਚੱਲਦਾ ਇਹ ਸਾਰਾ ਕੁਝ ਜਿਹੜਾ ਉਹ ਇੱਥੇ ਪਹੁੰਚਿਆ ਵੀ ਬਾਬੇ ਸਿਰਸਲ ਨੂੰ ਕੈਦ ਹੋ ਗਈ। ਜਿੱਦਣ ਕੈਦ ਬੋਲੀ ਉਦਣ ਵੀ ਗੱਡੀਆਂ ਦਾ ਕਾਫਲਾ, ਪੰਚਕੂਲੇ ਕੀ ਕੁਛ ਹੋਇਆ, ਸਰਸੇ ਕੀ ਕੁਛ ਹੋਇਆ, ਆਪਾਂ ਨੂੰ ਪਤਾ। ਲੋਕਾਂ ਨੂੰ ਬੜਾ ਐਂ ਜੇ ਲੱਗਿਆ, ਜਿਹੜੇ ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਯਾਰ ਬੰਦਾ ਜੇ ਉਹਨੇ ਕੋਈ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਸੁੱਖ ਦਾ ਸਾਹ ਜਿਹਾ ਸੀਗਾ, ਜਿਹੜੇ ਲੋਕਾਂ ਨੇ ਇੰਨੇ ਸਾਲ ਕੇਸ ਲੜਿਆ, ਸਾਰੀ ਮਿਹਨਤ ਕੀਤੀ। ਪਰ ਜਦੋਂ ਫਿਰ ਬਾਬੇ ਦਾ ਕੰਮ ਪੈਰੋਲ ਵਾਲਾ ਸ਼ੁਰੂ ਹੋਇਆ, ਉਹ ਤਾਂ ਇੱਦਾਂ ਹੋ ਗਿਆ ਵੀ ਜਿੱਦਾਂ ਮਤਲਬ ਉਹ ਇੱਕ ਲਿਖਿਆ ਹੀ ਹੁੰਦਾ ਵੀ 40-50 ਦਿਨ ਅੰਦਰ, ਫਿਰ 40-50 ਦਿਨ ਬਾਹਰ, 40-50 ਦਿਨ ਅੰਦਰ, 40-50 ਦਿਨ ਬਾਅਦ। ਮੇਰਾ ਖਿਆਲ ਆ ਪਿਛਲੀ ਪੈਰੋਲ ਤੋਂ ਬਾਅਦ ਅੰਦਰ ਜਾਣ ਵਾਲੇ ਦਿਨ ਅਜੇ ਹੋ ਸਕਦਾ ਲੋਕਾਂ ਨੂੰ ਪੋਟਿਆਂ 'ਤੇ ਯਾਦ ਹੋਣ ਵੀ ਯਾਰ ਉਦਣ ਦਾ ਬੰਦਾ ਅੰਦਰ ਗਿਆ ਇਹ। ਹੁਣ ਫੇਰ ਚਰਚਾ ਚੱਲਦੀ ਆ ਵੀ ਸ਼ਾਇਦ ਕੋਈ ਡੇਰੇ ਦਾ ਖਨੀ ਸਥਾਪਨਾ ਦਿਵਸ ਆ, ਕੁਛ ਇੱਦਾਂ ਦਾ ਇਸੇ ਅਪ੍ਰੈਲ ਦੇ ਅਖੀਰ ਤੱਕ ਜਾਂਦਿਆਂ ਤੇ ਬਾਬੇ ਨੂੰ ਫੇਰ ਪੈਰੋਲ ਦੇਣ ਦੀ ਤਿਆਰੀ ਹੈ।
ਦੇਖੋ ਸੰਧਾਲੀਆ ਸਾਹਿਬ ਕਹਿੰਦੇ ਆ ਕਿ ਬਾਗਪਤ ਵਾਲੇ ਪ੍ਰਸ਼ਾਸਨ ਨੇ ਵੀ ਕਹਿਤਾ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਤਾਂ ਜੇਲ੍ਹ ਜਿਹੜੀ ਉਹ ਹੈ ਕਿ ਸੁਨਾਰੀਆ ਜੇਲ੍ਹ ਜਿਹੜੀ ਹੈ ਰੋਹਤਕ ਦੀ, ਉਹ ਤਾਂ ਪਹਿਲੇ ਕਹੇ ਜਾਂਦੇ ਬਾਬੇ ਤੋਂ ਵੱਧ ਅਨੁਸ਼ਾਸਨ ਪ੍ਰਬੰਧ ਕੋਈ ਹੈ ਹੀ ਨਹੀਂ। ਇਹ ਬੜਾ ਬੰਦਾ ਬੀਪਾ ਬੰਦਾ ਜਾਣੀ ਕਹਿਣ ਦਾ ਭਾਵ ਕਿ ਜਿੱਦਾਂ ਕਹਿ ਦਿੰਦੇ ਆ ਕਾਨੂੰਨ ਦੇ ਮੁਤਾਬਕ ਕੰਮ ਚੱਲਦਾ, ਸਾਨੂੰ ਵੀ ਕੀ ਇਤਰਾਜ਼ ਆ ਉਹ ਕਹਿੰਦੇ। ਹੁਣ ਤੁਸੀਂ ਦੇਖੋ ਕਿ ਦੂਜੇ ਪਾਸੇ ਇੱਕ ਪਟੀਸ਼ਨ ਹੈ ਜਿਹਨੂੰ SGPC ਦੀ ਪਟੀਸ਼ਨ ਕਹਿੰਦੇ ਆ। ਜਦੋਂ 40 ਦਿਨ ਦੀ ਪੈਰੋਲ ਮਿਲੀ ਸੀ, SGPC ਨੇ ਵਿਰੋਧ ਕੀਤਾ ਸੀ, ਪਟੀਸ਼ਨ ਪਾਤੀ, ਫੈਸਲਾ ਨਹੀਂ ਸੀ ਹੋਇਆ, ਤੇ ਬਹੁਤ ਸਾਰੇ ਲੋਕ ਕਹਿੰਦੇ ਕੀ ਫਾਇਦਾ ਹੁਣ ਤਾਂ ਬਾਬੇ ਨੇ ਪੈਰੋਲ ਜਿਹੜੀ ਹੈ ਮਾਣ ਲਈ ਹੈ, 40 ਦਿਨ ਮੁਕੰਮਲ ਹੋ ਗਿਆ, ਹੁਣ ਪਟੀਸ਼ਨ ਦਾ ਕੀ। ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ ਮਾਰਚ ਮਹੀਨੇ ਦੇ ਵਿੱਚ ਕਿ ਠੀਕ ਹੈ ਐਤਕੀ ਵਾਲੀ ਪੈਰੋਲ ਤਾਂ ਮੁਕੰਮਲ ਹੋ ਗਈ, 40 ਦਿਨ ਬਾਬਾ ਕੱਟ ਗਿਆ, ਪਰ ਜਦੋਂ ਅਗਲੀ ਵਾਲੀ ਪੈਰੋਲ ਮੰਗੂ ਤੇ ਉਦੋਂ ਜੇ ਚੱਜ ਦਾ ਵਕੀਲ ਕੀਤਾ ਹੋਵੇ ਉਹਨਾਂ ਨੇ ਮੋਹਰਿਓਂ, ਤਾਂ ਅਗਲਾ ਬੰਦਾ ਇਸ ਪਟੀਸ਼ਨ ਦੇ ਕਾਗਜ਼ ਪੱਤਰ ਜਾ ਕੇ ਟੇਬਲ ਦੇ ਉੱਤੇ ਜੱਜ ਸਾਹਿਬ ਦੇ ਸਾਹਮਣੇ ਰੱਖ ਦੂ ਕਿ ਆਹ ਦੇਖੋ ਪੰਜਾਬ ਸੂਬੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਰਹੀਮ ਦੀ ਪੈਰੋਲ ਸੰਬੰਧੀ ਆਹ ਤੌਖਲਾ ਪ੍ਰਗਟ ਕੀਤਾ ਹੈ। ਘੱਟੋ ਘੱਟ ਪੱਖ ਸੁਣਨਗੇ, ਜੇ ਪੱਖ ਸੁਣਨਗੇ ਇਹਨਾਂ ਦੇ ਕੋਲੇ ਕੋਈ ਸਬੂਤ ਪ੍ਰੂਫ ਹੋਏਗਾ, ਇਹਨਾਂ ਨੂੰ ਕੋਈ ਆਸਾਰ ਆਭਾਰ ਹੋਏਗਾ ਇਧਰਲੇ ਪਾਸੇ ਨੂੰ ਕਿ ਆਹ ਕੰਮ ਚੱਲਦਾ, ਤੇ ਉਹ ਦੱਸ ਸਕਣਗੇ ਸ਼ਾਇਦ ਪੈਰੋਲ ਦੇ ਵਿੱਚ ਕੋਈ ਅੜਿੱਕਾ ਹੋਵੇ। ਪਰ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕੰਮ ਥੋੜੇ ਆ। ਗੁਰਮੀਤ ਰਾਮ ਰਹੀਮ ਨੂੰ ਐਤਕੀ ਤਾਂ ਪੰਜਾਬ ਦੇ ਨਾਲ ਇੱਕ ਕੰਮ ਹੋਰ ਵੀ ਬੜਾ ਵੱਡਾ ਸੰਬੰਧਿਤ ਹੈ, ਕਿਉਂਕਿ ਜਿਹੜਾ ਸਥਾਪਨਾ ਦਿਵਸ ਹੋਣਾ ਨਾ ਉਦਣ ਹੀ ਇਹਨੇ ਜਾਮੇ ਇਨਸਾ ਸ਼ੁਰੂ ਕੀਤਾ ਜਿੱਥੇ ਬਹੁਤ ਵੱਡਾ ਰੌਲਾ ਪਿਆ ਸੀ ਪੰਜਾਬ 2007 ਵਾਲਾ। ਉਹ ਜਾਮੇ ਇਨਸਾ ਆਹੀ ਸਥਾਪਨਾ ਦਿਵਸ ਦੇ ਮੌਕੇ ਤੇ ਹੈ, ਜਦ ਕਿ ਲੋਕਾਂ ਦਾ ਗੁੱਸਾ ਵੀ ਵੱਧ ਸਕਦਾ। ਹਾਂ ਬਾਕੀ ਇਹ ਕਿ ਉਹਨੂੰ ਹੋਰ ਕੰਮ ਬੜੇ ਨੇ। ਸੰਧਾਲੀਆ ਸਾਹਿਬ ਤੁਹਾਨੂੰ ਲੱਗਦਾ ਕਿ ਬਾਬੇ ਨੂੰ ਪੈਰੋਲ ਮਿਲ ਜਾਣੀ ਹੈ, ਬਾਬੇ ਨੇ ਗੱਡੀ ਬੈਠ ਕੇ ਆ ਜਾਣਾ ਹੈ, ਬਾਬੇ ਨੇ ਆਸ਼ਰਮ 'ਚ ਮੌਜਾਂ ਕਰਨੀਆਂ? ਨਾ, ਪਹਿਲਾਂ ਗਾਣਾ ਲਿਖਣਾ, ਫਿਰ ਉਹਦਾ ਸੰਗੀਤ ਤਿਆਰ ਕਰਨਾ, ਫਿਰ ਉਹਦੀਆਂ ਤਰਜ਼ਾਂ ਜਿਹੀਆਂ ਕੱਢਣੀਆਂ, ਕੋਈ ਬਣਾਉਣਾ ਜਿਹਾ, ਫਿਰ ਉਹਦਾ ਤੋਲ ਤਕਾਨ ਦਾ ਵੀ ਬਹੁਤ ਖਿਆਲ ਰੱਖਣਾ, ਫਿਰ ਉਹ 'ਤੇ ਵੀਡੀਓਗ੍ਰਾਫੀ ਵੀ ਕਰਨੀ ਹੈ, ਫਿਰ ਕਿਤੇ ਜਾ ਕੇ ਉਹ ਗਾਣਾ ਮੁਕੰਮਲ ਹੋਣਾ, ਫਿਰ ਗਾਣਾ ਵੀ ਹੈ ਨਾ, ਗਾਣਾ ਵੀ ਹੈ, ਵੱਡਾ ਕੰਮ। ਹਾਂ ਵੱਡਾ ਕੰਮ ਹੈ। ਨਹੀਂ ਮੈਂ ਅੰਦਾਜ਼ਾ ਜਿਹਾ ਲਾਉਂਦਾ ਸੀ, ਜੇ ਮੈਂ ਗਲਤ ਨਹੀਂ ਤੇ ਸ਼ਾਇਦ ਜਨਵਰੀ ਮਹੀਨਾ ਉਦੋਂ ਲੰਘ ਗਿਆ ਜਦੋਂ ਪੈਰੋਲ ਪਹਿਲੀ ਮਿਲੀ, 21 ਸੀ ਮੇਰੇ ਖਿਆਲ, ਤੇ ਮਾਰਚ ਦੇ ਮੇਰਾ ਖਿਆਲ ਸ਼ੁਰੂ ਦੇ ਵਿੱਚ ਹੀ ਉਹ 40 ਕੁ ਦਿਨ ਜਦੋਂ ਪੂਰੇ ਹੋ ਗਏ ਤੇ ਬੰਦਾ ਅੰਦਰ ਚਲੇ ਗਿਆ। ਉਦੋਂ ਪਿੱਛੇ 50 ਦਿਨ ਪਹਿਲਾਂ ਬੰਦਾ ਅੰਦਰ ਰਿਹਾ ਸੀ, ਤੇ ਹੁਣ ਤੁਸੀਂ ਦੇਖ ਲਓ ਆ ਮੋਟੇ ਜੇ 50 ਦਿਨ ਹੀ ਫੇਰ ਬਣਦੇ ਹੈਗਾ ਅੰਦਰ ਜਾਣ ਤੋਂ ਬਾਅਦ ਦੀ ਗੱਲ ਆਪਾਂ ਕਰ ਲਈਏ, ਤੇ 50-55 ਦਿਨ ਬੰਦੇ ਨੂੰ ਫੇਰ 40 ਦਿਨ ਲਈ ਛੱਡ ਦਿੰਦੇ ਨੇ। ਇਸ ਹਿਸਾਬ ਨਾਲ ਜਦੋਂ ਮੇਰਾ ਖਿਆਲ ਸਜ਼ਾ ਦੀ ਗੱਲ ਚੱਲੀ ਸੀ ਵੀ ਬਾਬੇ ਨੂੰ ਪਹਿਲੀ ਬੱਲੇ ਵੀ ਇੱਕ 10 ਸਾਲ ਦੀ ਸਜ਼ਾ ਹੋ ਗਈ, ਜਦੋਂ ਉਹ 10 ਸਾਲ ਪੂਰੇ ਹੋ ਗਏ ਫਿਰ ਅਗਲੀ 10 ਸਾਲ ਦੀ ਸ਼ੁਰੂ ਹੋਣੀ ਆ, ਫਿਰ ਉਹ ਤੋਂ ਬਾਅਦ ਉਹ ਦੂਸਰੀ ਕਤਲ ਕੇਸ ਵਾਲੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਜਾਣੀ ਆ। ਬਈ ਹੁਣ ਤਾਂ ਬਾਬਾ ਨਿਕਲਦਾ ਨਹੀਂ। ਮੈਂ ਨਾ ਵੀ ਜੀ ਆਹ ਤੇ ਜਿੱਦਾਂ ਤੁਸੀਂ ਆਪਾਂ ਘਰਾਂ ਦੀਆਂ ਕਿਸ਼ਤਾਂ ਦੀ ਗੱਲ ਕਰਦੇ ਵੀ 35 ਸਾਲ ਦੀ ਕਿਸ਼ਤ ਹੋ ਗਈ, ਆਹ ਤੇ ਫਿਰ ਕਿਸ਼ਤਾਂ ਵਾਲਾ ਹੀ ਕੰਮ ਹੋ ਗਿਆ ਨਾ। ਉਹ ਕਹਿੰਦੇ 50 ਦਿਨ ਅੰਦਰ ਤੇ 40 ਬਾਹਰ, 50 ਅੰਦਰ 40 ਬਾਹਰ। ਉਹ ਮੈਨੂੰ ਲੱਗਦਾ ਕਿ ਜਿਹੜੇ 40-50 ਦਿਨ ਅੰਦਰ ਨੇ ਉਹ ਸੂਤ ਰਹਿੰਦਾ ਹੋਣਾ ਕੰਮ ਉਹਦਾ, ਕਿ ਨਾ ਕਿਤੇ ਬੋਲਣਾ ਪੈਂਦਾ ਹੀ, ਹਾਂ ਨਾ ਮਿਊਜ਼ਿਕ ਬਣਾਉਣਾ ਪੈਂਦਾ ਹੀ। ਨਹੀਂ ਜਾਂ ਇਦਾਂ ਤਾਂ ਨਹੀਂ ਜਿਹੜੀ ਗੱਲ ਤੁਸੀਂ ਕਹੇ ਵੀ 50 ਦਿਨਾਂ 'ਚ ਗਾਣੇ ਗੁਣੇ ਲਿਖ ਕੇ ਬੰਦਾ ਉਹ ਮੇਰਾ ਰੈਡੀ ਹੈ ਜੀ ਕੰਮ। ਹੁਣ ਮੈਨੂੰ ਜਾਣਦੇ ਹੋ ਸਟੂਡੀਓ ਚੱਲੀ ਹੋਣਾ ਹੈ, ਹਾਂ ਵੀ ਹੁਣ ਹੋਮਵਰਕ ਪੂਰਾ ਹੋ ਗਿਆ, ਹੁਣ ਪ੍ਰੈਕਟੀਕਲ ਕਰਨ ਜਾਣਾ ਬਾਹਰਲੇ ਪਾਸੇ। ਮਤਲਬ ਇਹ ਆਪਾਂ ਤਾਂ ਚਲੋ ਇਹ ਬੇਨਤੀ ਅਸੀਂ ਨਹੀਂ ਆਉਂਦੇ ਜੀ ਵੀ ਇਹ ਕਿਸੇ ਤੇ ਧੱਕਾ ਹੈ ਤੇ ਕਿਸੇ ਦੇ ਅਧਿਕਾਰਾਂ ਦੀ ਗੱਲ ਹੈ, ਕਿਉਂਕਿ ਇਹ ਬੜਾ ਕਿਹਾ ਜਾਂਦਾ ਨਾ ਜੀ ਵੀ ਉਹ ਹਰੇਕ ਨਾਗਰਿਕ ਨੂੰ ਹੱਕ ਹੈ। ਮੇਰਾ ਖਿਆਲ ਉਹ ਜਿਹੜੀ SGPC ਵਾਲੀ ਪਟੀਸ਼ਨ ਉਹਦੇ ਵਿੱਚ ਉਹਨਾਂ ਨੇ ਇਹੀ ਪੁੱਛਿਆ ਵੀ ਇਹ ਨਾਗਰਿਕ ਇਕੱਲਾ ਇੱਕੋ ਹੀ ਹੈ ਇੰਡੀਆ 'ਚ, ਬਾਕੀ ਨਾਗਰਿਕ ਹੈ ਨਹੀਂ ਜੇਲ੍ਹ 'ਚ, ਉਹਨਾਂ ਦਾ ਵੀ ਪੁੱਛ ਲਓ। ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬਾਕੀ ਸਾਰੇ ਅਨੁਸ਼ਾਸਨ ਭੰਗ ਕਰਦੇ ਆ, ਬਾਕੀ ਸਾਰਿਆਂ ਦੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਇੰਨੀ ਛੇਤੀ ਹੋ ਜਾਂਦੀ ਹੈ। ਬਾਕੀਆਂ ਨੇ ਪੈਰੋਲ ਦੇ ਉੱਤੇ ਆਉਣਾ ਹੋਵੇ ਤਾਂ ਕੀ ਸਥਾਨਕ ਪ੍ਰਸ਼ਾਸਨ ਇੰਨੀ ਛੇਤੀ ਇਨਕੁਆਇਰੀ ਕਰਕੇ ਦੱਸ ਦਿੰਦਾ ਕਿ ਭਾਈ ਭੇਜ ਦਿਓ ਬੰਦਾ, ਗੱਲ ਹੀ ਕੋਈ ਨਹੀਂ। ਹਾਲਾਂਕਿ 2 ਦੋਸ਼ ਬਲਾਤਕਾਰ ਦੇ ਸਾਬਿਤ ਹੋਏ ਆ, ਕਤਲ ਦੇ ਵਿੱਚ ਸਾਜ਼ਿਸ਼ ਘਾੜੇ ਦੇ ਦੋਸ਼ ਸਾਬਿਤ ਹੋਏ ਆ, ਤੇ ਕਈ ਕੇਸ ਇੱਦਾਂ ਦੇ ਚੱਲਦੇ ਆ, ਤੇ ਉਸ ਬੰਦੇ ਨੂੰ ਇੰਨੀ ਆਰਾਮ ਦੇ ਨਾਲ ਜਦੋਂ ਪੈਰੋਲ ਮਿਲਦੀ ਆ ਤਾਂ ਫਿਰ ਰੌਲਾ ਤਾਂ ਪੈਂਦਾ। ਚਲੋ ਸੰਧਾਲੀਆ ਸਾਹਿਬ ਭੋਰਾ ਅੱਗੇ ਤੁਰਦੇ ਆ ਥੋੜਾ ਜਿਹਾ। ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਖਿਲਾਫ ਮਾਮਲਾ ਦਰਜ ਹੋ ਗਿਆ, ਤੇ ਮਾਮਲਾ ਦਰਜ ਕਰਾਇਆ ਇੱਕ ਸਰਕਾਰੀ ਅਧਿਕਾਰੀ ਨੇ, ਉਹਨਾਂ ਦੇ ਹਲਕੇ ਦੇ SDM ਸਾਹਿਬ ਨੇ, ਭਲੱਥ ਵਿਧਾਨ ਸਭਾ ਹਲਕੇ ਤੋਂ MLA ਨੇ। ਉਹ ਕਹਿੰਦੇ ਜੀ ਪਿਛਲੇ ਦਿਨੀ ਖਹਿਰਾ ਸਾਹਿਬ ਆਪਣੇ ਸਾਥੀਆਂ ਨਾਲ ਆਏ, ਫੇਸਬੁੱਕ ਦੇ ਉੱਤੇ ਲਾਈਵ ਕੀਤਾ, ਧੱਕੇ ਨਾਲ ਬੇਵਜ੍ਹਾ ਬੇਤੁਕੇ ਸਵਾਲ ਮੈਨੂੰ ਪੁੱਛੇ, ਮੈਨੂੰ ਹਰਾਸ ਕੀਤਾ, ਮੈਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ MLA ਸੁਖਪਾਲ ਸਿੰਘ ਖਹਿਰਾ ਸਾਹਿਬ ਨੇ। ਉਦੋਂ ਵੀ ਇਹਨਾਂ ਦੀਆਂ ਫੋਟੋਆਂ ਅਖਬਾਰਾਂ ਦੇ ਫਰੰਟ ਪੇਜ ਤੇ ਛਪੀਆਂ ਸੀ, ਪਹਿਲੇ ਸਫ਼ੇ ਦੇ ਉੱਤੇ। ਹੁਣ ਅਜੇ ਖਹਿਰਾ ਸਾਹਿਬ ਦਾ ਬਿਆਨ ਇੱਧਰਲੇ ਪਾਸੇ ਕੀ ਆਉਂਦਾ ਆਪਾਂ ਦੇਖਾਂਗੇ, ਪਰ ਹੁਣ ਅਫਸਰ ਵੀ ਕਹਿੰਦੇ ਕਿ ਭਾਈ ਸਾਨੂੰ ਹਰਾਸ ਕੀਤਾ। ਮੇਰਾ ਖਿਆਲ ਜਦੋਂ ਉਹ ਵੀਡੀਓ ਜੀ ਲਾਈਵ ਚੱਲੀ ਸੀ, ਜੇ ਮੈਂ ਗਲਤ ਨਹੀਂ ਤੇ ਮੇਰਾ ਖਿਆਲ ਉਹ ਜਦੋਂ ਕਿਸਾਨਾਂ ਵਾਲਾ ਰੌਲਾ ਸੀ ਉਹੀ ਚੱਕਰ ਸੀਗਾ ਜੀ, ਹੈ ਨਾ, ਤੇ ਗਰਦੌਰੀ ਨਹੀਂ ਕਰਨਾ, ਹਾਂ ਗਰਦੌਰੀ ਵਾਲੀ ਗੱਲ। ਉਦੋਂ ਮੇਰਾ ਖਿਆਲ 1-2 ਜਿਹੜੇ ਪੁਲਿਸ ਦੇ ਅਫਸਰ ਸੀਗੇ ਉਹਨਾਂ ਦੇ ਨਾਲ ਵੀ ਉੱਥੇ ਸ਼ਬਦ ਤੇ ਇਹ ਬਣਿਆ ਸੀ ਖਬਰ ਦੇ ਵਿੱਚ ਵੀ ਧੱਕਾ ਮੁੱਕੀ ਹੋਈ। ਹਾਲਾਂਕਿ ਉਹ ਪੁਲਿਸ ਆਫੀਸਰਸ ਵੀ ਬਾਅਦ 'ਚ ਕਹਿੰਦੇ ਸੀ ਵੀ ਦੇਖੋ ਧੱਕੇ ਮੁੱਕੀ ਵਾਲੀ ਗੱਲ ਕੋਈ ਨਹੀਂ ਜੀ, ਸਾਡੀ ਡਿਊਟੀ ਆ ਵੀ ਹਰੇਕ ਨੂੰ ਆਪੋ ਆਪਣੀ ਥਾਂ ਦੇ ਉੱਪਰ ਰੱਖਣਾ, ਤੇ ਉਦੋਂ ਮਾੜਾ ਮੋਟਾ ਅੱਗਾ ਪਿੱਛਾ ਹੋ ਜਾਂਦਾ, ਏਡੀ ਗੱਲ ਕੋਈ ਨਹੀਂ।
ਪਰ ਉਹ ਚੱਕਰ ਚੱਲਦਾ ਚੱਲਦਾ ਇੱਥੋਂ ਤੱਕ ਪਹੁੰਚੂਗਾ, ਇਸ ਪਾਸੇ ਨੂੰ ਜਾਊਗਾ, ਇਹਦੀ ਕਿਸੇ ਨੇ ਆਸ ਨਹੀਂ ਸੀ ਕੀਤੀ ਵੈਸੇ। ਹੁਣ ਹੋ ਸਕਦਾ ਕਿ ਮਤਲਬ ਇਹਦੇ ਤੇ ਕੱਲ੍ਹ ਨੂੰ ਖਹਿਰਾ ਸਾਹਿਬ ਦਾ ਬਿਆਨ ਆ ਜਾਏ ਵੀ ਦੇਖੋ ਜੀ ਇਹ ਸਿਆਸੀ ਤੌਰ ਦੇ ਉੱਪਰ ਮੇਰੇ ਤੇ ਪਰਚਾ ਕੀਤਾ ਗਿਆ, ਜਾਂ ਜਿਹੜੇ ਉਹ ਕਹਿ ਲਓ ਕਿ SDM ਸਾਹਿਬ ਨੇ, ਜਾਂ ਉਹਦੇ ਵਿੱਚ ਹੋ ਸਕਦਾ ਵੀ ਕੋਈ 2-4 ਨਾਲ ਪੁਲਿਸ ਦੇ ਅਫਸਰ ਵੀ ਹੋਣ ਵੀ ਦੇਖੋ ਜੀ ਅਸੀਂ ਤਾਂ ਉਦੋਂ, ਕਿਉਂਕਿ ਉਹ ਸਮਾਂ ਟਾਈਮ ਉਹ ਸੀਗਾ ਜਦੋਂ ਪੰਜਾਬ ਦੇ ਵਿੱਚ ਹਾਲਾਤ ਹੋਰਨਾਂ ਚੱਕਰਾਂ ਦਾ ਕਰਕੇ ਬੜੇ ਇੰਟੈਂਸ ਸੀ, ਪੁਲਿਸ ਦੇ ਉੱਪਰ ਪ੍ਰੈਸ਼ਰ ਹੋਰ ਦੂਸਰੇ ਕੰਮਾਂ ਦਾ ਬੜਾ ਸੀ। ਹੋ ਸਕਦਾ ਉਹ ਚੀਜ਼ਾਂ ਉਹਦੇ ਵਿੱਚ ਐਡ ਕਰ ਦੇਣ ਵੀ ਮਹਾਰਾਜ ਇਹਦਾ ਆਪਣਾ ਸਾਰਾ ਕੁਝ ਸਾਂਭਦੇ ਪਏ ਸੀ, ਇਹਦੇ ਵਿੱਚ ਆ ਕੇ ਇਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰਤਾ, ਲਾਅ ਐਂਡ ਆਰਡਰ ਵਾਲੀ ਵੀ ਕੋਈ ਚੱਕਰ ਚੱਲ ਪਏ। ਸੋ ਜੇ ਤੇ ਮੈਨੂੰ ਲੱਗਦਾ ਵੀ ਇਹ ਪੇਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਗਿਆ ਤੇ ਹੋ ਸਕਦਾ ਵੀ ਵਾਹ ਬਿਆਨ ਇੱਧਰੋਂ ਉੱਧਰੋਂ ਆਉਣ। ਇਹ ਗੱਲ ਤੁਹਾਡੀ ਠੀਕ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਬਰੂਗੜ੍ਹ ਲੈ ਕੇ ਗਈ ਸੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਦੇ ਤੇ। ਅੰਮ੍ਰਿਤਪਾਲ ਸਿੰਘ ਹੋਰਾਂ ਸਮੇਤ ਕੁੱਲ 10 ਬੰਦੇ ਉਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ। ਹਾਲਾਂਕਿ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਵਿੰਗ ਦੇ ਇੱਕ ਸਾਂਝੀ ਟੀਮ ਗਈ ਸੀ ਡਿਬਰੂਗੜ੍ਹ ਇੱਕ ਦਿਨ ਪਹਿਲਾਂ। ਉਹ ਜਾ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਪਤਾ ਲੱਗਾ ਕਿ ਪੁੱਛਗਿੱਛ ਕਰਕੇ ਆਈ ਹੈ, ਕੁਝ ਸਵਾਲ ਨਹੀਂ ਜਿਨ੍ਹਾਂ ਦੇ ਜਵਾਬ ਉਹਨਾਂ ਨੂੰ ਚਾਹੀਦੇ ਸੀ ਤੇ ਉਹ ਪੁੱਛਗਿੱਛ ਹੋਈ ਹੈ। ਪੁੱਛਿਆ ਤੇ ਇਹ ਵੀ ਹੋਣਾ ਨਾ ਕਿ ਕਿੱਥੇ ਕਿੱਥੇ ਰਹੇ ਹੋ, ਕਿਹਨੇ ਕਿਹਨੇ ਤੁਹਾਡੀ ਸਹਾਇਤਾ ਕੀਤੀ ਹੈ, ਤੇ ਲੰਗਰ ਪਾਣੀ ਪ੍ਰਸ਼ਾਦਾ ਕਿੱਥੋਂ ਛਕਿਆ, ਤੁਹਾਨੂੰ ਸਾਧਨ ਕੌਣ ਉਪਲਬਧ ਕਰਾਉਂਦਾ ਰਿਹਾ। 2-4 ਗ੍ਰਿਫਤਾਰੀਆਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਹਾਇਤਾ ਕਰਨ ਵਾਲਿਆਂ ਦੀਆਂ ਹੋਣ। ਇੱਕ ਤਾਂ ਪੁਲਿਸ ਪ੍ਰਸ਼ਾਸਨ ਗਿਆ, ਦੂਸਰਾ 10 ਬੰਦੇ NSA ਐਕਟ ਦੇ ਤਹਿਤ ਅੰਦਰ ਬਾੜੇ ਹੋਏ ਨੇ। ਉਹਨਾਂ ਦੇ ਵਿੱਚੋਂ 8 ਦੇ ਪਰਿਵਾਰਕ ਮੈਂਬਰਾਂ ਨੂੰ ਬਾਈ ਏਅਰ ਲੈ ਕੇ ਗਏ SGPC ਵਾਲੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਾਹਿਬ ਦੀ ਅਗਵਾਈ 'ਚ, ਤੇ ਉਹਨਾਂ ਨੇ ਫਿਰ ਉੱਥੇ ਮੁਲਾਕਾਤ ਕੀਤੀ ਹੈ, ਕਿਉਂਕਿ ਮੁਲਾਕਾਤ ਦੀ ਆਗਿਆ ਵੀ ਲੈ ਲਈ ਸੀ, ਇੱਕ ਦਿਨ ਨਿਰਧਾਰਤ ਹੈ। ਹੁਣ ਮੁਲਾਕਾਤ ਵੀ ਹੋ ਗਈ। ਉਹਦੇ ਤੋਂ ਬਾਅਦ ਉਹ ਕਹਿੰਦੇ ਜੀ ਇੱਕੋ ਜਿਹਾ ਹੀ ਤਕਰੀਬਨ ਦੋਸ਼ ਲਾਏ ਗਏ ਆ, ਇੱਕੋ ਜਿਹਾ ਮੌਕਾ ਮੇਲ ਵਿਖਾਇਆ ਗਿਆ, ਤੇ ਨਾਲ ਹੀ ਹੁਣ 1 ਤਰੀਕ ਨੂੰ ਸੰਧਾਲੀਆ ਸਾਹਿਬ ਸੁਣਵਾਈ ਹੈ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲਾਂ ਨੇ ਪਟੀਸ਼ਨ ਪਾਤੀ ਹੈ ਕਿ ਸਾਡੇ ਬੰਦਿਆਂ ਦੇ ਉੱਤੇ NSA ਨਹੀਂ ਸੀ ਬਣਦਾ, ਨੈਸ਼ਨਲ ਸਿਕਿਉਰਿਟੀ ਐਕਟ ਬਣਦਾ ਹੀ ਨਹੀਂ ਸੀ, ਤੇ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਕਹਿੰਦੇ ਨਹੀਂ ਬਣਦਾ ਤਾਂ ਸਾਡੇ ਬੰਦੇ ਨੂੰ ਅੰਦਰ ਕਿਉਂ ਬਾੜਿਆ, ਇਹ ਐਕਟ ਉਹਨਾਂ ਤੋਂ ਲਾ ਦਿਓ। ਇਹ ਬੜੀ ਇੰਪੋਰਟੈਂਟ ਸੁਣਵਾਈ ਹੋਣੀ ਹੈ। ਹੁਣ ਉੱਥੇ ਸਰਕਾਰ ਵਾਲੇ ਪਾਸਿਓਂ, ਏਜੰਸੀਆਂ ਵਾਲੇ ਪਾਸਿਓਂ, ਪ੍ਰਸ਼ਾਸਨ ਵਾਲੇ ਪਾਸਿਓਂ ਉਹਨਾਂ ਨੇ ਸਾਬਤ ਕਰਨਾ ਕਿ ਭਾਈ ਇਸ ਕਰਕੇ ਨੈਸ਼ਨਲ ਸਿਕਿਉਰਿਟੀ ਐਕਟ ਲਾਉਣਾ ਬਹੁਤ ਜ਼ਰੂਰੀ ਸੀ। ਇਹਨਾਂ ਨੇ ਦਲੀਲਾਂ ਦੇਣੀਆਂ ਕਿ ਲਾਉਣਾ ਨਹੀਂ ਸੀ ਜ਼ਰੂਰੀ। 1 ਮਈ ਦੇ ਉੱਤੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ। ਨਹੀਂ, ਨਜ਼ਰਾਂ ਟਿਕੀਆਂ। ਮੇਰਾ ਖਿਆਲ ਪਿੱਛੇ ਜੇ ਖਬਰ ਹੈ ਕਿ ਵੀ ਚਰਚਾ 'ਚ ਆਈ ਸੀ ਨਾ ਸ਼ਾਇਦ ਵੀ ਜਿਹੜਾ ਅੰਮ੍ਰਿਤਸਰ ਦੇ DC ਸਾਹਿਬ ਤੇ ਸ਼ਾਇਦ SSP ਸਾਹਿਬ ਦੇ ਵੀ ਬਿਆਨ ਸੀਗੇ, ਉਹਨਾਂ ਨੇ ਵੀ ਮਤਲਬ ਕਿ ਉਹੀ ਵੀ ਇਹ ਲੱਗਾ ਰਹਿਣਾ ਚਾਹੀਦਾ ਕਿ ਨਹੀਂ ਲੱਗਾ ਰਹਿਣਾ ਚਾਹੀਦਾ। ਹਾਲਾਂਕਿ ਉਹਨਾਂ ਵਾਲੇ ਪਾਸੋਂ ਤਾਂ ਇਹੀ ਸੀਗਾ ਕਿ ਵੀ ਜੋ ਹਾਲਾਤ ਸੀਗੇ ਉਹਦੇ ਹਿਸਾਬ ਨਾਲ ਜੋ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ, ਪੁਲਿਸ ਵੱਲੋਂ ਕੀਤੀ ਗਈ, ਉਹ ਜਾਇਜ਼ ਆ। ਮਤਲਬ ਇਹ ਜਿਹੜਾ ਐਕਟ ਹੈ ਉਹ ਬਣਦਾ। ਇਹ ਗੱਲ ਠੀਕ ਹੈ ਤੁਹਾਡੀ ਵੀ ਹੁਣ ਜਦੋਂ ਉੱਥੇ ਅਦਾਲਤੀ ਚਾਰਾਜੋਈ ਹੋਊਗੀ ਉਹਦੇ ਵਿੱਚ ਉੱਪਰੀਆਂ ਗੱਲਾਂ ਨਾਲ ਗੱਲ ਨਹੀਂ ਚੱਲਣੀ, ਉਹਦੇ 'ਚ ਸਬੂਤ ਪ੍ਰੂਫ ਹੋਣਗੇ, ਬਕਾਇਦਾ ਡਾਕੂਮੈਂਟੇਸ਼ਨ ਹੋਊਗੀ ਵੀ ਆਹ ਦੇਖੋ ਜੀ ਕਿਹੜੇ ਕਿਹੜੇ ਕਾਰਨ ਸੀ, ਇਹਦਾ ਕਰਕੇ ਆ ਸਾਰਾ ਕੁਝ ਲਾਇਆ ਗਿਆ। ਜਿਹੜੇ ਪੱਖ ਵਾਲੇ ਵਕੀਲ ਨੇ ਉਹ ਕਹਿਣਗੇ ਜੀ ਆਹ ਦੇਖੋ ਜੀ ਆਹ ਤਾਂ ਇਹਨਾਂ ਨੇ ਨਜਾਇਜ਼ ਬਣਾਇਆ, ਸਾਡਾ ਬੰਦਾ ਉੱਥੇ ਹੈ ਨਹੀਂ ਸੀ। ਹੁਣ ਉਹ ਸਾਰੇ ਕੁਝ ਇੱਕ ਗੱਲ ਤੇ ਪੱਕੀ ਆ ਵੀ ਇਹ ਆਪਾਂ ਆਸ ਨਹੀਂ ਕਰ ਸਕਦੇ ਵੀ 1 ਮਈ ਨੂੰ ਜੇ ਸੁਣਵਾਈ ਆ ਤੇ 2 ਨੂੰ ਨਾ ਬਾਹਰ ਆ ਜਾਣਾ, ਸਮਾਂ ਤੇ ਉਹਦੇ ਤੇ ਲੱਗਣਾ ਜੀ। ਪਰ ਮੈਂ ਨਾ ਚਲੋ ਇੰਨਾ ਹੀ ਬੜਾ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾ ਕੇ ਉੱਥੇ ਚਾਰਾਜੋਈ ਜਾਂ ਪੈਰਵਾਈ ਤੇ ਕੀਤੀ ਜਾ ਰਹੀ ਹੈ, ਕਿਉਂਕਿ ਡਿਬਰੂਗੜ੍ਹ ਕਿਹੜਾ ਨੇੜੇ ਆ, 1000 ਕਿਲੋਮੀਟਰ ਦਾ ਸਫ਼ਰ ਹੈ। ਹੁਣ ਉੱਥੇ ਮੇਰਾ ਖਿਆਲ ਮੀਡੀਆ ਨਾਲ ਗੱਲ, ਉਹ ਬਾਜੇਕੇ ਹੋਰਾਂ ਦੇ ਫਾਦਰ ਸਾਹਿਬ ਸੀਗੇ ਹੈ ਨਾ, ਉਹ ਹੁਣ ਬਜ਼ੁਰਗ ਜਿੱਦਾਂ ਉਹ ਕਾਰਨ ਆ ਵੀ ਉਹਨਾਂ ਦੀ ਗੱਲਬਾਤ ਸੁਣ ਕੇ ਅੰਦਾਜ਼ਾ ਇਹ ਲੱਗਦਾ ਵੀ ਜਿੱਦਾਂ ਮਗਰਲੀ ਜੀ ਉਮਰੇ ਨਹੀਂ ਕੋਈ ਪੰਗਾ ਪੈ ਗਿਆ ਹੁੰਦਾ ਵੀ ਨਾਲ ਮੁੰਡੇ ਤੇ ਹੈ ਨਾ। ਉਹ ਕਹਿੰਦੇ ਵੀ ਬੜਾ ਵਧੀਆ ਜੀਵਨ ਚੱਲੀ ਜਾਂਦਾ, ਸਾਰਾ ਕੁਝ ਠੀਕ ਠਾਕ ਸੀਗਾ, ਵੀਡੀਓ ਬਣਾਉਂਦਾ ਸੀ। ਹੁਣ ਪਤਾ ਨਹੀਂ ਇੱਧਰੋਂ ਵੀਡੀਓ ਚੋਂ ਕਿੱਥੋਂ ਕਿੱਧਰ ਨੂੰ ਗੱਲ ਨਿਕਲ ਗਈ, ਇਹੋ ਜਿਹੀ ਤੇ ਕੋਈ ਚੱਕਰ ਹੈ ਹੀ ਨਹੀਂ ਸੀ। ਹੁਣ ਮੈਂ ਸੋਚਦਾ ਵੀ ਤੁਸੀਂ ਦੇਖੋ ਵੀ ਜਦੋਂ ਤੇ ਉਹ ਗੱਲ ਸਾਰੇ ਪਾਸੇ ਚੱਲਦੀ ਹੋਵੇ ਤੇ ਉਹ ਬਾਪੂ ਨੇ ਕਦੀ ਵੀਡੀਓ ਵੀ ਨਾ ਵੇਖੀ ਹੋਵੇ, ਉਹਨੂੰ ਪਤਾ ਵੀ ਨਾ ਹੋਵੇ, ਕਿਉਂਕਿ ਆਮ ਆਪਾਂ ਵੇਖਦੇ ਹਾਂ ਬਜ਼ੁਰਗ ਆਪਣੇ ਕਿਤੇ ਕਿੰਨੇ ਪਿੰਡਾਂ 'ਚ ਅਖਬਾਰ ਪੜ੍ਹਦੇ ਜਾਂ ਟੈਲੀਵਿਜ਼ਨ ਵੇਖਦੇ ਜਾਂ ਸਾਰਾ ਕੁਝ ਵੇਖਦੇ ਆ, ਤੇ ਜਦੋਂ ਪੇਚਾ ਪੈ ਗਿਆ ਹੋਵੇ ਤੇ ਹੁਣ ਕਿਸੇ ਨੇ ਵਿਖਾਈਆਂ ਹੋਣ ਵੀ ਬਾਪੂ ਅੱਛਾ ਇੱਦਾਂ ਸੀ, ਫਿਰ ਉਹ ਸਦਾ ਅੰਦਰ ਖਾਚੋਂ ਗੱਲਾਂ ਕਰਦਾ, ਮੈਨੂੰ ਕਿਤੇ ਪਹਿਲਾਂ ਦੱਸ ਦਿੰਦੇ ਤੇ ਮੈਂ ਉਦੋਂ ਵਰਜ ਦਿੰਦਾ ਇਹਨੂੰ। ਦੇਖੋ ਸੰਧਾਲੀਆ ਸਾਹਿਬ, ਮੈਂ ਤਾਂ ਸੋਚਦਾ ਸੀ ਕਿ ਉਹਨਾਂ ਨੂੰ NSA ਦਾ ਕੀ ਪਤਾ, ਤੇ ਉਹਨਾਂ ਨੇ ਤਾਂ ਹਰ ਵਾਰੀ ਵਕੀਲ ਸਾਹਿਬ ਨੂੰ ਇਹ ਬਣਾ ਮੁੰਡਾ ਕਦੋਂ ਕੁ ਬਾਹਰ ਆ ਜੂ। ਉਹਨਾਂ ਨੂੰ ਤਾਂ ਪਤਾ ਨਹੀਂ ਕਿ ਅਪੀਲ ਦਲੀਲ ਕਿੱਥੇ ਤੱਕ ਹੈ, ਕਿੱਥੇ ਤੱਕ ਨਹੀਂ ਹੈ। ਪਰ ਚਲੋ SGPC ਉਦਮ ਕਰ ਰਹੀ ਹੈ, ਵਧੀਆ ਗੱਲ ਹੈ, ਕਿਉਂਕਿ ਹਰ ਇੱਕ ਪਰਿਵਾਰ ਦੇ ਕੋਲ ਇੰਨੇ ਸਾਧਨ ਵੀ ਨਹੀਂ ਹੁੰਦੇ ਅਸਾਮ ਜਾਣ ਜੋਗੇ। ਜੇ ਉਹ ਲੈ ਕੇ ਗਏ ਨੇ ਉੱਥੇ ਹੋਟਲ ਗੁਰੂ ਘਰ ਦੇ ਵਿੱਚ ਰੱਖੇ ਨੇ, ਲੰਗਰ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਇਹ ਵੀ ਨਹੀਂ ਸੀ ਪਤਾ ਲੱਗਣਾ ਆਮ ਪਰਿਵਾਰਾਂ ਨੂੰ ਕਿ ਆਗਿਆ ਕਿੱਥੋਂ ਲੈ ਕੇ ਮਿਲਣੀ ਜਾਣਾ। ਆਗਿਆ ਵੀ ਲੈ ਕੇ ਦਿੱਤੀ, ਚਲੋ ਵਧੀਆ। ਹਰ ਇੱਕ ਬੰਦੇ ਨੂੰ ਆਪਣੀ ਪੈਰਵਾਈ ਕਰਨ ਦਾ ਤਾਂ ਹੱਕ ਹੈ। ਦੂਸਰੇ ਪਾਸੇ ਸੰਧਾਲੀਆ ਸਾਹਿਬ, ਪਿਛਲੇ ਦਿਨੀ ਤੁਹਾਨੂੰ ਚੰਗੇ ਤਰੀਕੇ ਪਤਾ, ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਸੁਣ ਲਓ, ਲੀਡਰ ਬੰਦੇ ਹੋ ਤੁਸੀਂ। ਰਾਹੁਲ ਗਾਂਧੀ ਕਰਨਾਟਕ ਗਿਆ ਸੀ, ਉੱਥੇ ਬੋਲੇ ਸੀ, ਤੇ ਪ੍ਰਧਾਨ ਮੰਤਰੀ ਸਾਹਿਬ ਦੇ ਮੁੱਦੇ ਤੇ ਮਾਣਹਾਨੀ ਦਾ ਕੇਸ ਹੋ ਗਿਆ, MP-ਸ਼ਿਪ ਜਾਂਦੀ ਰਹੀ, ਸਰਕਾਰੀ ਘਰ ਖਾਲੀ ਕਰਨਾ ਪੈ ਗਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਲੀਡਰ ਇਧਰਲੇ ਪਾਸੇ ਧਿਆਨ ਕਿਉਂ ਨਹੀਂ ਦਿੰਦੇ।
ਰਾਹੁਲ ਗਾਂਧੀ ਸਾਹਿਬ ਦੀ ਪਾਰਟੀ ਦੇ ਪ੍ਰਧਾਨ ਨੇ ਮਲਿਕ ਅਰਜੁਨ ਖੜਗੇ ਪ੍ਰਧਾਨ, ਉਹ ਵੀ ਕਰਨਾਟਕ ਚਲ ਗਏ। ਮੂਰੇ ਲੋਕ ਬਾਵਾ ਬੈਠੇ ਹੋਣੇ, ਇਕੱਠ ਕਹਿੰਦੇ ਠਾਠਾਂ ਮਾਰਦਾ, ਜੋਸ਼ ਉਤਸ਼ਾਹ ਪੂਰਾ, ਲੋਕ ਜ਼ਿੰਦਾਬਾਦ ਜ਼ਿੰਦਾਬਾਦ ਕਰਨ। ਖੜਗੇ ਸਾਹਿਬ ਉਤਸ਼ਾਹ 'ਚ ਆ ਗਏ। ਖੜਗੇ ਸਾਹਿਬ ਨੇ ਸਪੀਕਰ ਖੜਕਾਤਾ, ਉੱਥੇ ਬੋਲ ਬੋਲ ਕੇ ਕਹਿੰਦੇ ਜੀ ਇੱਦਾਂ ਦੇ ਬੰਦੇ ਦੇਖੇ ਨਹੀਂ। ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਬਹੁਤ ਕੁਝ ਬੋਲਿਆ। ਜਦੋਂ ਸਟੇਜ ਤੋਂ ਥੱਲੇ ਉਤਰੇ ਉਦੋਂ ਤੱਕ ਬੀਜੇਪੀ ਵਾਲਿਆਂ ਦੇ ਬਿਆਨ ਆਉਣ ਲੱਗ ਪਏ ਸੀ ਕਿ ਭਾਈ ਆਹ ਕੁਛ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਬਤ ਬੋਲਦੇ ਹੋ, ਆਪਾਂ ਸ਼ਬਦ ਬੋਲਣਾ ਨਹੀਂ ਚਾਹੁੰਦੇ। ਪਹਿਲਾਂ ਤਾਂ ਖੜਗੇ ਸਾਹਿਬ ਉਦੋਂ ਤੱਕ ਫਿਰ ਠੀਕ ਹੋ ਗਿਆ ਸੀ, ਉਹ ਸਟੇਜ ਤੋਂ ਉਤਰਿਆ ਸੀ ਨਾ। ਪਹਿਲਾਂ ਤਾਂ ਉਹਨਾਂ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਸਾਹਿਬ ਬਾਰੇ ਨਹੀਂ, ਮੈਂ ਉਹਦੀ ਵਿਚਾਰਧਾਰਾ ਬਾਰੇ ਆਖਿਆ। ਜਦੋਂ ਦੇਖਿਆ ਕਿ ਕੰਮ ਥੱਲੇ ਆਉਂਦਾ ਹੀ ਨਹੀਂ, ਫਿਰ ਉਹ ਕਹਿੰਦੇ ਜੇ ਫਿਰ ਵੀ ਮੇਰੀ ਕਿਸੇ ਗੱਲ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਜੇ ਕਿਸੇ ਨੂੰ ਲੱਗਾ ਕਿ ਉਹਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਕੁਝ ਹੋਇਆ, ਮੈਂ ਅਫਸੋਸ ਪ੍ਰਗਟ ਕਰਦਾ ਕਿ ਭਾਈ ਉਹ ਗੱਲ ਇਦਾਂ ਨਹੀਂ ਸੀ, ਮੈਂ ਇੰਝ ਆਖੀ ਸੀ। ਮੈਨੂੰ ਲੱਗਦਾ ਚਲੋ ਖੜਗੇ ਸਾਹਿਬ ਫਿਰ ਵੀ ਮੌਕਾ ਸਾਂਭ ਗਿਆ, ਕਿਉਂਕਿ ਦੇਖੋ ਗੱਲ ਤੇ ਇੰਨੀ ਕੁ ਹੁੰਦੀ ਹੈ ਵੀ ਜੇ ਮੰਨ ਲਓ ਵੀ ਤੁਹਾਡੇ ਕੋਲੋਂ ਕਿਤੇ ਕੋਈ ਜੋਸ਼ ਦੇ ਵਿੱਚ ਸਾਹਮਣੇ ਵੱਡਾ ਇਕੱਠ ਵੇਖ ਕੇ ਤੇ ਕੋਈ ਨਾ ਕੋਈ ਆਖਿਆ ਵੀ ਲੈ ਵੀ ਇਸ ਦੁਨੀਆ ਹੁਣ ਮੇਰੇ ਨਾਲ ਹੀ ਆ, ਵੀ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਹੋਰ ਤੱਤਿਆਂ ਕਰਦਾ, ਇਹਨਾਂ ਨੂੰ ਲੱਗੇ ਵੀ ਉਹ ਤੇਰਾ ਭਲਾ ਯਾਰ, ਸਾਡੇ ਵਾਲੇ ਲੀਡਰ ਵਰਗਾ ਤੇ ਲੀਡਰ ਹੀ ਕੋਈ ਨਹੀਂ ਹੈਗਾ, ਕਿਹਾ ਗਿਆ। ਉਦੋਂ ਬਾਅਦ ਮਾਫੀ ਮੰਗ ਲਈ ਉਹਨਾਂ ਨੇ, ਉਹ ਅਫਸੋਸ ਪ੍ਰਗਟ ਕਰਤਾ, ਚੰਗੀ ਗੱਲ ਹੈ। ਕਿਉਂਕਿ ਗੱਲ ਇਹ ਹੈ ਨਾ, ਉਹਨਾਂ ਕੋਲ ਹੁਣ ਤਾਜ਼ੀ ਤੱਤੀ ਉਦਾਹਰਨ ਰਾਹੁਲ ਗਾਂਧੀ ਸਾਹਿਬ ਵਾਲੀ ਤੇ ਹੈਗੀ ਹੈ। ਕਿਉਂਕਿ ਜਿੱਦਣ ਮੇਰਾ ਖਿਆਲ ਰਾਹੁਲ ਗਾਂਧੀ ਸਾਹਿਬ ਦੀ ਮੈਂਬਰੀ ਗਈ ਆ, ਉਦੋਂ ਬੜੇ ਲੋਕਾਂ ਨੂੰ ਆਸ ਸੀ ਉਹ ਯਾਰ ਕੁਛ ਵੀ ਨਹੀਂ ਸੀਗਾ ਵਿੱਚ, ਗੁਰੂਆ ਇਹਨਾਂ ਨੇ ਜਾ ਕੇ ਉੱਥੇ ਪੈਰਵਾਈ ਨਹੀਂ ਕੀਤੀ। ਅੱਛਾ ਜੀ, ਉਹ ਕਹਿੰਦੇ ਹੁਣ ਕੋਈ ਨਹੀਂ, ਆਪਾਂ ਸੂਰਤ ਵਾਲੀ ਅਦਾਲਤ ਦੇ ਵਿੱਚ ਚੱਲਦੇ, ਉੱਥੇ ਜਾ ਕੇ ਉਦੋਂ ਕੇਸ ਲਾਇਆ, ਜੱਜ ਸਾਹਿਬ ਨੇ ਅਗਲੇ ਦਿਨ ਸਾਰਾ ਕੁਝ ਫਿੱਟ ਕਰ ਦੇਣਾ। ਕਈਆਂ ਬੰਦਿਆਂ ਨੂੰ ਹੁੰਦਾ ਜਦੋਂ ਰਾਹੁਲ ਗਾਂਧੀ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਬੰਗਲਾ ਖਾਲੀ ਕਰਨ ਲੱਗਾ, ਹੁਣ ਉਹ ਕਿਹੜਾ 21 ਦਿਨ ਹੋ ਗਿਆ ਸੀ, 19 ਸਾਲਾਂ ਦਾ ਬੰਦਾ ਇੱਕ ਬੰਗਲੇ 'ਚ ਰਹਿਣ ਡਿਆ। ਜਦੋਂ ਹੋ ਸਕਦਾ ਵੀ ਉੱਥੇ ਡੱਬੇ ਡੁੱਬੇ ਜੇ ਲਿਆਣ ਕੇ ਤੇ ਉਹ ਪੈਕ ਪੂਕ ਕਰਦੇ ਹੁਣ। ਕਈ ਬੰਦਿਆਂ ਨੇ ਜਾ ਕੇ ਵੀ ਰਾਹੁਲ ਬਾਬਾ रहने दें, ऐसा कुछ नहीं, आप ब्रश पेस्ट फे भी रह ਜਾਂਦੀ ਹੁੰਦੀ, हाँ जाने की ज़रूरत नहीं आपको, है ना, ऐसा बंगला थोड़ा खाली कर देंगे हम। तो ਜਦੋਂ ਉਹ ਮੇਰਾ ਖਿਆਲ ਇੱਧਰਲੇ ਪਾਸੇ ਦੂਸਰੇ ਪਾਸੇ ਜਦੋਂ ਆਣ ਕੇ ਉਹਨਾਂ ਨੇ ਪਟੀਸ਼ਨ ਲਾਈ ਵੀ ਜੀ ਸਜ਼ਾ ਗਲਤ ਹੋਈ ਹੈ, ਤੇ ਉਹ ਜੱਜ ਸਾਹਿਬ ਨੇ ਪਹਿਲਾਂ ਫੈਸਲਾ ਰਾਖਵਾਂ ਰੱਖ ਲਿਆ, ਤੇ ਉਦੋਂ ਬਾਅਦ ਉਹਨਾਂ ਕਿਹਾ ਜਾਓ ਭਾਜੋ, ਇਹ ਤੇ ਪਟੀਸ਼ਨ ਹੀ ਕੋਈ ਨਹੀਂ ਕਿ ਸਜ਼ਾ ਬਰਕਰਾਰ ਰਹੂਗੀ, ਹੈ ਨਾ। ਉਦਣ ਤੋਂ ਬਾਅਦ ਉਹਨਾਂ ਨੂੰ ਲੱਗਿਆ ਨਾ ਵੀ ਗੁਰੂ ਇਹਦੇ ਪੇਚਾ ਪੈ ਗਿਆ, ਆਪਣੇ ਰਾਹੁਲ ਬਾਬਾ ਦੀ ਹੁਣ ਤੇ ਬਚੀ ਨਹੀਂ ਮੈਂਬਰੀ ਤੇ ਨਾ ਬਚਿਆ ਬੰਗਲਾ। ਤੇ ਖੜਗੇ ਸਾਹਿਬ ਨੂੰ ਕਿਸੇ ਨੇ ਕਿਹਾ ਨਾ ਵੀ ਦੇਖੋ ਜੀ ਉਹ ਤੇ ਗਾਂਧੀ ਪਰਿਵਾਰ ਦੇ ਫਰਜ਼ੰਦ ਨੇ, ਉਹਨਾਂ ਦਾ ਤੇ ਸਰ ਜਾਣਾ, ਤੁਹਾਨੂੰ ਸੁੱਖ ਨਾਲ ਪ੍ਰਧਾਨਗੀ ਜਿੱਦਾਂ ਜੇ ਮਿਲੀ ਆ ਚੰਦ ਕੁ ਮਹੀਨੇ ਪਹਿਲਾਂ, ਤੇ ਗਾਂਹ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਤੁਸੀਂ ਕਾਹਨੂੰ ਪੰਗਾ ਲੈਂਦੇ ਆ। ਹਾਂ ਵੀ ਤੁਸੀਂ ਮਾੜੀ ਜਿਹੀ ਤੇ ਧਿਆਨ ਨਾਲ ਰੱਖਿਆ ਤਾਂ ਸ਼ਸ਼ੀ ਥਰੂਰ ਹੋ ਰਹੀ ਹੈ, ਜੇ ਵੀ ਬੂੜਜਰਾਵਾਂ ਲਾਈਆਂ ਨਹੀਂ ਉਦੋਂ ਦੀਆਂ। ਬਾਕੀ ਸੰਧਾਲੀਆ ਸਾਹਿਬ, ਕਰਨਾਟਕ ਦੀ ਜਿਹੜੀ ਚੋਣ ਜੰਗ ਹੈ ਉਹ ਬੜੀ ਦਿਲਚਸਪ ਹੋ ਗਈ। ਇੱਕ ਪਾਸੇ ਰਾਹੁਲ ਗਾਂਧੀ ਸਾਹਿਬ ਲਗਾਤਾਰ ਪ੍ਰਚਾਰ ਕਰਕੇ, ਖੜਗੇ ਸਾਹਿਬ ਵੀ ਦੇਰ ਨਹੀਂ ਲਾਉਂਦੇ, ਬੀਬੀ ਪ੍ਰਿਯੰਕਾ ਗਾਂਧੀ ਚਲੇ ਗਏ। ਬੀਬੀ ਪ੍ਰਿਯੰਕਾ ਗਾਂਧੀ ਕਦੇ ਉੱਥੇ ਦੌੜ ਲਾਉਂਦੇ ਆ ਲੋਕਾਂ ਨਾਲ, ਇੱਕ ਜਗ੍ਹਾ ਤੇ ਮੈਂ ਦੇਖਿਆ ਡੋਸੇ ਬਣਾਈ ਜਾਂਦੇ ਸੀ। ਤੇ 40% ਵਾਲਾ ਦੋਸ਼ ਉਹ ਵੀ ਲਗਾਤਾਰ ਲਾਉਂਦੇ ਆ ਕਿ ਇੱਥੇ ਬੀਜੇਪੀ ਦੀ ਸਰਕਾਰ ਹੈ ਤੇ 40% ਕਮਿਸ਼ਨ ਚੱਲਦਾ ਸੀ, ਲੁੱਟ ਕੇ ਖਾ ਗਿਆ ਕਹਿੰਦੇ ਸੂਬੇ ਨੂੰ। ਫਿਰ ਨੰਦਨੀ ਬ੍ਰਾਂਡ ਵਾਲਾ ਮੁੱਦਾ ਵੀ ਉਹਨਾਂ ਨੇ ਚੱਕਿਆ, ਉਹ ਕਹਿੰਦੇ ਜੀ ਗੁਜਰਾਤ ਦਾ ਅਮਲ ਵਾਲਾ ਦੁੱਧ ਜਿਹੜਾ ਉਹਨੂੰ ਕਰਨਾਟਕ ਦੇ ਵਿੱਚ ਲਿਆਉਣ ਨੂੰ ਫਿਰਦੇ ਆ, ਤੇ ਕਰਨਾਟਕ ਵਾਲਿਆਂ ਦਾ ਆਪਣਾ ਬ੍ਰਾਂਡ ਹੈ ਨੰਦਨੀ, ਉਹਨੂੰ ਖਤਮ ਕਰਨ ਨੂੰ ਫਿਰਦੇ ਆ। ਹਾਲਾਂਕਿ ਬੀਜੇਪੀ ਵਾਲੇ ਕਹਿ ਚੁੱਕੇ ਆ ਕਿ ਇਦਾਂ ਦੀ ਕੋਈ ਗੱਲ ਨਹੀਂ, ਕੁਛ ਨਹੀਂ ਆ ਰਿਹਾ ਇੱਧਰ, ਪਰ ਭਾਈ ਅਗਲੀਆਂ ਤਾਂ ਵੋਟਾਂ ਲੈਣੀਆਂ। ਹੁਣ ਇੱਕ ਪਾਸੇ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ, ਮਲਿਕ ਅਰਜੁਨ ਖੜਗੇ, ਦੂਸਰੇ ਪਾਸੇ ਜੇਪੀ ਨੱਡਾ ਸਾਹਿਬ ਲੱਗੇ, ਅਮਿਤ ਸ਼ਾਹ ਸਾਹਿਬ ਦੇ ਗੇੜੇ ਤੇ ਗੇੜੇ ਉੱਥੇ ਨੇ, ਤੇ ਤੀਸਰੇ ਪਾਸੇ ਬੀਜੇਪੀ ਨੂੰ ਵੀ ਪਤਾ ਕਿ ਕਰਨਾਟਕ 'ਚ ਸਾਡੀ ਸਰਕਾਰ ਹੈ ਤੇ ਦੱਖਣ ਭਾਰਤ ਦਾ ਇਹ ਇੱਕੋ ਇੱਕ ਸੂਬਾ ਜਿੱਥੇ ਸਾਡੀ ਸਰਕਾਰ ਹੈ, ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਰਕਰਾਰ ਰੱਖਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਸਾਹਿਬ ਜਨਵਰੀ, ਫਰਵਰੀ, ਮਾਰਚ ਤੇ ਅਪ੍ਰੈਲ ਤੱਕ ਸੰਧਾਲੀਆ ਸਾਹਿਬ 8 ਗੇੜੇ ਮਾਰ ਹਟੇ ਉੱਥੇ, ਜਾਣੀ ਕਿ 4 ਮਹੀਨੇ ਅਜੇ ਮੁਕੰਮਲ ਨਹੀਂ ਹੋਏ। ਇਸ ਸਾਲ ਦੇ ਵਿੱਚ 8 ਗੇੜੇ ਨੇ ਪ੍ਰਧਾਨ ਮੰਤਰੀ ਸਾਹਿਬ ਦੇ, ਜਾਣੀ ਕਿ ਹਰ 15 ਦਿਨ ਹੀ ਗੇੜਾ, ਜਾਣੀ ਕਿ ਹਰ 2 ਹਫ਼ਤੇ ਹੀ ਗੇੜਾ। ਤੇ ਹੁਣ 6 ਦਿਨ ਉਹਨਾਂ ਨੇ ਹੋਰ ਆਉਣਾ ਵੋਟਾਂ ਪੈਣ ਤੋਂ ਪਹਿਲਾਂ, 10 ਨੂੰ ਵੋਟਾਂ, ਤੇ 6 ਦਿਨਾਂ ਦੇ ਵਿੱਚ 15 ਰੈਲੀਆਂ, ਜਾਣੀ ਕਿ ਇੱਕ ਦਿਨ 'ਚ 2 ਰੈਲੀਆਂ ਵੀ ਕਰਦੇ ਆ ਤਾਂ ਵੀ 12 ਬਣਦੀਆਂ। ਇਹਦਾ ਮਤਲਬ ਕਿ 3 ਦਿਨ ਉਹਨਾਂ 6 'ਚੋਂ ਐਸੇ ਹੋਣਗੇ ਜਿੱਦਣ ਇੱਕ ਦਿਨ ਦੇ ਵਿੱਚ 3 ਰੈਲੀਆਂ ਹੋਣਗੀਆਂ, ਇੱਕ 10 ਵਜੇ, ਇੱਕ 1:30 ਵਜੇ, ਇੱਕ 4 ਵਜੇ। ਇਹਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਚੰਗੇ ਤਰੀਕੇ ਪਤਾ ਕਿ ਕਰਨਾਟਕ ਜਿੱਤਣਾ ਇੰਨਾ ਸੁਖਾਲਾ ਨਹੀਂ, ਕਰਨਾਟਕ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਪੱਖ 'ਚ ਉਹਨੇ ਵੋਟਰ ਨਹੀਂ ਕਿ ਦੁਬਾਰਾ ਬਹੁਮਤ ਲਿਆ ਜਾ ਸਕੇ, ਇਸ ਕਰਕੇ ਟਿਲ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਲਾਇਆ ਹੋਇਆ। ਨਹੀਂ ਲਾਉਣਾ ਜ਼ਰੂਰੀ ਵੀ ਹੈ ਨਾ, ਕਿਉਂਕਿ ਮੈਨੂੰ ਲੱਗਦਾ ਵੀ ਇੱਕ ਇਹ ਕਰਨਾਟਕ ਵਾਲੀ ਹੋ ਗਈ, 2 ਸੂਬਿਆਂ ਦੀ ਹੋਰ ਇਲੈਕਸ਼ਨ ਹੋ ਜਾਣੀਆਂ ਜਦੋਂ ਤੱਕ 24 ਵਾਲੀਆਂ ਲੋਕ ਸਭਾ ਚੋਣਾਂ ਆਉਣੀਆਂ। ਸੋ ਜੇ ਉਦੋਂ ਤੱਕ ਮੰਨ ਲਓ ਸੂਬਾ ਗਵਾਚ ਗਿਆ ਤੇ ਇਕੱਲਾ ਸੂਬਾ ਨਹੀਂ ਨਾ ਗਵਾਚਿਆ, ਉੱਥੋਂ ਦੀਆਂ ਲੋਕ ਸਭਾ ਸੀਟਾਂ ਦਾ ਹਿਸਾਬ ਤਾਂ ਵੀ ਤੇ ਜਾਣਾ ਨਾ। ਇਸ ਕਰਕੇ ਉਹਨੂੰ ਲੱਗਦਾ ਵੀ ਇਹਨੂੰ ਆਪਾਂ ਇੱਕ ਸੈਮੀਫਾਈਨਲ ਸਮਝ ਕੇ ਉੱਥੇ ਜਾ ਕੇ ਜ਼ੋਰ ਲਾਈਏ। ਇੱਕ ਗੱਲੋਂ ਮੈਂ ਨਾ ਫਿਰ ਵੀ ਚਲੋ ਚੰਗੇ ਆ ਵੀ ਚਲੋ ਦੁੱਧ ਵਾਲੀ ਕੰਪਨੀ ਆ ਜਾਣੀ ਜੀ, ਫਲਾਨੀ ਕੰਪਨੀ ਨਹੀਂ ਜੇ ਰਹਿਣੀ, ਇੱਥੇ ਤੁਹਾਡੇ 'ਚੋਂ ਨਾ ਹਿੱਸਾ ਪੱਤੀ ਮੰਗਦੇ, ਜੇ ਸਾਡੀ ਸਰਕਾਰ ਲੈ ਆਓ ਅਸੀਂ ਹਿੱਸਾ ਪੱਤੀ ਦਾ ਕੁਛ ਕਰ ਦਾਂਗੇ। ਜਾਂ ਜੇ ਕੋਈ ਉੱਥੇ ਕੋਈ ਵਾਅਦੇ ਲਾਰੇ ਵੀ ਕਰਦਾ, ਤੇ ਜਿੱਦਾਂ ਉਹ ਦੂਜੇ ਕੁਮਾਰਾ ਸਵਾਮੀ ਉਹਨਾਂ ਦਾ ਨਾਂ, ਉਹ ਕਹਿੰਦੇ ਵੀ ਹਾਂ ਜੇ ਕੋਈ ਲੜਕੀ ਵਿਆਹ ਕਰਾ ਲੂ ਕਿਸਾਨ ਦੇ ਮੁੰਡੇ ਨਾਲ 2-2 ਲੱਖ ਰੁਪਈਆ ਦੇ ਦਿਆਂਗੇ, ਹੈ ਨਾ।
ਮੈਂ ਨਾ ਫਿਰ ਵੀ ਯਾਰ ਇਹਨਾਂ ਮੁੱਦਿਆਂ ਦੇ ਉੱਪਰ ਸਿਆਸਤ ਠੀਕ ਆ। ਤੁਸੀਂ ਦੇਖ ਲਓ ਵੀ ਆਪਣੇ ਪੰਜਾਬ ਵਾਲੇ ਪਾਸੇ ਕੋਈ ਆਵੇ ਸਹੀ, ਪਹਿਲਾਂ ਆਪਾਂ ਆਉਂਦੇ ਹਾਂ ਸਾਰ ਪਹਿਲਾਂ ਛੱਜ 'ਚ ਧਰਮ ਪਾ ਲਈਦਾ, ਫਿਰ ਉਦੋਂ ਬਾਅਦ ਜਾਤਾਂ ਪਾ ਲਈਦੀਆਂ, ਫਿਰ ਫਿਰਕੇ ਪਾ ਲਈਦੇ ਆ, ਜੇ ਕੁਛ ਨਾ ਲੱਭੇ ਤੇ ਫਿਰ ਬਾਰਡਰ ਪਾ ਲਈਦਾ। ਤੁਹਾਨੂੰ ਛਾਂਕ ਦੇਣਾ ਹੀ ਕਿਸੇ ਨੇ? ਨਹੀਂ ਮੈਂ ਦੱਸ ਰਿਹਾ। ਅੱਛਾ, ਇਹ ਤਾਂ ਮੁੱਦੇ ਨਹੀਂ ਮੁੱਕੇ, ਮੈਂ ਸੁਣ ਰਿਹਾ। ਹਾਂ, ਬਾਰਡਰ ਪਾ ਲੈਣਾ ਵੀ ਇਹ ਬਾਰਡਰ ਵਾਲਾ ਮੁੱਦਾ। ਉੱਥੇ ਆਮ ਬੰਦੇ ਨੂੰ ਕੋਈ ਪੁੱਛ ਕੇ ਰਾਜੀ ਨਹੀਂ ਹੈਗਾ ਵੀ ਵੀਰ ਮੇਰਾ ਤੈਨੂੰ ਰੋਟੀ ਮਿਲਦੀ ਹੈ, ਤੇਰੇ ਕਰਜ਼ੇ ਦਾ ਕੀ ਹਾਲ ਹੈ, ਤੇਰਾ ਕੋਈ ਵੈਸੇ ਕੋਈ ਹੋਰ ਦੁੱਖ ਤਕਲੀਫ ਤਾਂ ਨਹੀਂ ਹੈਗਾ। ਤੇ ਉਹ ਜਦੋਂ ਬੰਦੇ ਨੂੰ ਲੱਗਦਾ ਹੁੰਦਾ ਵੀ ਹਾਂ ਯਾਰ ਮੇਰਾ ਫਲਾਨਾ ਦੁੱਖ ਤਕਲੀਫ ਹੈ, ਉਹਦਾ ਕੋਈ ਇਲਾਜ ਕਰ ਦਿਓ, ਕਹਿੰਦੇ ਬਾਕੀ ਗੱਲਾਂ ਬਾਅਦ 'ਚ ਰਹਿ ਗਈਆਂ, ਪਹਿਲਾਂ ਫਲਾਨਾ ਮਸਲਾ ਸਾਡਾ ਜਿਹੜਾ ਉਹ ਹੱਲ ਕੀਤਾ। ਆਹ ਜਿੱਦਾਂ ਮੈਨੂੰ ਲੱਗਦਾ ਹੁੰਦਾ ਵੀ ਪੰਜਾਬ ਵੰਡ ਕੇ ਰੱਖਤਾ ਲੀਡਰਾਂ ਨੇ, ਵੀ ਇੱਥੇ ਥੋੜ੍ਹਾ ਧਰਮ ਦਾ ਲੀਕ ਮਾਰ ਲਓ, ਇੱਥੇ ਜਾਤ ਵਾਲੀ ਮਾਰ ਲਓ, ਇੱਥੇ ਥੋੜ੍ਹੀ ਫਿਰਕੇ ਵਾਲੀ ਮਾਰ ਲਓ, ਇੱਥੇ ਬਾਰਡਰ ਵਾਲੀ ਮਾਰ ਲਓ। ਉਹਦੇ ਤੋਂ ਬਾਅਦ ਮੈਨੂੰ ਨਹੀਂ ਜਾਪਦਾ ਹੁੰਦਾ ਵੀ ਪੰਜਾਬੀਆਂ ਨੂੰ ਕਦੀ ਇਕੱਠੇ ਹੋਣ ਦੇਣਗੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਲੋਕਾਂ ਨੂੰ ਸਿਆਣੇ ਹੋਣਾ ਪੈਣਾ ਸੰਧਾਲੀਆ ਸਾਹਿਬ, ਕਿਉਂਕਿ ਤੁਹਾਡੇ ਲਈ ਤਾਂ ਉਨਾ ਹੀ ਚੰਗਾ ਨਾ ਜਿੰਨਾ ਲੋਕ ਆਪਸ ਵਿੱਚ ਫਸਦੇ ਰਹਿਣ। ਹਾਂ ਨਹੀਂ, ਇਹ ਤਾਂ ਹੈ, ਇਹ ਤਾਂ ਹੈ, ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਦਾ। ਲੀਡਰਾਂ ਦੇ ਹਿਸਾਬ ਨਾਲ ਤੇ ਬਹੁਤ ਵਧੀਆ ਸਥਿਤੀ ਹੁੰਦੀ ਹੈ। ਅਗਲਾ ਕਹਿੰਦਾ ਜੀ ਇੱਥੇ ਕਿੰਨੇ ਜਾਣੇ ਨੇ, ਉਹ ਕਹਿੰਦੇ ਜੀ 100 ਬੰਦਾ। ਘਬਰਾਓ ਨਾ, ਸਾਰੇ ਹੀ 10-10 ਨੇ, ਗਾਂ 10 ਨੇ, ਸਾਰੇ ਹੀ 10-10 ਨੇ। ਹਾਂ, ਇਹਨਾਂ ਦੇ ਇਹ 100 ਦੇ ਉੱਪਰ 10 ਲੱਗੇ ਹੋਏ ਆ। ਹਾਂ, ਤੇ ਉਹਨਾਂ 10 'ਚ ਅਸੀਂ 2 ਹੀ ਲੈਣੇ ਆ ਬਸ। ਹੁਣ ਸੰਧਾਲੀਆ ਸਾਹਿਬ ਅੱਗੇ ਆਪਾਂ ਤੁਰੀਏ ਤਾਂ ਭਾਰਤ ਤੇ ਚੀਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਰੱਖਿਆ ਮੰਤਰੀ ਨੇ, ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਹੈ। ਇੱਧਰੋਂ ਰਾਜਨਾਥ ਸਿੰਘ ਹੋਰੀ ਨੇ, ਚਲੋ ਬਹੁਤ ਚੰਗਾ ਜੇ ਗਵਾਂਢੀ ਮੁਲਕਾਂ ਦੇ ਮੰਤਰੀਆਂ ਦੀ ਆਪਸ ਵਿੱਚ ਗੱਲਬਾਤ ਹੋਈ ਹੈ। ਤੇ ਜਦੋਂ ਗੱਲਬਾਤ ਹੋਈ ਬਾਅਦ ਵਿੱਚ ਪੱਤਰਕਾਰਾਂ ਨੇ ਸਵਾਲ ਕਰਨੇ ਸੀ, ਭਾਰਤ ਦੇ ਰੱਖਿਆ ਮੰਤਰੀ ਸਾਹਿਬ ਨੇ ਆਪ ਹੀ ਦੱਸਤਾ, ਉਹ ਕਹਿੰਦੇ ਅਸੀਂ ਦੱਸ ਦਿੱਤਾ ਕਿ ਤੁਸੀਂ ਸਰਹੱਦ ਦਾ ਸਨਮਾਨ ਕਰੋ, ਕਿ ਤੁਸੀਂ ਉਨੀ ਦੇਰ ਸ਼ਾਂਤੀ ਦੀ ਆਸ ਕਿੱਦਾਂ ਰੱਖ ਸਕਦੇ ਆ, ਦਵੱਲੇ ਸੰਬੰਧਾਂ ਦੇ ਮਜ਼ਬੂਤ ਹੋਣ ਦੀ ਆਸ ਕਿੱਦਾਂ ਰੱਖ ਸਕਦੇ ਆ, ਜਿੰਨੀ ਦੇਰ ਸਰਹੱਦ ਦੇ ਉੱਤੇ ਠਾਠੂ ਲਾਈ ਰੱਖਦੇ ਆ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਭਾਰਤ ਦੇ ਰੱਖਿਆ ਮੰਤਰੀ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ ਇਹ, ਕਿ ਜ਼ਰੂਰੀ ਹੈ। ਹੁਣ ਤੁਸੀਂ ਥੋੜੇ ਦਿਨ ਪਹਿਲੇ ਸੁਣਿਆ ਹੋਣਾ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਕੁਛ ਆਇਆ ਸੀ ਜੀ, ਇੰਨੀ ਜਗ੍ਹਾ ਦੇ ਨਾਂ ਹੀ ਉਹਨਾਂ ਨੇ ਆਪ ਚੇਂਜ ਕਰ ਲਿਆ। ਤਵਾਂਗ ਦਾ ਨਾਂ ਬਦਲ ਲਿਆ ਚੀਨ ਨੇ ਆਪਣੇ ਨਕਸ਼ੇ 'ਚ, ਕਿ ਭਾਈ ਸਾਡਾ ਇਲਾਕਾ ਭਾਰਤ ਨੇ ਦੱਬਿਆ ਹੋਇਆ, ਤਿੱਬਤ ਦਾ ਫਲਾਣਾ ਹਿੱਸਾ ਹੈ, ਇਸ ਕਰਕੇ ਅਸੀਂ ਉਹਨਾਂ ਦੇ ਨਾਂ ਚੇਂਜ ਕਰਦੇ ਹਾਂ। ਜੇ ਤਾਂ ਉਹਨੇ ਇਦਾਂ ਦੀਆਂ ਹਰਕਤਾਂ ਕਰਨੀਆਂ, ਫਿਰ ਤਾਂ ਨਹੀਂ ਸ਼ਾਂਤੀ ਛੂੰਤੀ ਹੋਣੀ। ਫਿਰ ਦੋਨਾਂ ਦੇਸ਼ਾਂ ਦੇ ਮੁਖੀ ਹੱਥ ਮਿਲਾਉਣਗੇ, ਆਪਸ ਵਿੱਚ ਲਾਗੇ ਬੈਠ ਕੇ ਰੋਟੀ ਵੀ ਖਾ ਲਿਆ ਕਰਨਗੇ, ਚਾਹ ਦਾ ਕੱਪ ਵੀ ਪੀ ਲੈਣਗੇ, ਪਰ ਜਿਹੜੀ ਦਿਲਾਂ ਦੀ ਦੂਰੀ ਹੈ ਨਾ, ਉਹ ਨਹੀਂ ਖਤਮ ਹੋਣੀ। ਤਾਂ ਉਹਦੇ ਪਿੱਛੇ ਬਹੁਤਾ ਕਸੂਰ ਚੀਨ ਵਾਲਿਆਂ ਦਾ। ਸਾਰਿਆਂ ਨੇ ਲੜੀ ਜਾਂਦੇ, ਤੁਹਾਡਾ ਜਾਪਾਨ ਨਾਲ ਪੰਗਾ, ਤੁਹਾਡੇ ਇੱਕ ਕੋਰੀਆ ਨਾਲ ਪੰਗਾ, ਤੁਹਾਡਾ ਇੱਧਰਲੇ ਪਾਸੇ ਭਾਰਤ ਨਾਲ ਪੰਗਾ, ਉੱਧਰਲੇ ਪਾਸੇ ਕਿਸੇ ਹੋਰ ਨਾਲ ਪੰਗਾ, ਜਾਣੀ ਸਾਰਾ ਹੀ ਗੁਆਂਢ ਕਪੱਤਾ ਹੋ ਗਿਆ। ਚੀਨ ਵਾਲੇ ਤੁਸੀਂ ਸ਼ਾਂਤੀ ਵਾਲੇ ਹੋ ਗਏ। ਇੱਕ ਗੱਲ ਹੋ ਰਿਹਾ ਨਾ, ਤੁਸੀਂ ਦੇਖੋ ਜੇ ਆਪਾਂ ਭਾਰਤ ਨੂੰ ਦੇਖਦੇ ਹਾਂ ਆਬਾਦੀ ਪੱਖੋਂ, ਹੁਣ ਜੇ ਬਾਰਡਰਾਂ ਦੇ ਲਾਗੇ ਬੰਨੇ ਚਲੇ ਜੀ, ਚਲੋ ਪੰਜਾਬ ਵਾਲੇ ਪਾਸੇ ਆਪਾਂ ਨੂੰ ਆਬਾਦੀ ਦੀ ਹੈ, ਜੇ ਆਪਾਂ ਰਾਜਸਥਾਨ ਚੱਲ ਜੀ ਉੱਥੇ ਵੀ ਬਾਰਡਰ ਤੋਂ ਦੂਰ ਪਰੇ ਗੁਜਰਾਤ ਵਾਲੇ ਪਾਸੇ ਉਹ ਪੈ ਜਾਂਦਾ, ਦੂਸਰਾ ਕੱਛ ਖੇਤਰ ਜਿਹਾ, ਜੇ ਤਾਂ ਜੰਮੂ ਵਾਲੇ ਪਾਸੇ ਉਹ ਪਹਾੜ ਨੇ, ਫਿਰ ਲਦਾਖ ਵਾਲੇ ਪਾਸੇ ਨੂੰ ਤਾਂ ਕਿੰਨੇ ਜਾਣਾ। ਜਿਉਂ ਆਪਾਂ ਵਾਇਆ ਪਾਕਿਸਤਾਨ ਤੋਂ ਧਰਕੇ ਦੇ ਉਹ ਪਰਾਂ ਚਾਈਨਾ ਤੱਕ ਜਾਂਦੇ, ਆਬਾਦੀ ਪਿਛਾਂਹ ਰਹਿ ਜਾਂਦੀ ਹੈ, ਗਾਂਹ ਖਾਲੀ ਥਾਂ, ਕਿਉਂਕਿ ਆਪਾਂ ਨੂੰ ਡਰਾਇਆ ਹੀ ਬੜਾ, ਲੈ ਬਾਰਡਰ ਦੇ ਲਾਗੇ ਨਾ ਜਾਇਓ ਤੁਸੀਂ। ਤੇ ਜੇ ਆਪਾਂ ਚਾਈਨਾ ਦੀ ਗੱਲ ਕਰ ਲਈਏ, ਉਹਦਾ ਨਕਸ਼ਾ ਵੇਖ ਲਓ ਤੇ ਉਹਦੀ ਸਾਰੀ ਆਬਾਦੀ ਬਾਰਡਰਾਂ ਦੇ ਵਸੀ, ਕਿਉਂਕਿ ਜੇ ਉਹ ਇੱਧਰੋਂ ਸ਼ੁਰੂ ਹੋ ਕੇ ਤੇ ਉਹ ਅਸਾਮ ਦੇ ਪਰਲੇ ਪਾਸੇ ਨੂੰ ਜਿੱਧਰੋਂ ਜਾਂਦਾ, ਉਹ ਜਾਪਾਨ ਵਾਲੇ ਪਾਸੇ ਨੂੰ, ਬਾਰਡਰ ਦੇ ਨਾਲ ਹੀ ਆਬਾਦੀ ਵਿਚਾਲੇ ਤੇ ਸਾਰਾ ਰੇਗਿਸਤਾਨ ਹੈ। ਮੈਂ ਨਾ ਵੀ ਜਾਂ ਉਹਨਾਂ ਸੜਕ ਸੁੜਕ ਉਧਰ ਨੂੰ ਬਣਾ ਕੇ ਤੋਰਨ, ਮੈਂ ਨਾ ਭਾਰਤੀ ਬਣਾ ਦੇ ਵੀਰ, ਐ ਨੂੰ ਹੀ ਰਾਹ ਜਾਂਦਾ ਯਾਰ, ਪੂਰਾ ਤੁਹਾਡਾ ਮੁਲਕ ਉਧਰ ਨੂੰ ਆ, ਬਾਹਰ ਨੂੰ ਨਾ ਤੁਰਿਆ, ਉਹ ਅੰਦਰ ਨੂੰ ਹੀ ਝਾਤੀ ਮਾਰ ਲਓ, ਵੀ ਮਾੜਾ ਮੋਟਾ ਉੱਥੇ ਵੀ ਹਾਲ-ਹੁਲ ਚਲਾਓ ਕਿਤੇ। ਵੀ ਕਿਉਂਕਿ ਜੇ ਧਰਤੀ ਪੱਖੋਂ ਕਹੀਏ ਵੀ ਚਾਈਨਾ ਦੇ ਕੋਲ ਆਬਾਦੀ ਬੜੀ ਹੈ ਤੇ ਧਰਤੀ ਹੈ ਨਹੀਂ, ਕਿ ਧਰਤੀ ਤੇ ਬਹੁਤ ਹੋ ਸਕਦਾ ਵੀ ਕਈ ਧਰਤੀ ਤੇ ਗਏ ਹੀ ਨਾ ਆਉਣਾ ਜੇ ਅੰਦਰ ਜਾ ਕੇ। ਉਹ ਮੈਨੂੰ ਲੱਗਦਾ ਵੀ ਅੰਦਰਲੇ ਇਲਾਕੇ ਨੂੰ ਆਬਾਦ ਕਰਨ ਵਾਲੇ ਪਾਸੇ ਧਿਆਨ ਦੇਣ, ਇਹ ਨਾ ਹੋਵੇ ਵੀ ਜਿਹੜੀਆਂ ਹੋਰ ਨਾ ਆਬਾਦੀਆਂ ਸੀ ਉਹਨਾਂ ਵਾਲੇ ਪਾਸੇ ਜਾਣਾ। ਦੂਜੀ ਗੱਲ ਮੈਂ ਇਹ ਵੀ ਸੋਚਦਾ ਸੀ ਵਾਟ ਸਾਹਿਬ, ਕਿ ਦੇਖੋ ਇਹ ਚਲੋ ਇੱਕ ਉਹਨਾਂ ਦੀ ਮਾੜੀ ਆਦਤ ਹੋ ਸਕਦੀ ਵੀ ਗੁਆਂਢ ਦੱਬਣਾ, ਜਾਂ ਸ਼ਾਹੂਕਾਰਾ ਜਿਹੜਾ ਚੱਲਦਾ ਉਹਨਾਂ ਦਾ ਪੂਰੇ ਦੇਸ਼ਾਂ ਦੇ ਵਿੱਚ, ਵੀ ਅੱਛਾ ਯਾਰ ਆ ਇੱਕ ਮਾੜਾ ਦੇਸ਼, ਇਹਨੂੰ ਇੰਨੇ ਕੁ ਪੈਸੇ ਦੇ ਦਿਓ ਵੀ ਮੁੜ ਕੇ ਉੱਠ ਹੀ ਨਾ ਸਕੇ। ਹੁਣ ਤੁਸੀਂ ਦੇਖੋ ਵੀ ਮਤਲਬ ਡਾਲਰ ਛੱਡ ਕੇ ਅਗਲੇ ਬੰਦੇ ਆਪਣੇ ਉਹ ਯੁਆਨ ਜਿਹਦੇ ਵਿੱਚ ਵਪਾਰ ਵੀ ਕਰਨ ਲੱਗ ਪਏ, ਵੀਰ ਮੇਰਾ ਰੁਪਈਆ ਸਾਡੇ ਵਾਲਾ ਚੱਲਣਾ, ਤੁਹਾਡੇ ਵਾਲਾ ਤਾਂ ਲੈਣਾ ਹੀ ਨਾ, ਆਪਾਂ ਅਮਰੀਕਾ ਵਾਲਾ ਲੈਣਾ। ਇਹਨਾਂ ਚੀਜ਼ਾਂ ਦਾ ਮੁਕਾਬਲਾ ਮੁੱਲਾ ਦਾ ਵੀ ਜੇ ਹਰ ਵਾਰ ਆਪਾਂ ਦਵੱਲੇ ਸੰਬੰਧਾਂ ਦੇ ਨਾਲ ਬਹਿ ਕੇ, ਕਿਉਂਕਿ ਚਲੋ ਉਹ ਤਾਂ ਸਿਆਣੇ ਬੰਦੇ ਨੇ, ਉਹਨਾਂ ਨੂੰ ਹਿਸਾਬ ਤਾਂ ਹੋਊਗਾ, ਮੋਟੀ ਜੀ ਮੈਂ ਗੱਲ ਕਰਦਾ ਵੀ ਜਦੋਂ ਆਪਾਂ ਪਿੰਡਾਂ ਥਾਵਾਂ ਦੇ ਉਦਾਹਰਨ ਦੀ ਗੱਲ ਕਰਦੇ ਹਾਂ, ਵੀ ਹੁਣ ਜੇ ਮੰਨ ਲਓ ਵੀ ਇੱਕ ਬੰਦਾ ਤਗੜਾ, ਉਹਦੇ ਕੋਲੇ 4 ਛਿੱਲੜ ਹੈਗੇ ਆ, ਤੇ ਤੁਸੀਂ ਉਹਦੇ ਨਾਲ ਕਿੰਨਾ ਚਿਰ ਉੱਥੇ ਜਾ ਕੇ ਵੱਟ ਤੇ ਖਲੋ ਕੇ ਗੱਲ ਕਰੀਏ, ਨਾ ਸਦਾਰਾ ਇੱਦਾਂ ਨਾ ਕਰ ਯਾਰ, ਹੁਣ ਆਹ ਗੱਲ ਬਣਨੀ ਨਹੀਂ। ਉਹਦੇ ਨੂੰ ਚੰਗਾ ਵੀ ਤੁਸੀਂ ਆਪਣਾ ਘਰ ਮਜ਼ਬੂਤ ਕਰੋ, ਜੇ ਅਗਲੇ ਕੋਲੇ ਡਾਂਗ ਆ ਉਤੋਂ 2 ਡਾਂਗਾਂ ਤੁਸੀਂ ਆਪਣੀਆਂ ਮਜ਼ਬੂਤ ਰੱਖੋ, ਅਗਲੇ ਨੂੰ ਜਾਪੇ ਵੀ ਨਹੀਂ ਯਾਰ ਬੰਦੇ ਤਗੜੇ ਆ, ਇੰਨੇ ਕੁਛ ਕੱਢ ਮਾਰਨੇ ਵੀ ਮੈਂ ਕਾਹਨੂੰ ਇਸ ਪਾਸੇ ਜਾਣਾ। ਮੈਨੂੰ ਲੱਗਦਾ ਵੀ ਉਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਜੇ ਇਨਫਰਾਸਟਰਕਚਰ ਕਹਿ ਲਓ, ਰੇਲਾਂ ਕਹਿ ਲਓ, ਹੁਣ ਕਹਿੰਦੇ ਹਾਈ ਸਪੀਡ ਟ੍ਰੇਨਾਂ ਜਿਹੜੀਆਂ ਉਹ ਬਾਰਡਰ ਤੱਕ ਵੀ ਉਹ ਬਣਾਉਂਦਾ, ਉਹਨੂੰ ਕੁਛ ਦੀਦਾ ਹੀ ਹੋਊਗਾ ਤੇ ਬਾਰਡਰ ਤੱਕ ਬਣਾਉਂਦਾ। ਆਪਾਂ ਆਨੇ ਵੀ ਨਾ ਬਾਰਡਰ ਵੱਲ ਜਾਈ ਨਾ ਗੁਰੂ, ਭੇਡਾਂ ਲੈ ਕੇ ਨਾ ਜਾਓ, ਇੱਧਰ ਦੂਸਰੇ ਪਾਸੇ ਚੱਲ ਜਾਓ, ਇੱਦਾਂ ਨਹੀਂ ਚਾਹੀਦਾ। ਨਹੀਂ, ਸੰਧਾਲੀਆ ਸਾਹਿਬ ਸਾਨੂੰ ਤਿਆਰੀ ਰੱਖਣੀ ਪਊਗੀ, ਕਿਉਂਕਿ ਉਹਦਾ ਕੋਈ ਪਤਾ ਨਹੀਂ,
ਹੋਰ ਹੀ ਦਿਮਾਗ ਨਾਲ ਚੱਲਦੇ ਆ, ਅਸੀਂ ਸੋਚ ਵੀ ਨਹੀਂ ਸਕਦੇ ਉਹ ਕਿੱਧਰੋਂ ਚੱਲਦੇ ਆ। ਥੋੜੀ ਜਿਹੀ ਗੱਲ ਰੈਸਲਰ ਜਿਹੜੇ ਭਲਵਾਨ ਨੇ ਸਾਡੇ ਉਹਨਾਂ ਦੀ ਕਰ ਲਈਏ। 2-4 ਤਬਦੀਲੀਆਂ ਹੋਈਆਂ। ਇੱਕ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦੇ ਹੱਕ 'ਚ ਇੱਕ ਮੀਟਿੰਗ ਰੱਖ ਲਈ ਹੈ। ਜਿਹੜੀਆਂ ਪੱਛਮੀ ਉੱਤਰ ਪ੍ਰਦੇਸ਼ ਤੇ ਹਰਿਆਣੇ ਦੀਆਂ ਖਾਪਾਂ ਉਹ ਦਿੱਲੀ ਜੰਤਰ ਮੰਤਰ ਆ ਕੇ ਸਾਡੇ ਜਿਹੜੇ ਰੈਸਲਰ ਨੇ ਉਹਨਾਂ ਦੇ ਨਾਲ ਆ ਕੇ ਬਹਿ ਗਈਆਂ। ਰਕੇਸ਼ ਟਕੈਤ ਨੇ ਟਵੀਟ ਕਰ ਦਿੱਤਾ ਕਿ ਭਾਈ ਪਿੰਡਾਂ ਦੇ ਵਿੱਚ ਗੁੱਸਾ ਬਹੁਤ ਹੈ ਸਰਕਾਰ ਦੇ ਖਿਲਾਫ ਕਿ ਉਹ ਸਾਡੇ ਖਿਡਾਰੀਆਂ ਦੇ ਨਾਲ ਕੀ ਕਰ ਰਹੇ ਹੈ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੱਜ ਹੋਣੀ ਹੈ ਇਸ ਮੁੱਦੇ ਤੇ। ਉਧਰਲੇ ਪਾਸਿਓਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਪੀਟੀ ਊਸ਼ਾ ਬਹੁਤ ਵੱਡੀ ਐਥਲੀਟ ਰਹੀ ਹੈ। ਉਹ ਕਹਿੰਦੇ ਜੀ ਇਸ ਤਰ੍ਹਾਂ ਖਿਡਾਰੀਆਂ ਦਾ ਸੜਕ ਦੇ ਉੱਤੇ ਬਹਿ ਕੇ ਪ੍ਰੋਟੈਸਟ ਕਰਨਾ ਨਿਯਮਾਂ ਦੀ ਉਲੰਘਣਾ, ਅਨੁਸ਼ਾਸਨਹੀਣਤਾ, ਇਦਾਂ ਭਾਰਤ ਦੇ ਅਕਸ ਦੇ ਉੱਤੇ ਧੱਬਾ ਲੱਗਦਾ, ਦੁਨੀਆ ਭਰ ਦੇ ਵਿੱਚ ਭਾਰਤ ਦੀ ਛਵੀ ਖਰਾਬ ਹੁੰਦੀ ਹੈ। ਖੇਡ ਮੰਤਰੀ ਸਾਹਿਬ ਕਹਿੰਦੇ ਅਸੀਂ ਹਮੇਸ਼ਾ ਖਿਡਾਰੀਆਂ ਦੇ ਨਾਲ ਹੁੰਦੇ ਹਾਂ। ਇਹਦੇ ਨਾਲ ਨਾਲ ਇੱਕ ਹਰਿਆਣੇ ਦਾ ਇਸੇ ਰੈਸਲਿੰਗ ਫੈਡਰੇਸ਼ਨ ਦਾ ਸਕੱਤਰ ਹੈ, ਉਹ ਕਹਿੰਦਾ ਆ ਜਿਹੜੀਆਂ ਫੁਗਾਟ ਭੈਣਾਂ ਜਾਂ ਫੁਗਾਟ ਪਰਿਵਾਰ ਇਹਨਾਂ ਨਾਲ ਕੋਈ ਧੱਕਾ ਧੁੱਕਾ ਨਹੀਂ ਹੋਇਆ। ਇਹ ਪਰਿਵਾਰ ਤਾਂ ਕਹਿੰਦੇ ਜੀ ਕੁਸ਼ਤੀ ਫੈਡਰੇਸ਼ਨ ਤੇ ਕਬਜ਼ਾ ਕਰਨਾ ਚਾਹੁੰਦਾ। ਦੂਸਰਾ ਉਹ ਕਹਿੰਦੇ ਜੀ ਪਤਾ ਉਹਨੂੰ ਇੱਕ ਹੋਰ ਭਲਵਾਨ ਉੱਥੇ ਨਾਲ ਬੈਠਾ ਹੈ, ਇੱਕ ਬਹੁਤ ਵੱਡਾ ਭਲਵਾਨ ਜਿਹੜਾ ਓਲੰਪਿਕ ਦੇ ਵਿੱਚ ਮੈਡਲਿਸਟ ਹੈ, ਉੱਥੇ ਬੈਠਾ ਬਜਰੰਗ ਪੂਨੀਆ, ਕਹਿੰਦੇ ਸਰਕਾਰੀ ਅਫਸਰ ਹੈ, ਉਹਨੂੰ ਪਤਾ ਕਿ ਸਰਕਾਰੀ ਨੌਕਰੀ ਕਰਦਿਆਂ ਤੈਨੂੰ ਪੁੱਛ ਕੇ ਬਹਿਣਾ ਪੈਣਾ ਉੱਥੇ। ਯਾਨੀ ਇਹ ਤਾਂ ਫਿਰ ਡਰਾਉਣ ਵਾਲੀ ਗੱਲ ਹੋ ਗਈ ਨਾ। ਦੂਸਰੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਕੁਸ਼ਤੀ ਕਰਨ ਵਾਲੇ 3-4-5 ਜਣੇ ਆ, ਜੇ ਉਹ ਕਿਸੇ ਫੈਡਰੇਸ਼ਨ ਦੇ ਉੱਤੇ ਕੁਰਸੀ ਤੇ ਬੈਠ ਕੇ ਕੋਈ ਫੈਸਲੇ ਕਰਨੇ ਵੀ ਚਾਹੁੰਦੇ, ਕੋਈ ਮਾੜੀ ਗੱਲ ਹੈ? ਨੇ ਮਾੜੀ ਹੈ ਜਿਹੜੀ ਚੀਜ਼ ਸਿਆਸਤਦਾਨਾਂ ਦੀ ਪੇਟੈਂਟ ਕਰਾਈ ਹੈ। ਦੇਖੋ ਜਿਹੜਾ ਬੰਦਾ ਮੈਨੂੰ ਭੁੱਲ ਗਿਆ ਸੀ ਮੈਂ ਲੀਡਰ ਨਾਲ ਬੈਠਾ। ਹਾਂ, ਮੈਂ ਉਹੀ ਕਹਿੰਦਾ ਵੀ ਖਿਡਾਰੀਆਂ ਦਾ ਕੰਮ ਹੁੰਦਾ ਵੀ ਉੱਥੇ ਤੁਸੀਂ ਖੇਡੋ, ਤੁਸੀਂ ਸੱਟਾਂ ਲਵਾਓ, ਤੁਸੀਂ ਮਿਹਨਤ ਕਰੋ, ਉਦੋਂ ਬਾਅਦ ਮੈਡਲ ਲੈ ਆਓ, ਫੋਟੋ ਅਸੀਂ ਖਿਚਾਈਏ, ਫੋਟੋ ਅਸੀਂ ਖਿਚਾਵਾਂਗੇ, ਤੇ ਫਿਰ ਉਸ ਤੋਂ ਬਾਅਦ ਮੈਡਲ ਜਿਹੜਾ ਉਹ ਸ਼ੀਲਡ ਆ ਉਹ ਲਿਆਣ ਕੇ ਫਿਰ ਲੀਡਰ ਸਾਹਿਬ ਨਾਲ ਫੋਟੋ ਖਿਚਾਓ। ਫਿਰ ਉਸ ਤੋਂ ਬਾਅਦ ਹਾਂ ਕੋਈ ਨਾ ਕੋਈ ਚੈੱਕ ਜ਼ਰੂਰ ਦਿੱਤਾ ਜਾਵੇਗਾ, ਹੈ ਨਾ, ਰਾਸ਼ੀ ਦਾ। ਫਿਰ ਕੋਈ ਨਾ ਕੋਈ ਜਿੱਦਾਂ ਤੁਸੀਂ ਨੌਕਰੀ ਦੀ ਗੱਲ ਕੀਤੀ ਉਹ ਵੀ ਦੇ ਦੇਵਾਂਗੇ। यानी तुसी उत्थे कहना दा हमारे नेतृत्व में हाँ खिलाड़ियों ने अच्छा प्रदर्शन किया है, हाँ हमने इन्हें खाने को दलिया दिया। एक गल होर मैं करा हुण कई बंदे हो सकदा भी यार ये सोचण भी यार भलवानां दी मतलब बैक ते रकेश टकैत होरी किसान लीडर ने जां किसान जथेबंदियां क्यों आईयां जां खाप पंचायतां पिंडां थां वालियां पिंडू भाईचारे वाले ਉਹ ਕਿਉਂ ਜਾ ਵੜੇ? ਕਿਉਂਕਿ ਉਹ ਜਿਹੜੀ ਗੇਮ ਹੈ ਨਾ ਉਹ ਪਿੰਡਾਂ ਵਾਲਿਆਂ ਦੀ ਹੈ। ਹੁਣ ਜੇ ਕੱਲ੍ਹ ਨੂੰ ਕ੍ਰਿਕਟ ਵਾਲੇ ਉੱਥੇ ਬੈਠੇ ਹੋਣ ਤੇ ਪਿੰਡਾਂ ਤੋਂ ਕਿਸੇ ਨੇ ਨਹੀਂ ਜਾਣਾ, ਕਿਉਂਕਿ ਅੱਧਿਆਂ ਨੂੰ ਤੇ ਉਹ ਪਤਾ ਹੀ ਨਹੀਂ ਆਉਂਦਾ ਵੀ ਯਾਰ ਇਹ ਗੋਲੀਆਂ ਦਾ ਕੀ ਹਿਸਾਬ ਕਿਤਾਬ ਤੇ ਕੀ ਚੱਲਦਾ, ਕਿਉਂਕਿ ਉਹ ਗੇਮਾਂ ਉਹ ਵੱਡਿਆਂ ਕਾਰਪੋਰੇਟ ਘਰਾਣਿਆਂ ਦੀਆਂ ਬਣ ਗਈਆਂ ਵੀ ਓਕੇ ਜੀ ਹੁਣ IPL ਹੋਏਗੀ, ਆਹ ਟੀਮ ਇਹਨੇ ਖਰੀਦ ਲਈ, ਆਹ ਖਿਡਾਰੀ ਇੰਨੇ 'ਚ ਖਰੀਦਿਆ ਗਿਆ। ਜਦੋਂ ਮੈਂ ਕੋਈ ਵਿਰੋਧ ਨਹੀਂ ਕਰਦਾ ਕ੍ਰਿਕਟ ਦਾ, ਪਰ ਜਦੋਂ ਤੁਸੀਂ ਇੱਕ ਹੀ ਗੇਮ ਦੇ ਉੱਪਰ ਕਰੋੜਾਂ ਅਰਬਾਂ ਰੁਪਈਆ ਜਿਹੜਾ ਉਹਨੂੰ ਕਾਰੋਬਾਰ ਦੇ ਰੂਪ ਦੇ ਵਿੱਚ ਫਿੱਟ ਕਰ ਲਿਆ ਤੇ ਬਾਕੀ ਬੰਦੇ ਦੇ ਵਿਚਾਰੇ ਫਿਰ ਸੜਕਾਂ ਤੇ ਹੀ ਬਹਿਣਗੇ ਨਾ। ਨਹੀਂ ਜੀ, ਉਹ ਦੇਖੋ ਕ੍ਰਿਕਟ ਦੇ ਸਾਹਮਣੇ ਬਾਕੀ ਖੇਡਾਂ ਦੇ ਉਹੀ ਹਾਲਾਤ ਨੇ ਜੋ ਤੁਹਾਡੇ ਸਾਹਮਣੇ ਮੇਰੇ ਆ। ਹਾਂ ਮਤਲਬ ਮੈਂ ਭਲਵਾਨ ਆ, ਤੁਸੀਂ ਕ੍ਰਿਕਟ ਵਾਲੇ। ਨਹੀਂ ਮੈਂ ਕ੍ਰਿਕਟ ਵਾਲਾ ਨਹੀਂ, ਕ੍ਰਿਕਟ ਵਾਲੇ ਦਾ ਇੱਧਰ। ਚਲਿਏ ਅੱਛਾ ਨਹੀਂ ਚਲੀਏ ਹੁਣ ਜਾਂਦੇ ਜਾਂਦੇ ਦੱਸ ਦਈਏ ਵੀ ਸਿੱਧੂ ਸਾਹਿਬ ਦੀ ਜਿਹੜੀ ਪਟੀਸ਼ਨ ਸੀ ਉੱਥੇ ਮੇਰਾ ਖਿਆਲ ਨੋਟਿਸ ਕਰ ਦਿੱਤਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ, ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ ਉੱਤੇ ਪਤਾ ਲੱਗੂ ਵੀ ਉਹਨਾਂ ਨੂੰ ਮਿਲਦੀ ਹੈ 5 ਮਈ ਨੂੰ ਵੀ ਸਿਕਿਉਰਿਟੀ ਮਿਲਦੀ ਕਿ ਨਹੀਂ ਮਿਲਦੀ। ਉਹ ਚਲੀਏ ਜੀ ਫਿਰ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਤੁਸੀਂ ਭੇਜਦੇ ਰਹੇ ਨੇ ਉਹਦੇ ਲਈ ਧੰਨਵਾਦੀ ਹਾਂ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।